ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਹੇ ਮੁਹੱਬਤ एपिसोड 4। सो चौथा एपिसोड जो है निव चलना। सो निव चलना, नीवें होके चलना, ये भाई गुरदास जी ने अपने वारां विच लिखिया कि सिख जिहड़ा है वो निव चलदा है। हुण निव चलना जिहड़ा ये टॉपिक अपना अज दा है। फर्स्ट ऑफ ऑल वी नीड टू अंडरस्टैंड द डेफिनेशन ऑफ निव चलना, भी डेफिनेशन की है, उहदा मतलब की है। दूसरा, निव चलना हुंदा की है, किवें करीदा है, किवें चलीदा है निव चलना। तीजी गल जिहड़ी है, निव चलण दी इंपॉर्टेंस की है, उहदा क्यों जरूरी है निव चलना। वाई डू यू नीड दिस वर्च्यू इन योर लाइफ। सो द फोर्थ इज द वी ऑल अंडरस्टैंड द निव चलना थ्रू एन एनालॉजी, एक दृष्टांत, जो दृष्टांत कहते जां एग्जाम्पल कह लीए, उहदे नाल आपां समझना निव चलना हुंदा की है। फिर गुरु महाराज दी अपने वास्ते सिक्ख्या की है, एडवाइस की है। सो द अदर वन इज हुण ਜਦੋਂ ਆਪਾਂ ਨਿਵ ਚੱਲਣਾ ਕਹਿੰਦੇ ਆ ਨਾ, ਹਿਊਮਿਲਿਟੀ ਜਿਹੜੀ ਹੈ ਨਾ, ਜਾਂ ਨਿਮਰਤਾ ਦੀ ਗੱਲ ਆਪਾਂ ਕਰਦੇ ਆ ਨਾ, ਦੇ ਆਰ ਟੂ ਟਾਈਪਸ ਆਫ ਨਿਮਰਤਾ ਯੂ ਹੈਵ। ਵਨ ਇਜ਼ ਸੈਲਫਲੈਸ, ਵਨ ਇਜ਼ ਫॉर ਪਰਪਸ। ਸੋ ਇਹ ਦੋ ਜ਼ਰੂਰ ਹੁੰਦੀਆਂ ਹਨ। ਸੋ ਕਈ ਸੈਲਫਲੈਸ ਕਰਕੇ ਨਿਮਰਤਾ ਹਿਊਮਿਲਿਟੀ ਉਹਨਾਂ ਦੇ ਵਿੱਚ ਹੈ, ਕਈਆਂ ਦੇ ਵਿੱਚ ਪਰਪਸਲੀ ਹੁੰਦੀ ਨੇ ਟੂ ਅਚੀਵ ਸਮਥਿੰਗ ਇਨ ਯੋਰ ਲਾਈਫ। ਸੋ ਯੂ ਹੈਵ ਟੂ ਬੀ ਸ਼ੋਨ, ਹੈਵ ਟੂ ਬੀ ਸੀਨ ਐਸ ਵੈਰੀ ਹੰਬਲ। ਓਕੇ, ਸੋ ਐਟ ਲਾਸਟ we'll take some examples from Sikh history. So we ਨਿਵ ਚੱਲਣਾ ਕਿਵੇਂ ਸਿੱਖ ਨਿਵ ਚੱਲਦੇ ਰਹੇ ਨੇ, ਜਾਂ ਗੁਰੂ ਨੇ ਮਹਾਰਾਜ ਨੇ ਕਿਵੇਂ ਨਿਵ ਚੱਲਣਾ ਸਿਖਾਇਆ ਸਿੱਖਾਂ ਨੂੰ। ਓਕੇ, ਨਾਓ ਡੈਫੀਨੇਸ਼ਨ ਆਫ ਨਿਵ ਚੱਲਣਾ ਇਸ ਨਿਮਰਤਾ ਵਿੱਚ ਰਹਿਣਾ, ਜਾਂ ਹਿਊਮਿਲਿਟੀ, ਜਾਂ ਬੀਇੰਗ ਕੰਸੀਡਰ ਯੋਰਸੈਲਫ ਐਸ ਲੋ, ਵੀ ਮੈਂ ਕੁਝ ਵੀ ਨਹੀਂ ਹੈ। See, this is where everything starts, when you say that you are nothing, you are low, you everybody is higher than you, you are the lowest। नो, सो सारिਆਂ ਨੂੰ ਵੱਡੇ ਜਾਣਨਾ, ਆਪਣੇ ਆਪ ਨੂੰ ਛੋਟਾ ਜਾਣਨਾ। ਫਿਰ ਨਿਵ, ਕਿ ਨਿਵ ਚੱਲਣਾ, ਰਾਈਟ। ਨਿਵ, ਨਿਵ ਹੁੰਦਾ ਹੈ ਵੀ ਨੀਵੇਂ ਹੋਣਾ, ਨੀਵੇਂ ਹੋਣਾ, ਸਿੱਧਾ ਅਰਥ ਪੰਜਾਬੀ ਚ ਨੀਵੇਂ ਹੋਣਾ। ਪਰ ਨੀਵੇਂ ਹੋ ਕੇ ਕਿਹਨੂੰ ਵੱਡਾ ਜਾਣਨਾ ਹੈ? ਗੁਰੂ ਨੂੰ ਵੱਡਾ ਜਾਣਨਾ ਹੈ, ਆਪਣੇ ਆਪ ਨੂੰ ਨੀਵਾਂ ਜਾਣਨਾ ਹੈ, ਆਪਣੇ ਹੰਕਾਰ ਨੂੰ ਨਹੀਂ ਵੱਡਾ ਕਰਨਾ। ਸੀ ਵਾਟ ਇਜ਼ ਹੰਕਾਰ? ਹੰਕਾਰ ਇਜ਼ ਵੈਨ ਤੁਸੀਂ ਆਪਣੇ ਆਪ ਨੂੰ ਉੱਚਾ ਮੰਨਦੇ ਹੋ। ਜਿਹੜੀ ਇਲੂਸ਼ਨ ਤੁਹਾਡੇ ਵਿੱਚ ਪੈਂਦੀ ਹੈ ਨਾ ਕਿ ਮੈਂ ਉੱਚਾ, ਉਹਨੂੰ ਹੰਕਾਰ ਕਹਿੰਦੇ ਆ। ਜਿਵੇਂ ਇੱਕ ਗੱਡੀ ਨੂੰ ਤੁਸੀਂ ਜੇ ਟਾਇਰ ਬਦਲਾਉਣਾ ਹੋਵੇ ਨਾ, ਤੁਸੀਂ ਉਹਨੂੰ ਜੈਕ ਕਰਦੇ ਹੋ, ਗੱਡੀ ਨੂੰ ਉੱਤੇ ਚੱਕਦੇ ਹੋ, ਗੱਡੀ ਆਪਣੇ ਆਪ ਉੱਤੇ ਨਹੀਂ ਜਾਂਦੀ, ਉਹਨੂੰ ਜੈਕ ਲੱਗਦਾ ਹੈ। ਇਸੇ ਤਰ੍ਹਾਂ ਹੀ ਆਪਾਂ ਨੂੰ ਵੀ ਜੈਕ ਲੱਗਦਾ ਹੰਕਾਰ ਦਾ। ਸੋ ਆਪਾਂ ਵੀ ਆਪਣੇ ਆਪ ਨੂੰ ਹੰਕਾਰ ਨਾਲ ਆਪਾਂ ਆਪਣੇ ਆਪ ਨੂੰ ਉੱਚਾ ਕਰਦੇ ਵੀ ਮੈਂ ਹਾਂ, ਕੁਝ ਹਾਂ। ਸੋ ਅੱਗੇ ਚੱਲਣਾ ਮੀਨਸ ਟੂ ਵਾਕ ਔਨ ਦ ਪਾਥ ਆਫ ਦ ਗੁਰੂ। ਗੁਰੂ ਟੀਚਿੰਗ ਨੂੰ ਲੈ ਕੇ, ਗੁਰੂ ਮਹਾਰਾਜ ਜਿਵੇਂ ਆਪਾਂ ਨੂੰ ਦੱਸਦੇ ਨੇ ਆਪਾਂ ਉਵੇਂ ਕਰਨਾ ਹੈ। ਸੋ ਟੂ ਵਾਕ ਔਨ ਦ ਪਾਥ ਇਜ਼ ਚੱਲਣਾ। ਸੋ ਨਿਵ ਚੱਲਣਾ, ਨੀਵੇਂ ਹੋ ਕੇ ਰਹਿਣਾ ਦੁਨੀਆ ਦੇ ਵਿੱਚ। ਸੋ ਨੀਵੇਂ ਹੋ ਕੇ ਰਹੀਏ ਨਾ। ਜੇ ਅਗਰ ਤੁਸੀਂ ਦੇਖੋਗੇ ਨਾ, ਆਪਣੀਆਂ ਲੜਾਈਆਂ, ਆਪਣੇ ਝਗੜੇ ਕਿੱਥੇ ਖੜੇ ਆ? ਹੰਕਾਰ ਤੇ। ਜਿਸ ਦਿਨ ਤੁਸੀਂ ਨੀਵੇਂ ਹੋ ਜਾਓਗੇ ਨਾ, ਸਾਰੇ ਝਗੜੇ ਮੁੱਕ ਜਾਂਦੇ ਆ, ਕੋਈ ਵੀ ਝਗੜਾ ਨਹੀਂ ਰਹਿੰਦਾ, ਬਿਕੋਜ਼ ਯੂ ਆਰ ਨਾਟ ਪ੍ਰੋਕਲੇਮਿੰਗ ਟੂ ਬੀ ਐਨੀਬੋਡੀ ਨਾਓ। ਸੋ ਵਾਟ ਯੂ ਆਰ ਡੂਇੰਗ ਇਜ਼ ਯੂ ਆਰ ਪੁੱਟਿੰਗ ਦ ਗੁਰੂ ਹਾਇਰ ਐਂਡ ਹਾਇਰ। ਫॉर ਯੂ ਦ ਗੁਰੂ ਇਜ਼ ਦ ਸਭ ਤੋਂ ਵੱਡਾ ਗੁਰੂ ਹੈ। ਸੋ ਉਹਦੇ ਲਈ ਯੂ ਆਰ ਨਥਿੰਗ। ਸੋ ਯੂ ਹੈਵ ਟੂ ਕਮ ਟੂ ਦੈਟ ਲੈਵਲ, ਉਹਨੂੰ ਕਹਿੰਦੇ ਨਿਵ ਚੱਲਣਾ। ਓਕੇ, ਹੁਣ ਇਹ ਦੇਖੀਏ, ਆਪਾਂ ਥੋੜਾ ਜਿਹਾ ਰੀਕੈਪ ਕਰ ਲਿਆ। ਹੁਣ ਥੋੜੇ ਕਨਫਿਊਜ਼ ਵੀ ਆਪਾਂ ਹੋ ਸਕਦੇ ਹਾਂ। ਆਪਣਾ ਦੂਜਾ ਐਪੀਸੋਡ ਕੀ ਸੀਗਾ? ਪੈਰੀ ਪਵਣਾ। ਤੀਜਾ ਸੀਗਾ ਗਰੀਬੀ, ਤੇ ਅੱਜ ਹੈਗਾ ਨਿਵ ਚੱਲਣਾ। ਨਾਓ ਪੈਰੀ ਪਵਣਾ ਕੀ ਹੈ? ਇੱਕ ਫਿਜ਼ੀਕਲ ਐਕਟ ਟੂ ਬ੍ਰਿੰਗ ਯੂ ਲੋ। ਪੈਰੀ ਪੈਣਾ, ਪੈਰਾਂ ਤੇ ਪੈਣਾ ਹੈ। ਓਕੇ, ਜਿਵੇਂ ਆਪਾਂ ਗੁਰਦੁਆਰੇ ਜਾ ਕੇ ਮੱਥਾ ਟੇਕਦੇ ਹਾਂ। ਸੋ ਮੱਥਾ ਟੇਕਣਾ, ਨੀਵੇਂ ਪੈਣਾ, ਵੱਡਿਆਂ ਨੂੰ ਮੱਥੇ ਟੇਕਣੇ। ਸੋ ਦੈਟ ਇਜ਼ ਪੈਰੀ ਪਵਣਾ। ਗਰੀਬੀ ਮੀਨਸ ਇਜ਼ ਅ ਸਟੇਟ ਆਫ ਮਾਈਂਡ when you realize, you tell your mind I'm ਗਰੀਬ, actually ਮੈਂ ਗਰੀਬ ਹਾਂ। You have to know that your state of mind is like ਗਰੀਬ ਆ, ਮੇਰੇ ਕੋਲ ਕੁਝ ਵੀ ਨਹੀਂ ਹੈ। So everything that I get, like a child, when you give the child something, child becomes very happy because ਉਹਨੂੰ ਪਤਾ ਉਹਦੇ ਕੋਲ ਚੀਜ਼ ਹੈ ਨਹੀਂ ਤੇ ਤੁਸੀਂ ਦੇਤੀ ਹੈ। ਸੋ ਉਹਦੀ ਖੁਸ਼ੀ ਉਹੀ ਜਾਣਦਾ, ਰਾਈਟ। ਸੋ ਇਸੇ ਤਰ੍ਹਾਂ ਹੀ ਜੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਗਰੀਬੀ ਮਨ 'ਚ ਧਾਰਨ ਕਰ ਲਈਏ, ਜੋ ਵੀ ਪਰਮਾਤਮਾ ਦਿੰਦਾ, ਵੱਡਾ ਜਾਂ ਛੋਟਾ, ਯੂ ਸ਼ੁੱਡ ਬੀ ਹੈਪੀ ਵਿਦ ਇਟ, ਯੂ ਸ਼ੁੱਡ ਅਪਰੀਸ਼ੀਏਟ ਇਟ, ਐਵਰੀ ਇੰਚ ਆਫ ਇਟ। ਇਹ ਨਹੀਂ ਵੀ ਸ਼ਰਤ ਰੱਖਣੀ ਹੈ, ਇਫ ਆਈ ਗੈਟ ਦਿਸ ਦੈਨ ਆਈ ਐਮ ਹੈਪੀ, ਇਫ ਆਈ ਡੋਂਟ ਗੈਟ ਦਿਸ ਆਈ ਐਮ ਨਾਟ ਹੈਪੀ। ਸੋ ਉਹਨੂੰ ਗਰੀਬੀ ਕਹਿੰਦੇ ਆ। ਓਕੇ, ਸੋ ਅੱਜ ਨਿਵ ਚੱਲਣਾ ਇਸ ਬਿਹੇਵੀਅਰ। ਤੁਹਾਡਾ ਬਿਹੇਵੀਅਰ ਕੀ ਹੈ? ਤੁਹਾਡਾ ਸੁਭਾਅ ਕੀ ਹੈ? Now, what is your behavior? Okay, now let's go back. Now, ਨਿਵ ਚੱਲਣੇ ਦੇ ਬਾਰੇ ਜੇ ਆਪਾਂ ਕਹੀਏ,
ਭਾਈ ਗੁਰਦਾਸ ਜੀ ਨੇ ਲਿਖਿਆ ਹੈ ਨਾ ਆਪਣੀ ਪਹਿਲੀ ਵਾਰ ਤੇ 11ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਨੇ ਵੈਰੀ ਕਲੀਅਰਲੀ ਦੱਸਿਆ, ਨਿਵ ਚੱਲਣ ਗੁਰੂ ਮਾਰਗ ਦੱਸੈ। ਕਹਿੰਦੇ ਨਿਵ ਚੱਲਣਾ ਹੀ ਗੁਰੂ ਮਾਰਗ ਦੱਸਦਾ, ਇਹੀ ਮਾਰਗ ਗੁਰੂ ਦੱਸਦਾ ਵੀ ਨੀਵੇਂ ਹੋ ਕੇ ਚੱਲੋ। ਆਪਾਂ ਅਰਦਾਸ ਵਿੱਚ ਕਹਿੰਦੇ ਨਾ, ਮਨ ਨੀਵਾਂ ਮਤ ਉੱਚੀ। ਮਨ ਨੀਵਾਂ ਰੱਖਣਾ ਹੈ, ਮਤ ਨੂੰ ਉੱਚੀ ਕਰਨਾ ਹੈ। ਇਹ ਨਹੀਂ ਵੀ ਮਤ ਉੱਚੀ ਰੱਖਣੀ ਆ, ਮਨ ਨੂੰ ਆਪਣੇ ਆਪ ਨੂੰ ਚੱਕੀ ਜਾਓ ਵੀ ਮੈਂ ਇਹ ਹਾਂ, ਮੈਂ ਉਹ ਹਾਂ, ਮੈਂ ਇਹ ਹਾਂ। ਨੋ, ਮਨ ਨੀਵਾਂ, ਮਨ ਨੂੰ ਨੀਵਾਂ ਰੱਖੋ, ਮਤ ਨੂੰ ਉੱਚੀ ਰੱਖੋ। ਅਚੀਵ ਮੋਰ ਥਿੰਗਸ ਇਨ ਯੋਰ ਲਾਈਫ ਬਾਈ ਨਾਟ ਕਲੇਮਿੰਗ ਇਟ, ਬਾਈ ਨਾਟ ਐਕਨੋਲੇਜਿੰਗ ਯੋਰ ਸੈਲਫ। ਉਹ ਚੀਜ਼ ਹੈ। ਦੇਖੋ ਨਾ, ਤੁਸੀਂ 1000 ਚੀਜ਼ ਚੰਗੀ ਕਰ ਦਿਓ, ਬਹੁਤ ਸੋਹਣਾ ਤੁਸੀਂ ਕੰਮ ਕੀਤਾ, ਯੂ ਹੈਵ ਡਨ ਅ ਵੰਡਰਫੁਲ ਜੌਬ, ਬਟ ਦ ਡੇ ਯੂ ਗੋ ਐਂਡ ਟੈਲ ਪੀਪਲ ਯੂ ਨੋ that what I did, you know, God, the 1000 good things that you have done has gone to drain, then you will find enemies in this world, not your admirers. People become your enemy. ਦੇਖੇ ਕਰਕੇ ਵੀ ਬੋਲੀ ਜਾਂਦਾ, ਕੀ ਫਾਇਦਾ ਹੋਇਆ ਕਰਨ ਦਾ? ਸਾਰੇ ਹੀ ਕਹਿੰਦੇ ਆ, ਗੱਲਾਂ ਵਿੱਚ ਆਪਾਂ ਰੱਬ ਆ, ਕਰਤੂਤਾਂ ਵਿੱਚ ਆਪਾਂ ਕੁਝ ਵੀ ਨਹੀਂ, ਆਪਾਂ ਡੈਵਲ ਆ ਨਾ। ਇਹੀ ਗੱਲ ਆਪਾਂ ਕਰਦੇ ਆ ਨਾ। ਸੋ ਜੇ ਕੋਈ ਕਲੇਮ ਕਰੇਗਾ ਤਾਂ ਉਹਨੂੰ ਸਾਰੀ ਮਾੜਾ ਕਹਿੰਦੇ, ਜਿਹੜਾ ਬੰਦਾ ਨਹੀਂ ਕਲੇਮ ਕਰਦਾ ਉਹਨੂੰ ਕਹਿੰਦੇ ਇਹ ਚੰਗਾ। That's how the world is. ਸੋ ਇੱਥੇ ਜਿਹੜਾ ਹੈ, ਜਦੋਂ ਆਪਾਂ ਨਿਮਰਤਾ ਦੇ ਵਿੱਚ ਸੈਲਫਲੈਸਲੀ ਆਪਾਂ ਜੇ ਨਿਸ਼ਕਾਮਤਾ ਵਿੱਚ ਆ ਕੇ ਆਪਾਂ ਗੁਰੂ ਦੇ ਮਾਰਗ ਤੇ ਚੱਲੀਏ, ਜਿਵੇਂ ਗੁਰੂ ਕਹਿੰਦਾ ਉਵੇਂ ਕਰੀਏ, then you will never have ਹੰਕਾਰ, you will never have the ego in you that I've done it. No, because my guru asked me to walk, I'm walking, that's it. I'm nothing. He's making me to walk. Then you will understand further and further ਵੀ ਮੈਨੂੰ ਗੁਰੂ ਚਲਾਉਂਦਾ ਹੈ। ਨਹੀਂ, ਗੁਰੂ ਨੇ ਮੱਤ ਦਿੱਤੀ, ਗੁਰੂ ਨੇ ਆਪਣੇ ਆਪ ਨਾਲ ਜੋੜਿਆ। So everything goes back to him. And remember, the drop of water is just drop of water, but when it goes to an ocean, it becomes ocean. ਉਹੀ ਚੀਜ਼ ਆਪਾਂ ਛੋਟੇ ਹਾਂ ਜੇ ਆਪਾਂ ਇਕੱਲੇ ਹਾਂ। ਜੇ ਤੁਸੀਂ ਗੁਰੂ ਨਾਲ ਜੁੜੋਗੇ, ਗੁਰੂ ਤੁਹਾਨੂੰ ਬਹੁਤ ਵੱਡਾ ਕਰ ਤੁਹਾਨੂੰ ਰੱਬ ਬਣਾ ਦਿੰਦਾ। So this is where we always are being fooled by this Maya. Okay? ਸੋ ਇਹ ਤੋਂ ਨਿਕਲਣ ਨੂੰ ਇੱਕ ਹੀ ਤਰੀਕਾ, ਨਿਵ ਚੱਲਣਾ। ਓਕੇ, ਹੁਣ ਭਾਈ ਗੁਰਦਾਸ ਜੀ ਨੇ ਆਪਾਂ ਨੂੰ ਆਪਣੀ ਇਹ ਜਿਹੜੀ ਵਾਰ ਹੈ ਨਾ 8ਵੀਂ ਪੌੜੀ ਨੰਬਰ 28, 28ਵੀਂ ਪੌੜੀ ਦੇ ਵਿੱਚ ਇਹ ਦੱਸਿਆ। ਦੇਖੋ ਬਹੁਤ ਸੋਹਣਾ ਐਗਜ਼ਾਮਪਲ ਆ। ਕਹਿੰਦੇ ਉੱਤਮ ਮੱਧਮ ਨੀਚ ਲਖ। ਉੱਤਮ ਮੱਧਮ ਤੇ ਜਿਹੜਾ ਨੀਚ, ਜਿਹਨੂੰ ਕਨਿਸ਼ਟ ਵੀ ਕਹਿੰਦੇ ਆ। ਜਿਹੜੇ ਬੰਦੇ ਆ ਨਾ, ਜਿਵੇਂ ਸਟੂਡੈਂਟਸ ਨੂੰ ਕਹਿ ਲਈਏ 3 ਲੈਵਲਸ ਹੁੰਦੇ, ਜਿਵੇਂ ਆਪਾਂ ਕਹਿੰਦੇ ਬੇਸਿਕ, ਇੰਟਰਮੀਡੀਏਟ ਐਂਡ ਐਡਵਾਂਸ। ਉੱਤਮ ਮੱਧਮ ਨੀਚ, ਸੋ 3 ਤਰ੍ਹਾਂ ਦੇ ਹੁੰਦੇ ਅਧਿਕਾਰੀ। That means whenever someone wants to give you a knowledge, he sees you to be in which level now. What kind of knowledge can be departed to you so that you can understand it correctly. ਸੋ ਪਿਛਲੇ ਸਮਿਆਂ ਵਿੱਚ ਉਹ ਇਹ ਤਰੀਕਾ ਹੁੰਦਾ। ਸੋ ਇਸ ਕਰਕੇ ਇਹਨੂੰ ਡਿਵਾਈਡ ਕੀਤਾ ਜਾਂਦਾ ਹੈ। ਜਦੋਂ ਆਪਾਂ ਕਹਿੰਦੇ ਜਗਿਆਸੂ ਯੂ ਗੋਟ ਨੀਚ ਹੁੰਦੇ ਆ, ਮੱਧਮ ਹੁੰਦੇ ਆ, ਉੱਤਮ ਹੁੰਦੇ ਨੇ। ਓਕੇ, ਹੁਣ ਇੱਥੇ ਨਾ ਕਹਿੰਦੇ ਦੇਖੋ ਦੁਨੀਆ ਨੇ ਇਹ ਕੈਰੈਕਟਰਿਸਟਿਕਸ ਬਣਾਏ ਨੇ। ਕਈ ਜਿਹੜੇ ਹਨ ਉੱਤਮ, ਮੱਧਮ, ਨੀਚ, ਲਖ। ਕਹਿੰਦੇ ਦੇਖੋ ਗੁਰਮੁਖ ਨੀਚੋਂ ਨੀਚ ਸਦਾਏ। ਕਹਿੰਦੇ ਗੁਰਮੁਖ ਤਾਂ ਨੀਚਾਂ ਤੋਂ ਵੀ ਨੀਚ ਆਪਣੇ ਆਪ ਨੂੰ ਕਹਿੰਦੇ ਹਨ। ਗੁਰਮੁਖ ਕਹਿੰਦਾ ਮੈਂ ਨੀਚਾਂ ਤੋਂ ਨੀਚ ਹਾਂ, ਮੈਂ ਨਹੀਂ ਚੰਗਾ ਹੈਗਾ। ਜਿਹੜਾ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਦੇਖੋ ਵੀ ਮੈਂ ਨਹੀਂ ਚੰਗਾ ਹੈਗਾ ਤੇ ਮੇਰੀ ਨਿਗਾਹ ਵਿੱਚ ਬੁਰਾ ਵੀ ਕੋਈ ਨਹੀਂ ਹੈਗਾ। ਇਟ ਡਸਨਟ ਮੀਨ ਦੈਟ ਜੇ ਮੈਂ ਨਹੀਂ ਚੰਗਾ ਤਾਂ ਬਾਕੀ ਦੇ ਵੀ ਨਹੀਂ ਚੰਗੇ ਹੈਗੇ, ਰਾਈਟ? ਸੋ ਇਹ ਵੀ ਗੱਲ ਨਹੀਂ ਗੀ। ਸੋ ਇੱਥੇ ਭਾਈ ਗੁਰਦਾਸ ਜੀ ਕਹਿੰਦੇ ਨੀਚੋਂ ਨੀਚ ਸਦਾਏ। ਸਿੱਖ ਜਿਹੜੇ ਨੀਵੇਂ ਤੋਂ ਨੀਵੇਂ ਆਪਣੇ ਆਪ ਨੂੰ ਔਖਾਉਂਦੇ ਆ ਤੇ ਕਹਿੰਦੀ ਪੈਰੀ ਪੈ ਪਾ ਖਾਕ ਹੋਏ। ਉਹ ਪੈਰੀ ਪੈ ਕੇ ਡਸਟ ਬਣ ਜਾਂਦੇ ਨੇ। ਪਾ ਖਾਕ ਮੀਨਸ ਯੂ ਬਿਕਮ ਡਸਟ। ਦੇਖੋ ਡਸਟ ਜਿਹੜਾ ਹੁੰਦਾ ਹੈ ਨਾ, ਉਹਦਾ ਆਪਣਾ ਕੁਝ ਰੋਲ ਨਹੀਂ ਹੁੰਦਾ। the wind comes, it blows the dust. The dust goes wherever the wind blows. He said that is how Sikhs are. They go where the Guru blows them. ਜੋ ਜਾਂਦੇ ਆ ਜਿੱਥੇ ਗੁਰੂ ਲੈ ਕੇ ਜਾਂਦਾ ਹੈ। ਗੁਰਮੁਖ ਗੁਰਸਿੱਖ ਆਪ ਗਵਾਏ। ਕਹਿੰਦੇ ਗੁਰਮੁਖ ਬਣ ਕੇ, ਗੁਰੂ ਨੂੰ ਆਪਣਾ ਮੁਖੀ ਬਣ ਕੇ, ਗੁਰੂ ਨੂੰ ਆਪਣਾ ਲੀਡਰ ਬਣ ਕੇ, ਗੁਰੂ ਨੂੰ ਸਭ ਕੁਝ ਬਣਾ ਕੇ ਸਿੱਖ ਜਿਹੜੇ ਹੁੰਦੇ ਨੇ, ਗੁਰਸਿੱਖ ਆਪ ਗਵਾਏ। ਉਹ ਆਪਣੇ ਆਪ ਨੂੰ ਗਵਾ ਦਿੰਦੇ ਨੇ। They don't exist. They don't feel that they exist in any manner. ਕਿਉਂਕਿ ਗੁਰਸਿੱਖ ਉਹ ਹੈ ਜੋ ਗੁਰੂ ਦੀ ਮੱਤ ਵਿੱਚ ਪੈ ਕੇ ਆਪਣੇ ਆਪ ਨੂੰ ਨਿਸ਼ਾਵਰ ਕਰ ਦਿੰਦਾ। ਉਹ ਨਹੀਂ ਕੁਝ ਵੀ ਰਹਿੰਦਾ। And he doesn't claim to be anybody. ਫਿਰ ਕਹਿੰਦੇ ਸਾਧ ਸੰਗਤ ਭਾਉ ਕਰ। ਹੁਣ ਦੇਖੋ ਸਾਧ ਸੰਗਤ ਵਿੱਚ ਜਾ ਕੇ ਭਾਉ means fear means love. ਸੋ ਤੇ ਭਾਉ ਜਿਹੜਾ ਹੈ ਕਹਿੰਦੇ ਦੇਖੋ ਜਿਹੜਾ ਭਾਉ ਤੇ ਭਾਉ ਨਾ, ਭਾਉ fear ਲੈ ਲਓ। fear ਦੇ ਵਿੱਚੋਂ ਕੀ ਹੈ? ਰਿਸਪੈਕਟ ਨਿਕਲਦਾ ਹੈ। ਭਾਉ means ਪ੍ਰੇਮ। ਕਹਿੰਦੇ ਇਹ 2 ਚੀਜ਼ਾਂ ਨੇ। ਜੇ ਲਵ ਤੇ ਜਿਹੜਾ ਹੈ ਆਪਣਾ ਜਿਹੜਾ
ਰੈਸਪੈਕਟ ਆ ਜਾਵੇ ਨਾ ਤਾਂ ਫਿਰ ਕੀ ਹੁੰਦਾ ਹੈ, ਸਾਧ ਸੰਗਤ ਭਾਉ ਕਰ ਸੇਵਕ ਸੇਵਾ ਕਾਰ ਕਮਾਏ। ਸੇਵਕ ਜਿਹੜੇ ਹਨ ਸੇਵਾ ਕਮਾਉਂਦੇ ਹਨ, ਉਹ ਸੇਵਾ ਕਰਦੇ ਹਨ, ਉਹ ਸੇਵਾ ਕਮਾਉਂਦੇ ਹਨ ਨਾ। ਉਹਨਾਂ ਦਾ ਕੰਮ ਕੀ ਹੈ, ਉਹਨਾਂ ਨੇ ਸੇਵਾ ਕਰਨੀ ਹੈ। ਦੇ ਨੋਟ ਗੋਇੰ ਟੂ ਆਸਕ ਐਨੀਥਿੰਗ ਇਨ ਰਿਟਰਨ। ਫਿਰ ਕਹਿੰਦੇ ਮਿੱਠਾ ਬੋਲਣ। ਦੇਖੋ ਹੁਣ ਸਿੱਖ ਦੇ ਕੀ ਲੱਛਣ ਨੇ, ਕੀ ਕੈਰੈਕਟਰਿਸਟਿਕਸ ਨੇ, ਵਾਟ ਆਰ ਦ ਵਰਚੂਸ ਆਫ ਅ ਗੁਰਸਿੱਖ। ਕਹਿੰਦੇ ਮਿੱਠ ਬੋਲਣ, ਉਹਨਾਂ ਨੇ ਮਿੱਠਾ ਬੋਲਣਾ, ਕਿਸੇ ਨਾਲ ਕੌੜਾ ਨਹੀਂ ਬੋਲਣਾ, ਕਿਸੇ ਨੂੰ ਭੱਜ ਕੇ ਨਹੀਂ ਪੈਣਾ। ਹਾਂਜੀ, ਗੱਲ ਪੁੱਛੀ ਆ ਭੱਜ ਕੇ ਪੈ ਜਾਣਾ, ਕਿਸੇ ਨੂੰ ਸਿੱਧਾ ਦਿਲ ਤੋੜ ਦੇਣਾ। ਨਿਵ ਚੱਲਣ, ਨੀਵੇਂ ਹੋ ਕੇ ਚੱਲਦੇ ਨੇ, ਹੱਥੋਂ ਦੇ ਕੇ ਭਲਾ ਮਨਾਏ। ਦੇਖੋ ਤੁਸੀਂ ਵੀ ਦਾਨ ਕਰਦੇ ਹੋ ਨਾ, ਕਹਿੰਦੇ ਹੱਥੋਂ ਦੇ ਕੇ ਭਲਾ ਮਨਾਏ। ਹੱਥਾਂ ਨਾਲ ਦੇ ਕੇ ਹੰਕਾਰ ਨਹੀਂ ਕਰਨਾ, ਆਈ ਗਿਵ ਡੋਨੇਸ਼ਨ, ਆਈ ਗਿਵ ਦਿਸ, ਨੋ। ਹੱਥੋਂ ਦੇ ਕੇ ਭਲਾ ਮਨਾਏ, ਹੱਥਾਂ ਦੇ ਕੇ ਮਹਾਰਾਜ ਦਾ ਭਲਾ ਕਰਨਾ। ਮਹਾਰਾਜ ਚੰਗੇ ਵੇਲੇ ਮੈਂ ਦੇ, ਇਹ ਤੁਸੀਂ ਲੈ ਲਿਆ ਆਪਣਾ, ਜੋ ਤੁਹਾਡਾ ਸੀ ਤੁਸੀਂ ਲੈ ਲਿਆ, ਜੋ ਤੁਹਾਡਾ ਸੀ ਤੁਸੀਂ ਆਪਣੇ ਜਿਹੜਾ ਹਨ ਆਪਣੇ ਜਿਹੜੇ ਹਨ ਚੰਗੇ ਕਾਰਜ ਵਿੱਚ ਪਾਤਾ। ਯੂ ਹੈਵ ਯੂਜ਼ਡ ਇਟ ਫॉर ਅ ਬੈਟਰ ਪਰਪਸ। ਸੀ ਸੇਮ ਐਸ ਯੋਰ ਬੋਡੀ ਹੇਅਰ। ਨੋ ਵਾਈ ਸਿੱਖਸ ਯੂਜ਼ਡ ਟੂ ਸੈਕਰੀਫਾਈਸ देयर ਲਾਈਫ for them. This is the thing, ਹੱਥੋਂ ਦੇ ਕੇ ਭਲਾ ਬਣਾਏ। even they sacrifice their body, they say ਮਹਾਰਾਜ ਚੰਗੇ ਵੇਲੇ ਇਹ ਬੋਡੀ ਤੁਸੀਂ ਲੇਖੇ ਲਾ ਲਈ, ਇਹ ਬੋਡੀ ਕੁਝ ਕੰਮ ਆ ਗਈ, you know, so the body has gone to a better purpose, you know, ਨਹੀਂ ਤਾਂ ਇਹ ਬੋਡੀ ਦਾ ਕੀ ਕਰਨਾ ਸੀਗਾ। ਸੋ ਦੇ ਕੇ ਵੀ ਭਲਾ ਮਨਾਉਣਾ, ਕਲੇਮ ਨਹੀਂ ਕਰਨਾ ਵੀ ਮੇਰਾ ਦਿੱਤਾ ਹੈ, ਮੈਂ ਦਿੱਤਾ ਹੈ, ਨੋ। ਸੋ ਅੱਗੇ ਦੇਖੋ ਨਿਵ ਚੱਲਣਾ ਇੰਪੋਰਟੈਂਟ ਕਿਉਂ ਹੈ, ਜ਼ਰੂਰੀ ਕਿਉਂ ਹੈ, ਕਿਉਂਕਿ ਗੁਰੂ ਦਾ ਹੁਕਮ ਹੈ। This is where you learn to understand what is the ਹੁਕਮ of the Guru. ਜਦੋਂ ਗੁਰੂ ਦਾ ਹੁਕਮ ਹੈ ਨਾ, ਉੱਥੇ ਫਿਰ ਚਤਰਾਈਆਂ ਨਹੀਂ ਚੱਲਦੀਆਂ। It doesn't come to any justification. ਜਿਹੜਾ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਨਾ। ਸੋ ਮਹਾਰਾਜ ਨੇ ਦੱਸ ਦਿੱਤਾ, you are not out of the ਹੁਕਮ, whether you obey it, you go with it, or you don't go with it, you are still under the hukum. Okay, again, hukum you cannot disobey, you are still in the hukum. But if you obey his hukum, it becomes easier for you. Same like we are sitting in Malaysia, the Malaysia law is there, you believe it or you don't believe it. When the time comes, they are going to enforce the law on you. That's it. When you break the law, right? ਪਰ law ਤਾਂ law ਹੀ ਹੈ ਨਾ। ਇਸੇ ਤਰ੍ਹਾਂ ਹੀ ਪਰਮੇਸ਼ਰ ਦਾ, ਗੁਰੂ ਦਾ ਬਚਨ ਵੀ ਇੱਕ ਹੁਕਮ ਹੈ, ਮੰਨੋ ਚਾਹੇ ਨਾ ਮੰਨੋ, ਹੁਕਮ ਤਾਂ ਜਾਰੀ ਹੈ। ਪਰ ਗੁਰਸਿੱਖਾਂ ਵਾਸਤੇ ਕਿਉਂ ਸੌਖਾ ਹੈ, ਕਿਉਂਕਿ ਉਹਨਾਂ ਨੇ ਹੁਕਮ ਮੰਨ ਲਿਆ ਹੈ। ਫਿਰ ਜਿਹੜਾ ਆਪਣੇ ਆਪ ਨੂੰ ਨਿਸ਼ਾਵਰ ਕਰ ਦੇਣਾ, ਗਵਾ ਦੇਣਾ, ਯੂ ਆਰ ਨੋ ਬੋਡੀ। ਫਿਰ ਗੁਰਸਿੱਖਾਂ ਦੀ ਤੇ ਗੁਰੂ ਦੀ ਸੇਵਾ ਕਰਨੀ, ਇਹ ਵੱਡੀ ਗੱਲ ਹੈ। ਗੁਰਸਿੱਖਾਂ ਨੂੰ ਗੁਰੂ ਦਾ ਰੂਪ ਜਾਣ ਕੇ ਉਹਨਾਂ ਦੀ ਸੇਵਾ ਕਰਨੀ, ਦਿਨ ਰਾਤ ਉਹਨਾਂ ਦੀ ਸੇਵਾ ਕਰਨੀ। ਜਿਵੇਂ ਭਾਈ ਨੰਦ ਲਾਲ ਜੀ ਹੋਏ, ਅਨੰਦਪੁਰ ਸਾਹਿਬ ਦੇ ਵਿੱਚ ਸਾਰਿਆਂ ਨੇ ਲੰਗਰ ਚਲਾਏ। ਮਹਾਰਾਜ ਕਹਿੰਦੇ ਲੰਗਰ ਚਲਾਓ, ਸਾਰਿਆਂ ਨੇ ਲੰਗਰ ਚਲਾਏ। ਭਾਈ ਨੰਦ ਲਾਲ ਜੀ ਦਾ ਵੀ ਇੱਕ ਲੰਗਰ ਸੀਗਾ। ਸੋ ਇੱਕ ਦਿਨ ਜਿਹੜਾ ਸੀਗਾ, ਗੁਰੂ ਮਹਾਰਾਜ ਨੇ ਸੋਚਿਆ ਕਿ ਇਹਦਾ ਜਾ ਕੇ ਟੈਸਟ ਲਈਏ। ਮਹਾਰਾਜ ਉਹ ਟਾਈਮ ਤੇ ਆਏ ਜਿੱਦਣ ਲੰਗਰ ਸਾਰਾ ਹੀ ਮੁੱਕ ਗਿਆ ਸੀ। ਮਹਾਰਾਜ ਇੱਕ ਸਿੱਖ ਰੂਪ ਚ ਆਏ। ਮਹਾਰਾਜ ਆ ਕੇ ਭਾਈ ਨੰਦ ਲਾਲ ਦੇ ਲੰਗਰਾਂ ਵਿੱਚ, ਬਾਕੀ ਲੰਗਰਾਂ ਵਿੱਚ ਵੀ ਗਏ। ਉਹ ਕਹਿੰਦੇ ਭਾਈ ਤੂੰ ਲੇਟ ਆਇਆ, ਮੁੜ ਜਾ, ਹੁਣ ਨਹੀਂ ਕੁਝ ਬਣਨਾ ਇੱਥੇ। ਉਹਨਾਂ ਨੂੰ ਪਤਾ ਨਹੀਂ ਗੁਰੂ ਗੋਬਿੰਦ ਸਿੰਘ ਆਪ ਹੈ। ਉਹ ਕਹਿੰਦੇ ਨਹੀਂ ਹੈਗਾ, ਲੰਗਰ ਜੀ ਮੁੱਕ ਗਿਆ ਜੀ, ਤੂੰ ਪਹਿਲਾਂ ਆਉਣਾ ਸੀ, ਹੁਣ ਭਲਕੇ ਆ ਜੀ, ਕੋਈ ਨਹੀਂ, ਨੋ ਸਮਥਿੰਗ ਲਾਈਕ ਦੈਟ। ਜਦੋਂ ਭਾਈ ਨੰਦ ਲਾਲ ਜੀ ਦੇ ਲੰਗਰਾਂ ਵਿੱਚ ਗਏ, ਮਹਾਰਾਜ ਜੀ ਉੱਥੇ ਖੜੇ। ਭਾਈ ਨੰਦ ਲਾਲ ਜੀ ਨੇ ਪਹਿਲਾਂ, ਉਹਨੂੰ ਪਤਾ ਨਹੀਂ ਸੀ ਵੀ ਗੁਰੂ ਗੋਬਿੰਦ ਸਿੰਘ ਆ, ਉਹਨੇ ਪਹਿਲਾਂ ਮੱਥਾ ਟੇਕਿਆ ਚਰਨਾਂ ਤੇ। ਕਹਿੰਦੇ ਗੁਰਸਿੱਖਾ ਆਓ, ਬੈਠੋ ਬੈਠੋ, ਕੀ ਛਕੂਗੇ? ਕਹਿੰਦੇ ਕੁਝ ਵੀ ਛਕ ਲਾਂਗੇ, ਛਕਾਓ ਜਰਾ ਹੈ। ਉਹਨੇ ਖੜੇ ਪੈਰ ਜਾ ਕੇ ਆਟਾ ਲਿਆਂਦਾ, ਆਟਾ ਗੁੰਨਿਆ, ਰੋਟੀਆਂ ਪਕਾਈਆਂ, ਤੇ ਥੋੜੀ ਜਿਹੀ ਭਾਜੀ ਸੀ, ਉਹਨਾਂ ਨੇ ਬਣਾ ਕੇ ਨਾ ਮਹਾਰਾਜ ਨੂੰ ਛਕਾਤੀ ਤੇ ਮਾਫੀ ਵੀ ਮੰਗੀ। ਕਹਿੰਦੇ ਮਾਫ ਕਰ ਦਿਓ ਵੀ ਇਹ ਲੰਗਰ ਜਿਹੜਾ ਨਾ ਮੈਂ ਪੂਰਾ ਚੰਗੀ ਤਰ੍ਹਾਂ ਨਹੀਂ ਬਣਾ ਸਕਿਆ, ਕਿਉਂਕਿ ਮੇਰੇ ਕੋਲ ਰਸਤਾਂ ਘੱਟ ਸੀਗੀਆਂ। ਫਿਰ ਮਾਫੀ ਵੀ ਮੰਗੀ ਤੇ ਫਿਰ ਉਸ ਗੁਰਸੇ ਬਹੁਤ ਸੇਵਾ ਕੀਤੀ। ਮਹਾਰਾਜ ਛੱਕ ਕੇ ਚਲੇ ਗਏ। ਦੂਜੇ ਦਿਨ ਦਰਬਾਰ ਵਿੱਚ ਮਹਾਰਾਜ ਨੇ ਕਿਹਾ, ਕਹਿੰਦੇ ਜੇ ਲੰਗਰ ਚਲਾਉਣਾ ਤਾਂ ਭਾਈ ਨੰਦ ਲਾਲ ਵਰਗਾ ਲੰਗਰ ਹੈ। ਸੀ ਦ ਥਿੰਗ ਇਜ਼ ਯੂ ਡੋਂਟ ਨੋ ਕਿਹੜੇ ਰੂਪ ਵਿੱਚ ਗੁਰੂ ਤੁਹਾਡੇ ਕੋਲ ਆ ਜਾਂਦਾ, ਯੂ ਨੈਵਰ ਨੋ। ਤੇ ਮਹਾਰਾਜ ਨੇ ਦੇਖੋ ਆਪ ਪ੍ਰੀਖਿਆ ਲੈ ਕੇ ਭਾਈ ਨੰਦ ਲਾਲ ਦਾ ਲੰਗਰ ਸਭ ਤੋਂ ਚੰਗਾ ਲੰਗਰ ਕਿਹਾ। ਕਿਉਂ? ਕਿਉਂਕਿ ਉਹਨੇ ਬਣਾ ਕੇ ਇਹ ਨਹੀਂ ਕਿਹਾ ਦੇਖ ਮੈਂ ਫਿਰ ਵੀ ਬਣਾਇਆ, ਅੱਧੀ ਰਾਤ ਦਾ ਸਮਾਂ ਸੀ, ਮੈਂ ਫਿਰ ਵੀ ਬਣਾਇਆ, ਅਸੀਂ ਹਾਊ ਗੁੱਡ ਆਈ ਐਮ, ਹੀ ਡਿਡਨਟ ਥਿੰਕ ਲਾਈਕ ਦੈਟ। ਉਹਨੇ ਫਿਰ ਵੀ ਮਾਫੀ ਮੰਗੀ ਕਿ ਆਈ ਕੁਡਨਟ ਡੂ ਐਸ ਮਚ ਆਈ ਸ਼ੁਡ ਹੈਵ ਡਨ। ਫਿਰ ਵੀ ਮਾਫੀ ਮੰਗੀ, ਇਹਨੂੰ ਕਹਿੰਦੇ ਆ। ਓਕੇ, ਫਿਰ ਜਿਹੜਾ ਹੈ ਕਹਿੰਦੇ ਗੁਰੂ ਦੇ ਪਿਆਰੇ ਬਣਨਾ। You have to be good in Guru's eyes, not in the worldly eyes. ਆ ਦੁਨੀਆ ਦੀਆਂ ਅੱਖਾਂ ਤਾਂ ਹਮੇਸ਼ਾ ਬਦਲਦੀਆਂ ਰਹਿੰਦੀਆਂ, ਗੁਰੂ ਦੀਆਂ ਅੱਖਾਂ ਵਿੱਚੋਂ ਤੁਸੀਂ ਸੱਚੇ ਹੋ ਜੋ। ਤੇ ਫਿਰ ਜਿਹੜਾ ਹੈ ਹਮੇਸ਼ਾ ਗੁਰੂ ਮਹਾਰਾਜ ਆਪਣੇ ਸੇਵਕਾਂ ਨੂੰ ਬਚਾਉਂਦਾ ਹੈ, ਕਿਉਂਕਿ ਗੁਰੂ ਨਿਵਾਜ ਹੈ, ਗਰੀਬ ਨਿਵਾਜ ਹੈ। ਉਹ ਗਰੀਬਾਂ ਨੂੰ ਨਿਵਾਜਣ ਵਾਲਾ ਹੈ।
ਗੁਰੂ ਕਿਤੇ ਵੀ ਆਪਣੇ ਸਿੱਖ ਨੂੰ ਕੱਲਾ ਨਹੀਂ ਛੱਡਦਾ। ਇਫ ਯੂ ਗੋ ਟੂ ਹਿਮ ਹੀ ਵਿਲ ਹੋਲਡ ਯੋਰ ਹੈਂਡ, ਦੈਟਸ ਡੈਫੀਨਿਟਲੀ ਹੀ ਵਿਲ ਨੈਵਰ ਲੀਵ ਯੂ ਅਲੋਨ। ਇੰਨਾ ਤਾਂ ਵਾਅਦਾ ਗੁਰੂ ਦਾ ਹੈ ਤੁਹਾਡੇ ਕੋਲ। ਫਿਰ ਦੇਖੋ ਨਾ ਮਹਾਰਾਜ ਦਾ ਜਿਹੜਾ ਹੈ ਆ ਪੰਕਤੀ ਪੜੋ, ਨਿਵ ਚੱਲੈ ਸੋ ਗੁਰੂ ਪਿਆਰਾ। ਜਿਹੜਾ ਨਿਵ ਚੱਲਦਾ ਹੈ ਨਾ ਉਹਨੂੰ ਹੀ ਗੁਰੂ ਪਿਆਰ ਕਰਦਾ ਹੈ। ਦੇਖੋ ਜਿਹੜਾ ਨੀਵਾਂ ਚੱਲੇ, ਦੇਖੋ ਹੁਣ ਗੁਰੂ ਨਾਨਕ ਦੇ ਅੱਗੇ ਨੀਵਾਂ ਕੌਣ ਹੋਇਆ? ਭਾਈ ਲਹਿਣਾ ਜੀ ਹੋਏ। ਭਾਈ ਲਹਿਣਾ ਨੀਵੇਂ ਹੋਏ ਨਾ। ਲਾਸਟ ਟੈਸਟ ਆਇਆ, ਮਹਾਰਾਜ ਨੇ ਕਿਹਾ ਆ ਮੁਰਦਾ ਪਿਆ ਹੈ, ਆ ਡੈਡ ਬੋਡੀ ਪਈ ਆ ਖਾਲ। ਲੋਕੀ ਤਾਂ ਕਹਿੰਦੇ ਉੱਤੇ ਕੱਪੜਾ ਪਾਇਆ, ਪਰ ਜਿਹੜਾ ਇਤਿਹਾਸ ਆਉਂਦਾ ਹੈ ਨਾ ਗੁਰੂ ਜਿਹੜਾ ਪਰਚੀਆਂ ਵਿੱਚ ਆਉਂਦਾ ਹੈ, ਕਹਿੰਦੇ ਐਗਜ਼ੈਕਟਲੀ ਇੱਕ ਬੋਡੀ ਪਈ ਆ ਸਾਹਮਣੇ। ਤੇ ਮਹਾਰਾਜ ਨੇ ਭਾਈ ਲਹਿਣੇ, ਉਸ ਵੇਲੇ ਬਾਬਾ ਬੁੱਢਾ ਜੀ, ਭਾਈ ਭਗੀਰਥ ਜੀ, ਭਾਈ ਮਨਸੁਖ ਜੀ ਤੇ ਭਾਈ ਲਹਿਣਾ ਜੀ ਸੀ, 4 ਜਾਣੇ ਰਹਿ ਗਏ। ਲਾਸਟ ਹੁਕਮ ਲਾਸਟ ਗੁਰੂ ਮਹਾਰਾਜ ਦਾ। ਮਹਾਰਾਜ ਨੇ ਉੱਥੇ ਖੜ ਕੇ ਕਿਹਾ, ਕਹਿੰਦੇ ਭਾਈ ਲਹਿਣਾ ਜੀ ਅੱਗੇ ਆਏ। ਭਾਈ ਲਹਿਣਾ ਪੁੱਛ ਤੂੰ ਕੌਣ ਆ? ਕਹਿੰਦਾ ਮੈਂ ਤੇਰਾ ਸਿੱਖ ਹਾਂ। ਕਹਿੰਦੇ ਤੇ ਸਿੱਖ ਹਾਂ, ਮੁਰਦਾ ਖਾ, ਦ ਡੈਡ ਬੋਡੀ ਨੂੰ ਖਾ। ਐਂਡ ਦ ਡੈਡ ਬੋਡੀ ਵਾਸ ਸਮੈਲਿੰਗ। ਤੁਹਾਨੂੰ ਪਤਾ ਨਾ ਡੈਡ ਬੋਡੀ ਦੀ ਸਮੈਲ ਕਿੰਨੀ ਭੈੜੀ ਹੁੰਦੀ ਹੈ। ਕਹਿੰਦੇ ਉਹ ਸਮੈਲ ਵੀ ਆ ਰਹੀ ਸੀ। ਤੇ ਭਾਈ ਲਹਿਣੇ ਨੇ ਕੀ ਕੀਤਾ? ਮਹਾਰਾਜ ਨੂੰ ਮੱਥਾ ਟੇਕਿਆ ਤੇ ਉਹਨੇ ਪਰਿਕਰਮਾ ਕਰਨੀਆਂ ਸ਼ੁਰੂ ਕਰ। ਬਟ ਐਟ ਦੈਟ ਟਾਈਮ ਯੂ ਰਿਮੈਂਬਰ ਗੁਰੂ ਮਹਾਰਾਜ ਵਾਸ ਐਕਟਿੰਗ ਲਾਈਕ ਅ ਆਊਟ ਆਫ ਮਾਈਂਡ ਪਰਸਨ। ਯੂ ਨੋ ਮਹਾਰਾਜ ਨੇ ਕੁੱਤੇ ਰੱਖੇ ਸੀ, ਜਿਹੜਾ ਆਉਂਦਾ ਉਹਨੂੰ ਡੰਡੇ ਮਾਰਦੇ ਸੀ ਮਹਾਰਾਜ। ਉਹ ਲੋਕਾਂ ਨੂੰ ਤਾਂ ਐਂ ਲੱਗਦਾ ਸੀ ਗੁਰੂ ਨਾਨਕ ਪਾਗਲ ਹੋ ਗਿਆ, ਯੂ ਨੋ। ਪਰ ਭਾਈ ਲਹਿਣੇ ਦਾ ਜਿਹੜਾ ਫੇਥ ਉਹ ਹੀ ਨਹੀਂ ਗਿਆ। ਭਾਈ ਲਹਿਣੇ ਨੇ ਹੱਥ ਜੋੜ ਕੇ ਜਿਹੜਾ ਹੈ ਮਹਾਰਾਜ ਤੋਂ ਗੱਲ ਮੰਨ ਲਈ ਤੇ ਨਾਲ ਪਰਿਕਰਮਾ ਕਰਨ ਲੱਗ ਗਿਆ ਉਸ ਡੈਡ ਬੋਡੀ ਦੇ। ਮਹਾਰਾਜ ਕਹਿੰਦੇ ਕਿਉਂ? ਹੁਣ ਕਿੱਥੇ ਗਈ ਤੇਰੀ ਸਿੱਖੀ? ਖਾ ਹੁਣ, ਜੇ ਤੂੰ ਮੇਰਾ ਸਿੱਖਾਂ ਖਾ। ਤੇ ਭਾਈ ਲਹਿਣਾ ਕਹਿੰਦਾ ਮੈਂ ਪੁੱਛਣਾ ਚਾਹੁੰਦਾ ਮੈਂ ਕਿਹੜੇ ਪਾਸੇ ਤੋਂ ਖਾਵਾਂ? ਸਿਰ ਪਾਸੇ ਖਾਵਾਂ ਜਾਂ ਪੈਰਾਂ ਪਾਸੇ ਖਾਵਾਂ? ਤਾਂ ਮਹਾਰਾਜ ਨੇ ਉਸ ਵੇਲੇ ਕਿਹਾ, ਕਹਿੰਦੇ ਪੈਰਾਂ ਪਾਸੋਂ ਖਾ। ਕੀ ਹੋਇਆ ਨਾ, ਭਾਈ ਲਹਿਣਾ ਆਪ ਦੱਸਦਾ ਇਹ ਗੱਲ। ਬਾਅਦ ਵਿੱਚ ਭਾਈ ਬਾਲੇ ਜੀ ਨੂੰ ਕਹਿੰਦਾ ਨਾ, ਮੈਂ ਜਦੋਂ ਗੁੱਠਾ ਪਾਇਆ ਨਾ ਮਰੇ ਹੋਏ ਬੋਡੀ ਦਾ ਆਪਣੇ ਮੂੰਹ ਦੇ ਵਿੱਚ ਖਾਣ ਵਾਸਤੇ, ਟੂ ਬਾਈਟ, ਹੀ ਪੁੱਟ ਦ ਟੋ, ਦ ਫੁੱਟ ਟੋ ਜੋ ਮੂੰਹ ਚ ਲਈ, ਕਹਿੰਦਾ ਮੈਂ ਦੱਬੀ, ਕਹਿੰਦਾ ਮੈਨੂੰ ਮਿੱਠਾ ਲੱਗਿਆ, ਉਹਦੇ ਵਿੱਚ ਮੈਨੂੰ ਮਿਠਾਸ ਮਿਲੀ। ਤੇ ਦੇ ਜਿਹੜਾ ਹਨ ਭਾਈ ਲਹਿਣੇ ਨੂੰ ਫਿਰ ਕੀ ਸਵਾਦ ਆਇਆ ਕਿ ਉਹ ਸਾਰੇ ਹੀ ਕੜਾ ਪ੍ਰਸ਼ਾਦ ਬਣ ਗਿਆ, ਜਿਵੇਂ ਭਾਈ ਲਹਿਣਾ ਕੜਾ ਪ੍ਰਸ਼ਾਦ ਖਾਂਦਾ ਹੁੰਦਾ। ਗੁਰੂ ਮਹਾਰਾਜ ਨੇ ਫਿਰ ਜੱਫੀ ਪਾਈ ਭਾਈ ਲਹਿਣੇ ਜੀ ਨੂੰ। ਦੇਖੋ ਉਹਨਾਂ ਦਾ ਫੇਥ ਨਹੀਂ ਗਿਆ, ਉਹਨਾਂ ਦਾ ਫੇਥ ਨਹੀਂ ਗਿਆ, ਉਹ ਫੇਥ ਰਿਹਾ। ਸੋ ਕਹਿੰਦੇ ਦੇਖੋ ਨਾ, ਗੁਰੂ ਨਾਨਕ ਅੱਗੇ ਕਿੰਨੇ ਹਜ਼ਾਰਾਂ ਸਿੱਖ ਗੁਰੂ ਨਾਨਕ ਦੇ ਬਣੇ, ਪਰ ਗੁਰੂ ਨਾਨਕ ਨੂੰ ਕੌਣ ਪਸੰਦ ਆਇਆ? ਲਹਿਣਾ ਆਇਆ। ਕਿਉਂ? ਨਿਵ ਚੱਲੈ ਸੋ ਗੁਰੂ ਪਿਆਰਾ। ਦੇਖੋ ਗੁਰੂ ਅੰਗਦ ਦੇਵ ਜੀ ਕੋਲ ਕਿੰਨੇ ਸਿੱਖ ਸੀਗੇ। ਗੁਰੂ ਅਮਰਦਾਸ ਜੀ ਆਏ, ਉਹਨਾਂ ਨੇ ਕਿੰਨੀ ਸੇਵਾ ਕੀਤੀ, ਨੀਵੇਂ ਹੋ ਕੇ ਕੀਤੀ। ਲੋਕਾਂ ਨੇ ਗਾਲਾਂ ਵੀ ਕੱਢੀਆਂ, ਕਹਿੰਦੇ ਕੁੜਮਾ, ਯੂ ਨੋ, ਬਿਕਾਜ਼ Guru Amar Das ji da Patija was married to the daughter of Guru Angad Dev ji. So that means he was a boy side, Kodma, you know. And yet he left everything behind. Guru Amar Das ne aake seva ki the, and he was in his old age, 72 years old. Desi ji to aaye. The time he became a guru was 84 years old. 12 years he did seva starting from age of 72. ਤੇ ਲੋਕਾਂ ਨੇ ਗਾਲਾਂ ਕੱਢਣੀਆਂ, ਕਹਿੰਦੇ ਗਰੀਬ ਜਾ ਤੁਰਿਆ ਫਿਰਦਾ, ਪਾਟੇ ਕੱਪੜੇ ਪਾਏ ਹੋਇਆ, ਗੁੜਮਾਂ ਦੇ ਘਰ ਬੈਠਾ, ਘਰੋਂ ਕੱਢਤਾ, ਐਂਡ ਆਲ ਦਿਸ ਥਿੰਗਸ। ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ, ਸੇਵਾ ਕਰੀ। ਗੁਰੂ ਅੰਗਦ ਦੇਵ ਜੀ ਨੇ ਵੀ ਉਹਨਾਂ ਨੂੰ ਬੁਲਾਉਣਾ ਨਹੀਂ, ਬੋਲੇ ਨਹੀਂ ਉਹਨਾਂ ਦੇ ਨਾਲ, 12 ਸਾਲ ਬੋਲੇ ਵੀ ਨਹੀਂ ਗੁਰੂ ਅਮਰਦਾਸ ਜੀ ਦੇ ਨਾਲ। ਫਿਰ ਵੀ ਉਹਨਾਂ ਨੇ ਸੇਵਾ ਕੀਤੀ। ਨਿਭ ਚੱਲੈ ਸੋ ਗੁਰੂ ਪਿਆਰਾ। ਗੁਰੂ ਗੱਦੀ ਦੇਣ ਲੱਗੇ, ਫਿਰ ਕਿਹਨੂੰ ਕੀਤਾ? ਗੁਰੂ ਅਮਰਦਾਸ ਜੀ ਨੂੰ ਗੱਦੀ। The lower you go, the more you are beloved by the Guru। ਮਹਾਰਾਜ ਤਾਂ ਨੀਵੇਂ ਹੀ ਚੰਗੇ ਲੱਗਦੇ ਆ। ਸੋ ਹੁਣ ਅੱਗੇ ਚੱਲੀਏ, ਕਹਿੰਦੇ ਗੁਰੂ ਅਰਜਨ ਦੇਵ ਜੀ ਕੋਲ ਹੁਣ ਇਹ ਸਾਖੀ ਆਉਂਦੀ ਹੈ ਸਿੱਖਾਂ ਦੀ ਭਗਤਮਾਲ। ਸਿੱਖਾਂ ਦੀ ਭਗਤਮਾਲ is based on ਭਾਈ ਗੁਰਦਾਸ ਦੀ 11ਵੀਂ ਵਾਰ, the war number 11, but the meanings of this war is written by ਭਾਈ ਮਨੀ ਸਿੰਘ ਜੀ ਸ਼ਹੀਦ। Okay, so he has written the meanings of 11ਵੀਂ ਵਾਰ। ਇਹਦਾ ਨਾਮ ਗ੍ਰੰਥ ਦਾ ਹੈਗਾ ਸਿੱਖਾਂ ਦੀ ਭਗਤਮਾਲ। ਹੁਣ ਸਿੱਖਾਂ ਦੀ ਭਗਤਮਾਲ 'ਚ ਇਹ ਸਾਖੀ ਆਉਂਦੀ ਹੈ, ਕਹਿੰਦੇ ਭਾਈ ਲਾਲੂ, ਭਾਈ ਹਰਦਾਸ ਜਿਹੜੇ ਹਨ, ਭਾਈ ਬਾਲੂ ਤੇ ਭਾਈ ਪਿਆਰਾ ਜੀ, ਇਹ 4 ਗੁਰਸਿੱਖ ਜੋ ਬ੍ਰਾਹਮਣ ਜਾਤੀ ਵਿੱਚੋਂ ਸੀਗੇ, ਪੰਜਾਬੀ ਬ੍ਰਾਹਮਣ, ਇਹ ਮਹਾਰਾਜ ਕੋਲ ਆਏ। ਹੁਣ ਇਹਨਾਂ ਨੇ ਮਹਾਰਾਜ ਕੋਲ ਕਿਹਾ, ਪਾਤਸ਼ਾਹ ਜੀ ਸਾਡਾ ਉਦਾਰ, ਸਾਡਾ ਲਿਬਰੇਸ਼ਨ ਕਿਵੇਂ ਹੋਵੇਗਾ? ਹੁਣ ਇੱਥੇ ਸਿੱਖਾਂ ਦੀ ਭਗਤਮਾਲ ਵਿੱਚ ਆਉਂਦਾ ਹੈ, ਤਾਂ ਬਚਨ ਹੋਆ ਹਰ ਕਿਸੇ ਨਾਲ ਹੱਸ ਕੇ ਮਿਲਣਾ। ਦੇਖੋ ਮਹਾਰਾਜ ਕਹਿੰਦੇ ਹੱਸ ਕੇ ਮਿਲਣਾ। ਗੁਰੂ ਅਰਜਨ ਦੇਵ ਜੀ ਕਹਿੰਦੇ ਜਿਹੜਾ ਵੀ ਕੋਈ ਤੁਹਾਨੂੰ ਮਿਲੇ ਤੁਸੀਂ ਹੱਸ ਕੇ ਮਿਲਣਾ, ਪਿਆਰ ਨਾਲ ਮਿਲਣਾ ਸਾਰਿਆਂ ਨੂੰ, ਤੇ ਮਿੱਠਾ ਬੋਲਣਾ। ਕਹਿੰਦੇ ਹਰ ਇੱਕ ਨਾਲ ਮਿੱਠਾ ਬੋਲਣਾ। ਫਿਰ ਤੇ ਵੰਡ ਖਾਵਣਾ, ਵੰਡ ਕੇ ਛਕਣਾ, ਕੱਲਿਆਂ ਨੇ ਨਹੀਂ ਖਾਣਾ। ਓਕੇ, ਤੁਸੀਂ ਦੇਖੋ ਕ੍ਰਿਸ਼ਨ ਭਗਵਾਨ ਜਿਹੜਾ ਹੋਇਆ ਨਾ, ਕਹਿੰਦੇ ਉਹਦਾ ਇੱਕ ਜਿਹੜਾ ਸੀਗਾ, ਉਹਦਾ ਇੱਕ ਫਰੈਂਡ ਸੀਗਾ, ਚਾਈਲਡਹੁੱਡ ਫਰੈਂਡ। ਸੋ ਚਾਈਲਡਹੁੱਡ ਫਰੈਂਡ ਸੀਗਾ, ਮੈਂ ਸਾਖੀ ਛੋਟੀ ਕਰਕੇ ਦੱਸਣੀ ਆ।
ਉਹਦਾ ਚਾਈਲਡਹੁੱਡ ਫਰੈਂਡ ਸੀਗਾ ਤੇ ਉਹ ਜਿਹੜਾ ਸੀਗਾ ਇੱਕ ਦਿਨ ਕ੍ਰਿਸ਼ਨ ਜਿਹੜਾ ਸੀਗਾ ਉਹਦੇ ਗੁਰੂ ਨੇ ਕਿਹਾ ਜਾ ਕੇ ਲੱਕੜਾਂ ਲੈ ਕੇ ਆਓ। ਇਹਦੇ ਹੱਥ ਵਿੱਚ ਨਾ ਚੌਲ ਸੀ, ਘਰੋਂ ਲੈ ਕੇ ਆਇਆ ਇਹਦਾ ਫਰੈਂਡ ਜਿਹੜਾ ਸੀਗਾ। ਸੋ ਇਹਦਾ ਨਾਂ ਸੀ ਸੁਦਾਮਾ। ਇਹ ਲੈ ਕੇ ਆਇਆ ਆਪਣੀ ਜੇਬ 'ਚ ਰੱਖੇ ਤੇ ਇਹ ਲੱਕੜਾਂ ਲੈਣ ਚਲੇ ਗਏ। ਲੱਕੜਾਂ ਲੈਂਦੇ ਲੈਂਦੇ ਨਾ ਕਾਫੀ ਚਿਰ ਹੋ ਗਿਆ ਤੇ ਉੱਥੇ ਬਹੁਤ ਠੰਡ ਹੋ ਗਈ। ਕ੍ਰਿਸ਼ਨ ਤੇ ਸੁਦਾਮਾ ਬੈਠੇ। ਕ੍ਰਿਸ਼ਨ ਨੇ ਕੀ ਕੀਤਾ ਨਾ, ਆਪਣੀ ਜੇਬ ਵਿੱਚੋਂ ਚੌਲ ਕੱਢੇ, ਸੁੱਕੇ ਹੋਏ ਚੌਲ ਨਹੀਂ ਹੁੰਦੇ, ਉਹ ਕੱਢ ਕੇ ਨਾ ਹੌਲੀ ਹੌਲੀ ਖਾਣ ਲੱਗ ਗਿਆ। ਤੇ ਕ੍ਰਿਸ਼ਨ ਕੋਲੇ ਬੈਠਾ ਸੀਗਾ, ਹੁਣ ਉਹਨੂੰ ਵੀ ਭੁੱਖ ਲੱਗੀ ਹੋਈ ਸੀ। ਉਹ ਕਹਿੰਦਾ ਸੁਦਾਮਿਆ ਤੇਰਾ ਮੂੰਹ ਵੱਜ ਰਿਹਾ, ਤੂੰ ਕੁਝ ਖਾ ਰਿਹਾ? ਕਹਿੰਦਾ ਨਹੀਂ, ਮੈਂ ਨਾ ਮੈਨੂੰ ਸ਼ਿਵਰਿੰਗ ਹੋ ਰਹੀ ਹੈ, ਮੇਰੇ ਦੰਦ ਵੱਜ ਰਹੇ ਆ, ਮੈਂ ਖਾ ਨਹੀਂ ਰਿਹਾ, ਮੇਰੇ ਦੰਦ ਵੱਜ ਰਿਹਾ। ਹੀ ਡਿਡਨਟ ਵਾਂਟ ਟੂ ਸ਼ੇਅਰ। ਉਹ ਇਕੱਲਾ ਹੀ ਖਾ ਗਿਆ। ਤੇ ਕ੍ਰਿਸ਼ਨ ਭਗਵਾਨ ਦੇ ਮੂੰਹ ਚੋਂ ਨਿਕਲਿਆ ਆ, ਕਹਿੰਦੇ ਇੰਨੇ ਕੁ ਚੌਲ ਤੇਰੇ ਕੋਲ ਹੈਗੇ, ਉਹ ਨਹੀਂ ਤੂੰ ਵੱਢ ਕੇ ਜਾ ਕੰਗਾਲ, ਤੂੰ ਕੰਗਾਲ ਰਹੇਗਾ। ਉਹਨਾਂ ਨੇ ਕਹਿ ਦਿੱਤਾ ਕ੍ਰਿਸ਼ਨ ਕੀ ਹੋਇਆ, ਵਿਚਾਰਾ ਗਰੀਬ ਹੋ ਗਿਆ, ਬਹੁਤ ਗਰੀਬ, ਕੁਛ ਨਹੀਂ ਸੀਗਾ ਉਹਦੇ ਘਰ ਵਿੱਚ। ਸੋ ਜੋ ਕ੍ਰਿਸ਼ਨ ਭਗਵਾਨ ਰਾਜਾ ਬਣ ਗਿਆ ਨਾ, ਤੇ ਇਹਦੀ ਘਰਵਾਲੀ ਇੱਕ ਦਿਨ ਸੁਦਾਮੇ ਨੂੰ ਕਹਿੰਦੀ ਤੇਰਾ ਫਰੈਂਡ ਜਿਹੜਾ ਚਾਈਲਡਹੁੱਡ ਫਰੈਂਡ ਆ ਉਹ ਤਾਂ ਕ੍ਰਿਸ਼ਨ ਆ, ਵੱਡਾ ਰਾਜਾ ਬਣ ਗਿਆ, ਤੂੰ ਉਹਨੂੰ ਕਹਿ ਤੈਨੂੰ ਥੋੜਾ ਪੈਸੇ ਪੂਸੇ ਦੇ ਦੇਵੇ, ਇਹਨੂੰ ਘਰ ਘੁਰ ਬਣਾ ਦੇਵੇ ਆਪਣਾ। ਤੇ ਇਹ ਜਿਹੜਾ ਸੀ ਨਾ ਸੁਦਾਮਾ ਚੱਲ ਕੇ ਜਾਂਦਾ, ਬਹੁਤ ਵਾਰੀ ਇਹਨੂੰ ਕਿਹਾ, ਫਿਰ ਅਖੀਰ ਤੇ ਨਾ ਇੱਕ ਦਿਨ ਮੰਨ ਗਿਆ। ਕਹਿੰਦਾ ਮੈਂ ਜਾ ਕੇ, ਉਹਨੂੰ ਸ਼ਰਮ ਆਉਂਦੀ ਸੀ ਨਾ ਕ੍ਰਿਸ਼ਨ ਭਗਵਾਨ ਕੋਲ ਜਾਣ ਤੋਂ, ਤੇ ਤੁਰ ਪਿਆ, ਕਹਿੰਦਾ ਚਲੋ ਮੈਂ ਦੇਖ ਆਉਂਦਾ। ਗਿਆ ਨਾ ਕ੍ਰਿਸ਼ਨ ਭਗਵਾਨ ਦੇ, ਜਾ ਕੇ ਉੱਥੇ ਮੂਹਰੇ ਖੜ ਗਿਆ ਦਰਵਾਜ਼ੇ ਦੇ ਗੱਡ ਨੂੰ ਕਿਹਾ, ਕਹਿੰਦਾ ਕ੍ਰਿਸ਼ਨ ਨੂੰ ਕਹੋ ਉਹਦਾ ਜਿਹੜਾ ਹੈ ਲੰਗੋਟੀ ਯਾਰ ਕਹਿੰਦੇ ਹੁੰਦੇ ਆ, ਜਿਹੜਾ ਛੋਟਾ ਫਰੈਂਡ ਹੋਏ ਨਾ ਪਹਿਲਾਂ ਤੋਂ, ਲੰਗੋਟੀ ਯਾਰ। ਕਹਿੰਦਾ ਮੈਂ ਤਾਂ ਲੰਗੋਟੀ ਯਾਰ ਆ ਗਿਆ ਤੇ ਕਹਿੰਦਾ ਮੇਰਾ ਨਾਮ ਸੁਦਾਮਾ ਹੈ, ਜਾ ਕੇ ਕ੍ਰਿਸ਼ਨ ਨੂੰ ਦੱਸ ਦਿਓ। ਕ੍ਰਿਸ਼ਨ ਨੇ ਸੁਣਿਆ, ਕਹਿੰਦਾ ਉਹ ਸੁਦਾਮਾ ਆਇਆ ਹੈ। ਉਹ ਭੱਜਿਆ ਆਇਆ, ਲੈ ਕੇ ਜਿਹੜਾ ਹਣ ਪੈਰ ਇਹਦੇ ਧੋ ਕੇ ਕ੍ਰਿਸ਼ਨ ਨੇ ਪੀਤੇ। ਕਹਿੰਦੇ ਸੁਦਾਮਾ ਆ ਜਾ। ਬੜੇ ਸਤਿਕਾਰ ਨਾਲ ਲੈ ਕੇ ਆਪਣੇ ਤਖਤ ਤੇ ਥਰੋਨ ਤੇ ਬਿਠਾਤਾ ਕਿ ਕਹਿੰਦੇ ਸੁਦਾਮਿਆ ਦੱਸ ਕਿਵੇਂ ਆਇਆ। ਤੇ ਉਹ ਵਿਚਾਰਾ ਡਰਦਾ ਹੋਇਆ ਥੋੜੇ ਚੌਲ ਜੇ ਲੈ ਕੇ ਆਇਆ ਘਰੋਂ। ਕਹਿੰਦਾ ਵੀ ਮੈਂ ਲੈ ਕੇ ਕੀ ਜਾਣਾ, ਖਾਲੀ ਹੱਥ ਤਾਂ ਨਹੀਂ ਜਾਣਾ। ਥੋੜੇ ਜਿਹੇ ਘਰ ਤੋਂ ਚੌਲ ਬਣਾ ਕੇ ਲਿਆਇਆ, ਉਹਨੂੰ ਲਿਆ ਕੇ ਕ੍ਰਿਸ਼ਨ ਨੂੰ ਦਿੱਤੇ ਨਾ। ਕ੍ਰਿਸ਼ਨ ਨੇ ਹੱਥ ਵਿੱਚ ਲੈ ਕੇ ਨਾ ਖਾਣ ਲੱਗਿਆ ਨਾ, ਕਹਿੰਦਾ ਸੁਦਾਮਿਆ ਤੈਨੂੰ ਪਤਾ ਮੈਂ ਕਿੰਨੇ ਸਾਲ ਡਿੱਕਿਆ ਤੇਰੇ ਚੌਲ ਖਾਣ ਨੂੰ, ਉਦੋਂ ਤੂੰ ਉੱਥੇ ਮੈਨੂੰ ਝੂਠ ਬੋਲਿਆ ਸੀ ਨਾ, ਤੂੰ ਚੌਲ ਖਾਦੇ, ਉਦੋਂ ਦਾ ਮੇਰਾ ਜੀਅ ਕਰਦਾ ਸੀ ਤੇਰੇ ਚੌਲ ਖਾਣ ਨੂੰ, ਕਹਿੰਦਾ ਤੂੰ ਅੱਜ ਲੈ ਕੇ ਆਇਆ ਮੇਰੇ ਵਾਸਤੇ। ਸੋ ਖਾ ਲਏ ਕ੍ਰਿਸ਼ਨ ਨੇ ਸੁੱਕੇ ਜਿਹੇ ਚੌਲ। ਤਾਂ ਵਿਚਾਰਾ ਦੰਦਾ ਵੀ ਡਰਦਾ ਸੀਗਾ ਨਾ ਵੀ ਸੁੱਕੇ ਜਿਹੇ ਚੌਲ ਕਿੱਥੇ ਖਾਣੇ ਨੇ। ਸੋ ਖਾ ਲਏ। ਸੋ ਸੁਦਾਮੇ ਨੂੰ ਆਪਣੇ ਕੋਲ ਰੱਖਿਆ ਤੇ ਸੁਦਾਮਾ ਕੁਝ ਮੰਗ ਨਾ ਸਕਿਆ, ਉਹਨੂੰ ਸ਼ਰਮ ਆਉਂਦੀ ਸੀਗੀ, ਕੁਝ ਨਾ ਮੰਗ ਸਕਿਆ। ਕੁਝ ਕੁ ਦਿਨ ਉੱਥੇ ਰੱਖਿਆ, ਫਿਰ ਵਾਪਸ ਚਲਿਆ ਗਿਆ। ਤੇ ਸੁਦਾਮਾ ਜਾਂਦਾ ਹੋਇਆ ਸੋਚਦਾ ਨਾ, ਮੈਂ ਕੀ ਘਰ ਵਾਲੀ ਨੂੰ ਦੱਸੂਗਾ, ਮੈਂ ਜਾ ਕੇ ਵੀ ਆ ਗਿਆ, ਕੁਝ ਲੈ ਕੇ ਵੀ ਨਹੀਂ ਆਇਆ, ਘਰ ਵਾਲੇ ਨੇ ਤਾਂ ਗਾਲਾਂ ਹੀ ਕੱਢਣੀਆਂ ਮੈਨੂੰ ਘਰ ਜਾ ਕੇ ਹੁਣ। ਤੇ ਕੀ ਹੋਇਆ, ਜਦੋਂ ਘਰ ਗਿਆ ਉੱਥੇ ਦੇਖਿਆ ਵੱਡਾ ਘਰ ਪਿਆ ਹੋਇਆ, ਘਰ ਵਾਲੀ ਸਜੀ ਤਜੀ ਫਿਰੇ, ਇੰਨਾ ਪੈਸਾ। ਕ੍ਰਿਸ਼ਨ ਨੇ ਪਹਿਲਾਂ ਉਹਦਾ ਘਰ ਬਣਵਾਤਾ ਜਾ। ਸੋ ਕਹਿੰਦੇ ਆ ਨਾ, ਦੇਖੋ ਇਹ ਸਾਰੀ ਗੱਲ ਆ ਨਾ, ਕਹਿੰਦੇ ਦੇਖੋ ਵੰਡ ਛਕਣਾ, ਇਹ ਵੰਡ ਛਕਣਾ ਇਸ ਕਰਕੇ ਬਹੁਤ ਜ਼ਰੂਰੀ ਹੈ। ਦੇਖੋ ਉਹਦਾ ਜੇ ਸੁਦਾਮੀ ਦਾ ਸੀ, ਸਾਰੀ ਕੰਗਾਲਤਾ ਉਹਦੇ ਬਚਨ ਸੀਗੇ ਕ੍ਰਿਸ਼ਨ ਦੇ, ਵੀ ਤੂੰ ਕੰਗਾਲ ਰਹੇਗਾ। ਜਦੋਂ ਉਹਨੇ ਆ ਕੇ ਚੌਲ ਛਕਾਤੇ, ਉਹ ਜਿਹੜਾ ਹੈ ਉਹਦੇ ਬਚਨ ਹਟ ਗਏ ਤੇ ਉਹ ਧਨੀ ਬਣ ਗਿਆ। ਸੀ ਇਟਸ ਜਸਟ ਲਾਈਕ ਦੈਟ। ਸੋ ਤਾਂ ਹੀ ਮਹਾਰਾਜ ਕਹਿੰਦੇ ਹਮੇਸ਼ਾ ਵੰਡ ਛਕਣਾ ਚਾਹੀਦਾ ਹੈ। ਤੇ ਦੂਜਾ ਜਿਹੜਾ ਹੈ ਨਿਵ ਚੱਲਣ। ਹੁਣ ਨਿਵ ਚੱਲਣਾ, ਦੇਖੋ ਇੱਥੇ ਇੱਕ ਬਚਨ ਹੋਇਆ, ਗੁਰੂ ਅਰਜਨ ਦੇਵ ਜੀ ਨੇ ਕਿਹਾ ਕਿ ਮਿੱਠਾ ਬੋਲਣ, ਨਿਵ ਚੱਲਣ, ਹੱਥੋਂ ਵੀ ਕੁਝ ਦੇਣ। ਦੇਖੋ ਨਾ, ਨੀਵਾਂ ਜਿਹੜਾ ਮਿੱਠਾ ਬੋਲਣਾ, ਨੀਵਾਂ ਚੱਲਣਾ, ਹੱਥੋਂ ਦੇਣਾ, ਦਾਨ ਦੇਣਾ। ਦੇਖੋ ਜਿਹੜਾ ਤੁਹਾਡੇ ਕੋਲ ਪੈਸਾ ਪਿਆ ਨਾ, ਇਹ ਤੁਹਾਡਾ ਨਹੀਂਗਾ, ਇਹ ਰੱਬ ਨੇ ਤੁਹਾਨੂੰ ਦਿੱਤਾ। when you share it becomes a charity, it becomes donation। ਤੁਹਾਨੂੰ ਕੀ ਮਿਲਦਾ ਹੈ? ਫਲ ਮਿਲਦਾ। ਜਿਹੜੀ ਚੀਜ਼ ਤੁਹਾਡੀ ਵੀ ਨਹੀਂ ਹੈ, ਤੁਹਾਨੂੰ ਲੱਗਦਾ ਹੀ ਹੈ ਤੁਹਾਡੀ ਹੈ, ਪਰ ਤੁਹਾਡੀ ਵੀ ਨਹੀਂ ਹੈ ਇਹ। ਓਕੇ, ਯੂ ਸੀ ਦ ਟ੍ਰਿਕ। ਫੇਰ ਕੀ ਹੁੰਦਾ ਹੈ, ਕਹਿੰਦੇ ਰੱਬ ਤਿਨਾਂ ਦੀ ਬੁਕਲੀ ਜੰਗਲ ਕਿਆ ਟੁੰਡੇ। ਕਹਿੰਦੇ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਹੜਾ ਮਿੱਠਾ ਬੋਲਦਾ ਹੈ, ਨੀਵਾਂ ਚੱਲਦਾ ਹੈ, ਹੱਥੋਂ ਕੁਝ ਦੰਦਾ, ਕਿਸੇ ਨੂੰ ਡੋਨੇਟ ਕਰਦਾ ਹੈ, ਕਹਿੰਦੇ ਰੱਬ ਨਾ ਉਹਨਾਂ ਦੇ ਇੱਥੇ ਆ। they don't have to go to the forest to search for it। ਰੱਬ ਉਹਨਾਂ ਦੇ ਇੱਥੇ ਆ ਗਿਆ, ਉਹਨਾਂ ਦੇ ਬੁਕਲ 'ਚ ਆ ਗਿਆ, ਰੱਬ ਉਹਨਾਂ ਦੇ ਨਾਲ ਹੀ ਹੈ। ਜਿਹੜਾ ਕੋਈ 3 ਬਚਨ ਕਮਾ ਲਵੇ, ਸੀ ਹਾਊ ਈਜ਼ੀ। ਆਪਾਂ ਕਹਿੰਦੇ ਆ ਨਾ ਰੱਬ ਕਿੱਥੇ ਆ, ਰੱਬ ਕਿਤੇ, ਕਰਕੇ ਦੇਖ ਲਓ। ਕਹਿੰਦੇ ਜਿਹੜਾ ਹਾਂ ਰੱਬ ਤਿਨਾਂ ਦੀ ਬੁਕਲੀ, ਬੁਕਲ ਵਿੱਚ ਉਹਨਾਂ ਦੇ ਰੱਬ ਆ ਗਿਆ। ਜੰਗਲਾਂ ਵਿੱਚ ਕੀ ਲੱਭਦੇ ਫਿਰਦੇ ਹੋ। ਓਕੇ, ਸੋ ਅਗਲਾ ਦੇਖੋ, ਭਾਈ ਗੁਰਦਾਸ ਜੀ ਨੇ ਇੱਥੇ ਆਪਾਂ ਨੂੰ ਸਮਝਾਇਆ। ਵੈਰੀ ਨਾਈਸ ਐਗਜ਼ਾਮਪਲ ਹੈ ਇਹ ਜਿਹੜਾ ਹੈ ਭਾਈ ਗੁਰਦਾਸ ਨੇ। ਕਹਿੰਦੇ ਸਲਲ ਸੁਭਾਵ ਜੈਸੇ ਨਿਵਨ ਗਵਨ ਗਨ। ਓਕੇ, ਜਿਹੜਾ ਸੁਣਨ ਵਾਲਾ ਹੈ, ਕਹਿੰਦੇ ਦੇਖੋ ਨਾ, ਪਾਣੀ ਦਾ ਸੁਭਾਅ, ਜਿਹੜਾ ਪਾਣੀ ਦਾ ਕੈਰੈਕਟਰਿਸਟਿਕਸ ਕੀ ਆ, ਉਹ ਪਾਣੀ ਹਮੇਸ਼ਾ ਨੀਵੇਂ ਥਾਂ ਨੂੰ ਜਾਂਦਾ ਹੈ। it will flow to the lowest point and it will keep on flowing as long as there is a place lower than the water level। ਜਿੱਥੇ ਵੀ ਹੈ ਪਾਣੀ ਨੇ ਚੱਲਣਾ ਹੀ ਚੱਲਣਾ। ਦੇਖੋ ਸਿੰਚਿਤ ਉਪਬਨ ਬਿਰਵਾ ਲਗਾਏ ਕੈ। ਹੁਣ ਇਹ ਪਾਣੀ ਨੂੰ ਦੇਖੋ ਨਾ, ਓਪਨ ਯੋਰ ਮਾਈਂਡ ਅ ਬਿਟ, ਇਹ ਗੱਲ ਨੂੰ ਸਮਝਿਓ। ਇਹ ਪਾਣੀ ਜਾਂਦਾ ਹੈ ਤੇ ਇੱਥੇ ਇੱਕ ਬ੍ਰਿਚ ਟਰੀ ਆ ਗਿਆ, ਟਰੀ ਆ। ਹੁਣ ਇਹ ਟਰੀ ਨੂੰ ਪਾਣੀ ਮਿਲਦਾ ਹੈ, ਰਾਈਟ।
ਨਾ ਪਾਣੀ ਜਿਹੜਾ ਟਰੀ ਨੂੰ ਮਿਲਿਆ ਉਹ ਪਾਣੀ ਟਰੀ ਦੇ ਨਾਲ ਲੱਗ ਕੇ ਬਿਕੋਜ਼ ਉਹ ਐਬਜ਼ੌਰਬ ਕਰਦੀ ਹੈ ਨਾ ਰੂਟਸ ਉਹ ਪਾਣੀ ਨੂੰ, ਉਹਨੇ ਐਬਜ਼ੌਰਬ ਕਰਕੇ ਅ ਸਰਟਨ ਕੁਆਂਟੀਟੀ ਆਫ ਵਾਟਰ, ਉਹਨੇ ਉਹ ਪਾਣੀ ਉੱਤੇ ਨੂੰ ਚੜ ਜਾਣਾ ਨਾ। ਪਾਣੀ ਦਾ ਸੁਭਾਅ ਆ ਨੀਵਾਂ ਜਾਣਾ, ਪਰ ਜਦੋਂ ਦਰਖਤ ਉਹਨੂੰ ਆਪਣੇ ਜੜ੍ਹਾਂ ਨਾਲ ਖਿੱਚਦਾ ਉਹ ਪਾਣੀ ਉੱਤੇ ਚਲ ਜਾਂਦਾ, ਉਹ ਦਰਖਤ ਨਾਲ ਵੱਡਾ ਹੁੰਦਾ ਹੈ। ਕਰੈਕਟ? ਸੋ ਪਾਣੀ ਨਾਲ ਉਹ ਦਰਖਤ ਵੱਡਾ ਹੁੰਦਾ ਹੈ। ਤਾਂ ਹੀ ਕਹਿੰਦੇ ਬਿਰਵਾ ਲਗਾਏ ਕੈ ਜਲ ਮਿਲ ਬਿਰਖੈ ਕਰਤ ਉਰਦ ਤਪ। ਹੁਣ ਦੇਖੋ ਇਹ ਪਾਣੀ ਜਿਹੜਾ ਨੀਵਾਂ ਜਾਣਾ ਪੁੱਠਾ ਤਪ ਇਹਨੇ ਕੀਤਾ, ਉੱਤੇ ਨੂੰ ਗਿਆ। ਨਾਓ ਜਸਟ ਟੇਕ ਇਟ, ਨੀਵਾਂ ਜਾਣਾ ਨਿਮਰਤਾ, ਉੱਤੇ ਜਾਣਾ ਹੰਕਾਰ। ਕਰੈਕਟ? ਹੁਣ ਕਹਿੰਦੇ ਪਾਣੀ ਵੀ ਉੱਤੇ ਗਿਆ ਅਗੇਂਸਟ ਦ ਕੈਰੈਕਟਰਿਸਟਿਕਸ, ਉਹਦੇ ਆਪਣੇ ਕੈਰੈਕਟਰਿਸਟਿਕ ਤੋਂ ਉਲਟ ਉਹ ਪਾਣੀ ਉੱਤੇ ਚੜਿਆ ਦਰਖਤ ਦੇ। ਪਰ ਉੱਤੇ ਕਿਉਂ ਚੜਿਆ? ਕਹਿੰਦੇ ਸਾਖਾ ਨਏ ਸਫਲ ਹੋਏ ਚੁੱਕ ਰਹੇ ਆਏ ਕੈ। ਕਹਿਣਗੇ ਉਹ ਪਾਣੀ ਫਿਰ ਉੱਤੇ ਜਾ ਕੇ ਉਹ ਦਰਖਤ ਦੀਆਂ ਬ੍ਰਾਂਚਸ ਬਣੀਆਂ, ਉਹ ਦਰਖਤ ਦੀਆਂ ਬ੍ਰਾਂਚਸ ਆ ਗਈਆਂ। ਰਾਈਟ? ਹੁਣ ਬ੍ਰਾਂਚਸ ਆ ਗਈਆਂ, ਜਿੰਨੀ ਬ੍ਰਾਂਚ ਲੰਮੀ ਹੋਗੀ ਉਨੀ ਨੀਵੀਂ ਜਾਂਦੀ ਜਾਊਗੀ, ਥੱਲੇ ਨੂੰ ਜਾਏਗੀ ਨਾ। ਕਰੈਕਟ? ਕਹਿੰਦੇ ਸਾਖਾ ਬਣ ਕੇ ਉਹ ਜਿਹੜਾ ਪਾਣੀ ਉਹ ਸਾਖਾਂ ਉਹਦੀਆਂ ਜਿਹੜੀਆਂ ਬ੍ਰਾਂਚਸ ਉਹ ਨੀਵੀਆਂ ਹੋ ਗਈਆਂ ਟੂਵਰਡਸ ਡਾਊਨ। ਹੁਣ ਇੱਥੇ ਐਗਜ਼ਾਮਪਲ ਕੀ ਬਣਦਾ ਹੈ? ਕਹਿੰਦੇ ਦੇਖੋ ਸਿੱਖ ਨਿਭ ਚੱਲਦਾ ਹੈ, ਪਾਣੀ ਵਾਂਗੋਂ ਨੀਵਾਂ ਜਾਂਦਾ, ਪਰ ਜਦੋਂ ਵੀ ਉਹਨੂੰ ਕੋਈ ਪੋਜੀਸ਼ਨ ਮਿਲਦੀ ਆ, ਕੋਈ ਉਹਨੂੰ ਪੈਸਾ ਮਿਲਦਾ ਹੈ, ਉਹਨੂੰ ਮਾਇਆ ਮਿਲਦੀ ਆ, ਉਹਦਾ ਰੁਤਬਾ ਉਹਦੀ ਸਟੇਟ ਵੱਡੀ ਹੁੰਦੀ ਆ, ਉਹਦਾ ਪੋਜੀਸ਼ਨ ਵੱਡਾ ਹੁੰਦਾ ਹੈ, ਉਹ ਕੀ ਕਰਦਾ ਹੈ? ਇਹ ਦਰਖਤ ਵਾਂਗੋਂ ਉੱਤੇ ਚੜ ਕੇ ਫਿਰ ਆਪਣੀਆਂ ਸਾਖਾਂ ਫਿਰ ਨੀਵੀਆਂ ਕਰਦਾ ਹੈ। ਵਾਈ ਹੀ ਡਸ ਦੈਟ? ਓਕੇ, ਨੈਕਸਟ ਲਾਈਨ ਆ। ਕਹਿੰਦੇ ਭਾਈ ਗੁਰਦਾਸ ਕਹਿੰਦੇ ਪਾਹਨ ਹਨਤ ਫਲਦਾਈ। ਹੁਣ ਦੇਖੋ ਜਦੋਂ ਉਹ ਸਾਖਾਂ ਨੀਵੀਆਂ ਹੋਰ ਵੀ ਕਿਉਂ ਹੁੰਦੀਆਂ? ਉਹਨੂੰ ਫਲ ਲੱਗ ਜਾਂਦੇ ਆ, ਫਰੂਟਸ। ਹੁਣ ਫਰੂਟਸ ਦੇ ਭਾਰ ਦੇ ਨਾਲ, ਵੇਟ ਦੇ ਨਾਲ ਸਾਖਾਂ ਨੀਵੀਆਂ ਹੋ ਜਾਂਦੀਆਂ। ਰਾਈਟ? the more fruits that the tree bears the lower it goes. Right? Alright? ਹੁਣ ਲੋਕ ਆਉਂਦੇ ਨੇ ਪੱਥਰ ਮਾਰਦੇ ਨੇ ਵੀ ਮੈਂ ਅੰਬ ਮਿਲ ਜਾਵੇ ਮੈਨੂੰ। ਰਾਈਟ? ਉਹ ਪੱਥਰ ਅੰਬ ਲੈਣ ਵਾਸਤੇ ਉਹ ਦਰਖਤ ਨੂੰ ਪੱਥਰ ਮਾਰਦੇ ਨੇ। ਹੁਣ ਉਹ ਦਰਖਤ ਕੀ ਕਰਦਾ ਹੈ? ਪੱਥਰ ਮਾਰੇ ਤੋਂ ਅੰਬ ਦਿੰਦਾ ਹੈ। people are throwing stones at the tree but it gives fruit. ਇੱਥੇ ਇੱਕ ਸਾਖੀ ਆਉਂਦੀ ਹੈ, ਕਹਿੰਦੇ ਮਹਾਰਾਜਾ ਰਣਜੀਤ ਸਿੰਘ ਇੱਕ ਦਿਨ ਇੱਕ ਪਿੰਡ ਦੇ ਕੋਲ ਲੰਘਦੇ ਸੀਗੇ। ਬੱਚੇ ਜਿਹੜੇ ਸੀ ਨਾ ਉਹ ਦਰਖਤ ਨੂੰ ਦੇਖ ਕੇ ਉਹਨੂੰ ਪੱਥਰ ਮਾਰਦੇ ਸੀਗੇ। ਸਡਨਲੀ ਮਹਾਰਾਜਾ ਰਣਜੀਤ ਸਿੰਘ ਉੱਧਰ ਦੀ ਲੰਘੇ, ਦ ਪੱਥਰ ਵੈਨ ਐਂਡ ਹਿਟ ਮਹਾਰਾਜਾ ਰਣਜੀਤ ਸਿੰਘ ਮੱਥਾ, ਇੱਥੇ ਆ ਕੇ ਵੱਜਿਆ ਪੱਥਰ। ਸੋ ਸਾਰੀਆਂ ਉਹਦੀਆਂ ਫੌਜਾਂ ਆਏ ਹੋ ਗਈਆਂ, ਕਹਿੰਦੇ ਮਹਾਰਾਜਾ ਦੇ ਪੱਥਰ ਵੱਜਿਆ। ਉਹਨਾਂ ਨੇ ਜਾ ਕੇ ਬੱਚੇ ਇਕੱਠੇ ਕਰ ਲਏ, ਇੱਕ ਦੋ ਦੇ ਚਪੇੜਾਂ ਵੀ ਲਾ ਦਿੱਤੀਆਂ ਆਉਂਦਿਆਂ ਹੋਇਆਂ ਵੀ ਤੁਸੀਂ ਇਹ ਕੀ ਕੀਤਾ, ਰਾਜੇ ਦੇ ਪੱਥਰ ਮਾਰਿਆ, ਤੁਸੀਂ ਇਕੱਠੇ ਕਰਕੇ ਲਿਆਂਦੇ। ਤੇ ਉਹ ਬੱਚੇ ਬਹੁਤ ਡਰੇ ਹੋਏ, ਸ਼ਿਵਰਿੰਗ ਸੀਗੇ। ਮਹਾਰਾਜਾ ਰਣਜੀਤ ਸਿੰਘ ਨੇ ਇਕੱਠੇ ਕਰਕੇ ਸਾਰਿਆਂ ਨੂੰ ਪੁੱਛਿਆ ਪੱਥਰ ਕਿਉਂ ਮਾਰ ਰਹੇ ਹੋ ਤੁਸੀਂ, ਮੈਨੂੰ ਪੱਥਰ ਕਿਉਂ ਮਾਰਿਆ? ਕਹਿੰਦੇ ਮਹਾਰਾਜਾ ਜੀ ਤੁਹਾਨੂੰ ਨਹੀਂ ਪੱਥਰ ਮਾਰਿਆ, ਅਸੀਂ ਦਰਖਤ ਨੂੰ, ਇਹ ਟਰੀ ਨੂੰ ਪੱਥਰ ਮਾਰਦੇ ਸੀ। ਉਹ ਕਹਿੰਦੇ ਪੱਥਰ ਕਿਉਂ ਮਾਰਦੇ ਹੋ ਦਰਖਤ ਨੂੰ? ਕਹਿੰਦੇ ਅੰਬ ਮਿਲਦੇ ਆ, ਅਸੀਂ ਫਰੂਟ ਲੈਣਾ ਸੀ ਇਹਦਾ, ਅਸੀਂ ਚੜ ਨਹੀਂ ਸਕਦੇ, ਵੀ ਕੈਨੋਟ ਕਲਾਈਮ, ਸੋ ਵੀ ਥਰੋ ਸਟੋਨ ਟੂ ਗੈਟ ਦ ਫਰੂਟ। ਸੋ ਕਹਿੰਦੇ ਇਹ ਪੱਥਰ ਗਲਤੀ ਨਾਲ ਤੁਹਾਡੇ ਲੱਗ ਗਿਆ। ਮਹਾਰਾਜਾ ਰਣਜੀਤ ਸਿੰਘ ਨੇ ਸੋਚਿਆ ਜੇ ਪੱਥਰ ਮਾਰ ਕੇ ਦਰਖਤ ਜਿਹੜਾ ਟਰੀ ਹੈ ਫਲ ਦਿੰਦਾ ਹੈ, ਅੱਜ ਤਾਂ ਇਹ ਪੱਥਰ ਇੱਕ ਮਹਾਰਾਜਾ ਨੂੰ ਲੱਗਿਆ। ਸੋ ਨੋ ਵਾਟ ਹੀ ਡਿਡ, ਹੀ ਆਨਰਡ them, each one of them was given one village। ਕਹਿੰਦੇ ਅੱਜ ਤੁਸੀਂ ਪੱਥਰ ਮਹਾਰਾਜੇ ਨੂੰ ਮਾਰਿਆ, ਇਹ ਫਲ ਦਿੰਦਾ, ਮੈਂ ਤੁਹਾਨੂੰ ਪਿੰਡ ਦਿੰਦਾ। See, this is how a Gursikh thinks। ਇਹਨੂੰ ਕਹਿੰਦੇ ਨਿਵ ਚੱਲਣਾ। ਦੇਖੋ ਨਾ ਨਿਵ ਚੱਲਣ ਵਿੱਚ। ਫਿਰ ਦੇਖੋ ਇੱਥੇ ਕੀ ਹੋਇਆ, ਕਹਿੰਦੇ ਇਹ ਪਜਰਾ ਹਨ, ਇਹ ਦਰਖਤ ਨੂੰ ਲੋਕ ਪੱਥਰ ਮਾਰਦੇ ਆ। ਸੇਮ ਕਹਿੰਦੇ ਕਿ ਕਾਟੇ ਹੋਏ ਨੌਕਾ, ਇਹ ਫਿਰ ਦਰਖਤ ਨੂੰ ਕੱਟ ਲੈਂਦੇ ਨੇ। they will cut the tree and make it to a ship, ਉਹਦੀ ਸ਼ਿਪ ਬਣਾਉਂਦੇ ਨੇ। ਤੇ ਫਿਰ ਅੱਗੇ ਦੇਖੋ ਲੋਸ਼ਟ ਕੇ ਛੇਦੇ ਭੇਦੇ ਬੰਧਨ ਵਧਾਏ ਕੇ ਲੋਹੇ ਦਾ ਆਰਾ ਲੈ ਕੇ ਇਹਨੂੰ ਕੱਟਿਆ ਜਾਂਦਾ ਹੈ। ਫਿਰ ਲੋਹੇ ਦਾ ਫਰੇਮ ਬਣਾ ਕੇ ਉਹਦੇ ਆਲੇ ਦੁਆਲੇ ਇਹ ਲੱਕੜਾਂ ਲਾਈਆਂ ਜਾਂਦੀਆਂ ਨੇ। ਰਾਈਟ? ਦੈਟਸ ਹਾਊ ਯੂ ਬਿਲਡ ਅ ਸ਼ਿਪ। ਸ਼ਿਪ ਦਾ ਬੇਸ ਜਿਹੜਾ ਫਰੇਮ ਬਣਾ ਕੇ ਲੋਹੇ ਦਾ, ਉੱਤੇ ਲੱਕੜਾਂ ਲਾ ਕੇ, ਫੱਟੇ ਲਾ ਕੇ ਪੂਰਾ ਬਿਲਡਅਪ ਕਰਕੇ ਫਿਰ ਕੀ ਲੋਸ਼ਟ ਕੇ ਛੇਦੇ ਭੇਦੇ ਬੰਧਾਏ ਕੇ ਫਿਰ ਰੱਸੀ ਨਾਲ ਬੰਨਿਆ ਜਾਂਦਾ ਵਿਚਾਰਾ। ਉਹ ਦਰਖਤ ਨੂੰ ਕੱਟ ਕੇ ਉਹਦੇ ਨਾਲ ਬੰਨਿਆ ਜਾਂਦਾ ਫਰੇਮ ਦੇ ਨਾਲ। ਫਿਰ ਪਰਬਲ ਪ੍ਰਵਾਸ ਸੁਤ ਸਤਰ ਗਹਿ ਪਾਰ ਪਰੇ, ਕਹਿਣ ਲੱਗੇ ਫਿਰ ਕੀ ਹੁੰਦਾ ਹੈ, ਉਹ ਜਿਹੜਾ ਹਨ ਉਹ ਸ਼ਿਪ ਦੇਖੋ ਫਿਰ ਪਾਣੀ 'ਚ ਰੱਖਦੇ ਨੇ, ਉਹ ਤਰਦਾ ਹੈ। ਨਾਓ ਇਮੇਜਿਨ that ਲੋਹਾ, that iron cut the tree, it is a dushman, actually now it's an enemy who cut the tree, but when it attaches to the timber, the same timber, the same block, ਉਹਨਾਂ ਨੂੰ ਤਾਰ ਦਿੰਦਾ ਹੈ ਪਾਣੀ। ਦੇਖੋ ਇਹ ਦਰਖਤ ਨੇ ਇਹ ਨਹੀਂ ਸੋਚਿਆ ਕਿ ਇਹਨੇ ਮੈਨੂੰ ਕੱਟਿਆ ਨੂੰ ਡੋਬ ਦਵਾਂ, ਨਹੀਂ, ਫਿਰ ਵੀ ਉਹਨੂੰ ਤਾਰਦਾ ਹੈ। ਪਾਣੀ ਨੇ ਲੱਕੜ ਨੂੰ ਪਾਲਿਆ, ਪਾਣੀ ਲੱਕੜ ਨੂੰ ਨਹੀਂ ਡੋਬਦਾ ਨਾ, ਭਾਵੇਂ ਕਿੰਨੀ ਵੀ ਭਾਰੀ ਲੱਕੜ ਹੋਵੇ, ਕਹਿੰਦੇ ਉਹ ਫਿਰ ਵੀ ਤਰਦੀ ਹੈ, ਕਿਉਂਕਿ ਪਾਣੀ ਜਾਣਦਾ ਮੈਂ ਇਹਨੂੰ ਪਾਲਿਆ, ਮੇਰਾ ਇਹ ਬਣਾਇਆ ਹੋਇਆ ਹੈ।
देखो कितना सोहना एग्जाम्पल है। फिर देखो सतगुरु सिख दोखी तारे समझाए के, कहते सतगुरु भी ऐसा ही है लकड़ दी तरह, वो वड्डे वड्डे पापियां नूं भी तार दिंदा है। वो सोचता नहीं तारन लगिया भी इन्हें किन्ने पाप किते नहीं किते, जिहदा कि कोल आ जावे कोई मत्था टेक दे महाराज तार दिंदे। कहते देखो ये जिहड़ा है ना एक ट्री दा देखो कितना सोहना एग्जाम्पल दिता। कहते सिख जिहड़ा है ना वो ट्री की तरह है, पानी रूपी गुरु जो ਉਹਦੇ ਵਿੱਚ ਆਉਂਦਾ ਹੈ ਉਹਨੂੰ ਜਦੋਂ ਉੱਚਾ ਵੀ ਕਰਦਾ ਹੈ ਉਹ ਸਿੱਖ ਫਿਰ ਵੀ ਨੀਵਾਂ ਹੋ ਕੇ ਜਿੰਨੇ ਉਹਦੇ ਵਿੱਚ ਫਲ ਮੀਨਸ ਦ ਮੋਰ ਵਰਚੂਸ ਦੈਟ ਅ ਸਿੱਖ ਗੈਟ ਦ ਮੋਰ ਲੋ ਇਟ ਗੋਸ, ਉਨੀ ਨਿਮਰਤਾ ਉਹਦੇ ਵਿੱਚ ਆਉਂਦੀ ਹੈ। ਇਟ ਗੋਸ ਲੋ ਐਂਡ ਲੋ ਐਂਡ ਦੈਨ ਈਵਨ ਦੈਨ he doesn't recognize whether a friend ਆ ਇਹ ਦੁਸ਼ਮਣ ਆ, ਨਹੀਂ ਸਾਰਿਆਂ ਨੂੰ ਹੀ ਧਾਰਦਾ, ਸਾਰਿਆਂ ਦਾ ਭਲਾ ਕਰਦਾ। that's why we say ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। that's why we see it every time, we don't see who's our ਦੁਸ਼ਮਣ who's our friend, ਤਾਰਨਾ ਤਾਂ ਸਾਰਿਆਂ ਦਾ ਹੀ ਭਲਾ ਕਰਨਾ। ਓਕੇ ਸੋ ਹੁਣ ਅਗਲਾ ਚਲੀਏ, ਇੱਥੇ ਇੱਕ ਹੋਰ ਸਾਖੀ ਆਉਂਦੀ ਹੈ। ਹੁਣ ਇਹ ਸਾਖੀ ਜਿਹੜੀ ਹੈ ਨਾ ਇਹ ਵੀ ਸਿੱਖਾਂ ਦੀ ਭਗਤਮਾਲ ਜੋ ਭਾਈ ਮਨੀ ਸਿੰਘ ਨੇ ਲਿਖੀ ਹੈ। ਹੁਣ ਇਹਦੇ ਵਿੱਚ ਕਹਿੰਦੇ ਭਾਈ ਬਦਲੀ ਜੀ ਸੋਢੀ ਤੇ ਭਾਈ ਸੇਠ ਗੋਪਾਲ ਜੀ ਆਏ, ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਆਏ। ਨਾ ਵੈਰੀ ਇੰਟਰਸਟਿੰਗ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਆਏ, ਸ੍ਰੀ ਹਰਗੋਬਿੰਦ ਸਾਹਿਬਪੁਰਾ, ਉੱਥੇ ਆ ਕੇ ਇਹ ਮਿਲੇ ਗੁਰੂ ਹਰਗੋਬਿੰਦ ਸਾਹਿਬ ਨੂੰ, ਆਵਰ 6th ਗੁਰੂ। ਉੱਥੇ ਆ ਕੇ ਇਹਨਾਂ ਨੇ ਪੁੱਛਿਆ ਮਹਾਰਾਜ ਕਿਹੜੀ ਲਾਈਫ ਸਟਾਈਲ ਸਾਡੀ ਹੋਣੀ ਚਾਹੀਦੀ ਹੈ, ਸਾਡਾ ਜੀਵਨ ਕੈਸਾ ਹੋਣਾ ਚਾਹੀਦਾ, ਵਾਟ ਸ਼ੁੱਡ ਵੀ ਡੂ ਇਨ ਆਵਰ ਲਾਈਫ ਟੂ ਬੀ ਬੈਟਰ, ਟੂ ਬੀ ਲਿਬਰੇਟਡ। ਮਹਾਰਾਜ ਨੇ ਕਿਹਾ ਨਿਵ ਚੱਲਣਾ, ਤੁਹਾਨੂੰ ਨੀਵੇਂ ਹੋ ਕੇ ਚੱਲਣਾ ਪੈਣਾ। ਤਾਂ ਉਹਨਾਂ ਨੇ ਪੁੱਛਿਆ ਮਹਾਰਾਜ ਕਿਵੇਂ ਨੀਵੇਂ ਹੋ ਕੇ ਚੱਲੀਏ? ਮਹਾਰਾਜ ਜੀ ਗੇਵ them 5 examples। ਨਾਓ ਲੁੱਕ ਐਟ ਦਿਸ। ਕਹਿੰਦੇ ਜਿਵੇਂ ਇੱਕ ਫਾਊਂਟਨ ਹੁੰਦਾ ਹੈ ਨਾ, ਫਾਊਂਟਨ ਦੇ ਵਿੱਚ ਫੁਹਾਰੇ ਦੇ ਵਿੱਚ ਪਾਣੀ ਉੱਤੇ ਚੜਦਾ ਹੈ, ਰਾਈਟ, the pani, the water is being pumped up to go higher and higher, but then what happen is the water will drop by itself down and it flows to the lower level again. See, the higher that the karam, the deeds that you brought along to this world takes you higher and higher, but as a Sikh you know you have to drop down because this is where you belong, this is where you want to take it, because your karma are not forever, karms are going to expire। ਸੋ ਉਹ ਕਰਮ ਤਾਂ ਤੁਸੀਂ ਕਨਸਮ ਕਰ ਲੈਣੇ ਆ, ਤੁਸੀਂ ਮੁਕਾ ਦੇਣੇ ਆਪਣੀ ਜ਼ਿੰਦਗੀ ਦੇ ਵਿੱਚ, ਪਰ what have you achieved with that karm that matters, so the water will go even lower। ਤੇ ਫਿਰ ਦੇਖੋ ਉਹ ਜਿਹੜਾ ਨੀਵਾਂ ਪਾਣੀ ਉਹਨੂੰ ਪੰਪ ਲੈ ਕੇ ਫਿਰ ਉੱਤੇ ਚੜਾਉਂਦਾ ਹੈ, ਜਿੰਨੇ ਤੁਸੀਂ ਨੀਵੇਂ ਹੋਵੋਗੇ ਤੁਸੀਂ ਉਨੇ ਉੱਚੇ ਹੋ। ਦੂਜਾ ਐਗਜ਼ਾਮਪਲ ਕਹਿੰਦੇ ਦੇਖੋ ਇਹ ਅਰਥ ਆ ਨਾ, ਆਪਣੀ ਧਰਤੀ ਆ ਨਾ, ਸਭ ਤੋਂ ਨੀਵੇਂ ਆਪਾਂ ਪੈਰ ਰੱਖਦੇ ਹਾਂ ਦੇ ਉੱਤੇ, but when a person die he is being buried in this, what happens is 6 feet he goes under the soil and the soul comes above him। ਦੇਖੋ ਧਰਤੀ ਉੱਤੇ ਆ ਜਾਂਦੀ ਹੈ, ਮੋਇਆ ਉੱਪਰ ਹੋਏ ਨਾ, ਮਹਾਰਾਜ ਪਾਣੀ ਚ ਰੱਖਿਆ। ਓਕੇ ਫਿਰ ਦੇਖੋ ਆ ਸਾਰਾ ਹੱਥ ਆ, ਇਹਦੇ ਵਿੱਚ ਆ ਚੀਚੀ ਜਿਹੜੀ ਆ ਨਾ ਪਿੰਕੀ ਫਿੰਗਰ, ਇਹ ਸਭ ਤੋਂ ਛੋਟੀ ਹੈ। ਮਹਾਰਾਜ ਕਹਿੰਦੇ ਮਾਣ ਵੀ ਇਹਨੂੰ ਹੀ ਮਿਲਦਾ, ਜਦੋਂ ਕੋਈ ਛਾਪ ਪਾਉਣੀ ਹੋਵੇ ਇਹਦੇ ਚ ਪਾਉਂਦੇ ਆ, ਤੇ ਕਹਿੰਦੇ ਹੈ ਛੋਟੀ ਪਰ ਮਾਣ ਇਹਨੂੰ ਜ਼ਿਆਦਾ ਮਿਲਦਾ। ਓਕੇ ਚੌਥਾ ਐਗਜ਼ਾਮਪਲ ਕਹਿੰਦੇ ਸੈਂਡਲਵੁੱਡ ਜਿਹੜਾ ਹੈ ਨਾ, ਚੰਦਨ ਦਾ ਦਰਖਤ, ਉਹ ਹੈ ਛੋਟਾ ਜਿਹਾ 52 ਫਿੰਗਰਸ ਵਾਲਾ ਹੁੰਦਾ, ਇੰਨਾ ਛੋਟਾ ਜਿਹਾ ਹੀ ਹੁੰਦਾ ਉਹ ਦਰਖਤ, ਪਰ ਕਹਿੰਦੇ ਸਾਰੇ ਜੰਗਲ ਨੂੰ ਵਾਸ਼ਨਾ ਕਰ ਦਿੰਦਾ ਹੈ। ਕਹਿੰਦੇ ਦੇਖੋ ਹੁੰਦਾ ਛੋਟਾ ਪਰ ਸਾਰੇ ਕਿਤੇ ਵਾਸ਼ਨਾ, ਐਂਡ ਦ ਮੋਸਟ ਐਕਸਪੈਂਸਿਵ ਹੈ, ਉਹਦੀ ਕੀਮਤ ਜਿਹੜੀ ਹੈ ਮੋਸਟ ਐਕਸਪੈਂਸਿਵ ਹੈ, ਮੋਸਟ ਰੇਅਰ ਟਰੀ ਉਹ ਹੈ ਸੈਂਡਲਵੁੱਡ, ਸਾਰੇ ਉਹ ਸੈਂਡਲਵੁੱਡ ਨੂੰ ਚਾਹੁੰਦੇ। ਸੋ ਦੇਖੋ 4 ਐਗਜ਼ਾਮਪਲ ਦਿੱਤੇ। ਫਿਰ ਮਹਾਰਾਜ ਨੇ ਕਹਿੰਦੇ ਦੇਖੋ ਜਿਹੜਾ ਬੰਦਾ ਨੀਵਾਂ ਹੋ ਕੇ ਚੱਲਦਾ ਨਾ ਉਹ ਹਮੇਸ਼ਾ ਹੀ ਜਿੱਤਦਾ ਹੈ। ਜੇ ਤੁਸੀਂ ਹਾਰ ਕੇ ਚੱਲੋਗੇ, ਜੇ ਤੁਸੀਂ ਹਾਰ ਕੇ ਚੱਲੋਗੇ, ਆਪਣੇ ਮਨ ਤੋਂ ਹਾਰ ਜਾਓ, ਆਪਣੇ ਗੁਰੂ ਤੋਂ ਹਾਰ ਜਾਓ, ਕਹਿੰਦੇ ਮਹਾਰਾਜ ਤੂੰ ਹਾਰ ਗਏ ਆ। ਕਹਿੰਦੇ ਜਿਹੜਾ ਹਾਰਦਾ ਹੈ ਨਾ ਗੁਰੂ ਤੋਂ, ਉਹ ਸਾਰਿਆਂ ਤੋਂ ਜਿੱਤਦਾ ਹੈ, ਉਹ ਸਾਰਿਆਂ ਨੂੰ ਜਿੱਤਦਾ ਹੈ, ਪਰ ਜੋ ਗੁਰੂ ਤੋਂ ਹਾਰ ਜਾਂਦਾ ਹੈ ਨਾ ਉਹ ਸਾਰਿਆਂ ਨੂੰ ਜਿੱਤ ਕੇ ਵੀ ਹਾਰ ਜਾਂਦਾ। ਯੂ ਨੋ ਵਾਈ? ਯੂ ਕੈਨ ਕੌਂਕਰ ਦ ਐਂਟਾਇਰ ਵਰਲਡ। ਜਿਵੇਂ ਕਹਿੰਦੇ ਨਾ ਸਿਕੰਦਰ ਦੀ ਕਹਾਣੀ ਹੈ, ਯੂ ਨੋ ਦ ਅਲੈਗਜ਼ੈਂਡਰ ਕਹਿੰਦਾ ਮੈਂ ਮਰਿਆ ਮੇਰੇ ਹੱਥ ਬਾਹਰ ਕੱਢ ਦਿਓ, you know the Saki comes, you know, so whether real or not real we don't know, but that's the belief। so ਕੀ ਹੁੰਦਾ ਹੈ, ਉਹ ਕਹਿੰਦਾ ਮਰਿਆ ਹੁੰਦਾ ਮੇਰੇ ਹੱਥ ਬਾਹਰ ਕੱਢ ਦਿਓ ਕਫਨ ਤੋਂ। ਉਹ ਕਹਿੰਦੇ ਕਿਉਂ ਕੱਢੀਏ ਹੱਥ? ਕਹਿੰਦਾ ਮੈਂ ਦੁਨੀਆ ਨੂੰ ਦਿਖਾਉਣਾ ਚਾਹੁੰਦਾ I have conquered the world but I'm going empty handed to me, I'm not taking anything with me। so ਕਹਿੰਦਾ ਮੇਰੇ ਹੱਥ ਬਾਹਰ ਕੱਢ ਦਿਓ। that's the thing, you see now the matter is ਕਹਿੰਦੇ ਜਿੰਨਾ ਵੀ ਆਪਾਂ ਨੀਵੇਂ ਜਾਓਗੇ ਉਨਾ ਗੁਰੂ ਆਪਾਂ ਉੱਚੇ ਹੋਣਗੇ, ਜਿੰਨੇ ਉੱਚੇ ਹੋਣਗੇ ਹੰਕਾਰ ਕਰਕੇ ਉਨਾ ਹੀ ਨੀਵੇਂ ਹੋਣਗੇ। ਤੇ ਮਹਾਰਾਜ ਨੇ ਅੱਗੇ ਦੱਸਿਆ ਕਹਿੰਦੇ ਦੇਖ ਇੱਕ ਫਿਰੰਗੀ ਸਟੈਫ ਹੁੰਦੀਆਂ ਨੇ, ਫਿਰੰਗੀ
ਇਹਦਾ ਨਾਂ ਜਿਹੜਾ ਹੈ ਐਸਚੇਰੀਅਨ ਸਟੈਸ ਆ। ਤੁਸੀਂ ਇਹ ਨਾ ਥੋੜਾ ਗੂਗਲ ਕਰਕੇ ਦੇਖ ਲਿਓ। ਐਸਚੇਰੀਅਨ ਸਟੈਸ ਜਿਹੜੇ ਆ ਨਾ very interesting. You will feel that you are going up, but actually you are going down. When you are going down, actually you are going up. ਜਿਹੜੇ ਗੱਲਾਂ ਤੁਸੀਂ ਐਸਚੇਰੀਅਨ ਜਿਹੜੀ ਆ ਨਾ ਤੁਸੀਂ ਗੂਗਲ ਕਰਕੇ ਦੇਖੋ, ਵੈਰੀ ਇੰਟਰਸਟਿੰਗ ਆ। ਇੱਕ ਜਿਹੜਾ ਇਹ ਡਿਜ਼ਾਈਨ ਆ ਜਿਹੜਾ ਕਿ ਇੱਕ ਮੇਰੇ ਖਿਆਲ ਇਟਾਲੀਅਨ ਜਾਂ ਸਪੈਨਿਸ਼ ਵਾਲੇ ਨੇ 1968 ਚ ਬਣਾਇਆ, ਪਰ ਗੁਰੂ ਮਹਾਰਾਜ ਉਹ ਸਮਿਆਂ ਚ ਆਪਾਂ ਨੂੰ ਦੱਸ ਰਿਹਾ ਗੁਰੂਸ ਟਾਈਮ। ਐਸਚੇਰੀਅਨ ਜਿਹੜੀ ਇਹਨੂੰ ਕਹਿੰਦੇ ਆ ਫਰਿੰਗੀ ਪੌੜੀਆਂ ਕਹਿੰਦੇ ਬੰਦੇ ਨੂੰ ਲੱਗਦਾ ਉੱਤੇ ਜਾ ਰਿਹਾ ਹੈ, ਐਕਚੁਅਲੀ ਉਹ ਥੱਲੇ ਜਾ ਰਿਹਾ। ਜਿਹੜਾ ਥੱਲੇ ਜਾ ਰਿਹਾ ਉਹ ਅਸਲ 'ਚ ਉੱਤੇ ਜਾ ਰਿਹਾ। ਓਕੇ, ਸੋ ਦਿਸ ਇਜ਼ ਸਮਥਿੰਗ ਦੈਟ ਯੂ ਹੈਵ ਟੂ ਡਿਸਕਵਰ ਯੋਰਸੈਲਫ। ਇੱਥੇ ਐਗਜ਼ਾਮਪਲ ਇਹ ਦਿੱਤਾ ਹੋਇਆ। ਫਿਰ ਦੇਖੋ ਕਹਿੰਦੇ ਵੀ ਜਿਹੜਾ ਬੰਦਾ ਜਿੱਤ ਕੇ ਵੀ ਹਾਰ ਜਾਂਦਾ ਹੈ ਤੇ ਗੁਰਸਿੱਖ ਜਾਂ ਹਾਰ ਕੇ ਵੀ ਜਿੱਤ ਲੈਂਦਾ ਹੈ। ਵਾਈ? ਬਿਕਾਜ਼ ਦ ਮੋਸਟ ਇੰਪੋਰਟੈਂਟ ਥਿੰਗ ਇਨ ਲਾਈਫ ਇਜ਼ ਨੋਟ ਦ ਵਿਕਟਰੀ ਦੈਟ ਯੂ ਥਿੰਕ ਇਟ ਇਜ਼। ਉਹ ਨਹੀਂ, ਉਹ ਵਿਕਟਰੀ ਨਹੀਂ ਹੈ, ਉਹ ਹਾਰ ਆ। ਬਿਕਾਜ਼ ਤੁਸੀਂ ਆਪਣੇ ਆਪ ਤੋਂ ਹਾਰ ਗਏ। ਜਿਵੇਂ ਕਹਿੰਦੇ ਆ ਨਾ ਯੂ ਵਿਨ ਦ ਬੈਟਲ ਬਟ ਯੂ ਲੋਸ ਦ ਵਾਰ। ਗੱਲ ਇਹ ਹੁੰਦੀ ਆ ਆਪਾਂ ਜ਼ਿੰਦਗੀ ਨੂੰ ਹਾਰ ਜਾਂਦੇ ਆ। ਆਪਾਂ ਛੋਟੀਆਂ ਗੱਲਾਂ ਕਰਕੇ ਆਪਾਂ ਕਹਿੰਦੇ ਮੈਂ ਇਹਨੂੰ ਜਿੱਤ ਲਿਆ, ਇਹ ਮੈਨੂੰ ਮੰਨ ਗਿਆ, ਪਰ ਅਖੀਰਕਾਰ ਆਪਾਂ ਸੋਚਦੇ ਆ ਨਾ ਯੂ ਹੈਵ ਲੋਸਟ ਯੋਰ ਲਾਈਫ ਵਿਦਿਨ ਦ ਹੋਲ ਥਿੰਗ। ਅਸਲ 'ਚ ਹਾਰੇ ਆ ਬਿਕਾਜ਼ ਯੂ ਡਿਡਨਟ ਅਚੀਵ ਵਾਟ ਯੂ ਕੇਮ ਫॉर। ਤੁਸੀਂ ਆਪਣੇ ਆਪ ਨੂੰ ਡਿਸਕਵਰ ਹੀ ਨਹੀਂ ਕੀਤਾ। ਸੋ ਇੱਥੇ ਮਹਾਰਾਜ ਕਹਿੰਦੇ ਗੁਰਮੁਖ ਜਿਹੜੇ ਨੇ ਜੇ ਗੁਰੂ ਦੀ ਮੱਤ ਨੂੰ ਲੰਦੇ ਨੇ ਉਹ ਦੁਨੀਆ ਤੋਂ ਹਾਰਦੇ ਨੇ, ਉਹ ਜਿੱਤਦੇ ਨੇ। ਫੇਰ ਦੇਖਣਾ ਕਹਿੰਦੇ ਹੁਣ ਨਿਮਰਤਾ ਵਾਲਾ ਜਿਹੜਾ ਹੈ ਨਿਵ ਚੱਲਣਾ। ਹੁਣ ਨਿਮਰਤਾ ਵਾਲਾ ਨਿਵ ਚੱਲਣਾ ਕੀ ਹੈ? ਇੱਥੇ ਵੀ ਭਾਈ ਗੁਰਦਾਸ ਨੇ ਇੱਕ ਆਪਾਂ ਨੂੰ ਐਗਜ਼ਾਮਪਲ ਦਿੱਤਾ, ਵਾਰ ਨੰਬਰ 4 ਪੌੜੀ ਨੰਬਰ 11। ਵੈਰੀ ਇੰਟਰਸਟਿੰਗ ਹੈ। ਮਹਾਰਾਜ ਨੇ ਇੱਥੇ ਇੱਕ ਐਨੋਲੋਜੀ ਦਿੱਤੀ ਹੈ, ਇੱਕ ਦ੍ਰਿਸ਼ਟਾਂਤ ਬੰਨਿਆ ਹੈ। ਪਾਣੀ ਗੁਰੂ ਨੂੰ ਸਮਝ ਲਓ, ਪਾਣੀ ਗੁਰੂ ਹੈ। ਜਿਹੜਾ ਬਗੀਚਾ ਹੈ ਉਹਨੂੰ ਤੁਸੀਂ ਗੁਰਦੁਆਰਾ ਜਾਣ ਲਓ। ਜਿਹੜਾ ਸੀਟ ਹੈ ਜਾਂ ਜਿਹੜਾ ਦਰਖਤ ਹੈ ਉਹਨੂੰ ਤੁਸੀਂ ਇੱਕ ਸਿੱਖ ਸਮਝ ਲਿਓ। ਤੇ ਫਿਰ ਜਿਹੜੀ ਰੋਪ ਹੈ ਜਾਂ ਆਇਨ ਹੈ ਕਹਿੰਦੇ ਉਹਨੂੰ ਤੁਸੀਂ ਇੱਕ ਦੁਸ਼ਮਣ ਸਮਝ ਲਓ। ਓਕੇ, ਹੁਣ ਦੇਖੋ ਆਪਾਂ ਇਹ ਐਗਜ਼ਾਮਪਲ ਦੇਖੋ। ਦਾਣਾ ਹੋਏ ਅਨਾਰ ਦਾ। ਹੁਣ ਅਨਾਰ ਦਾ ਤੁਹਾਨੂੰ ਪਤਾ ਹੀ ਹੈ ਨਾ, ਅਨਾਰ ਕੀ ਹੁੰਦਾ ਹੈ? ਅਨਾਰ ਦੇ ਵਿੱਚ ਬਹੁਤ ਬੀਜ ਹੁੰਦੇ ਨੇ, ਲਾਲ ਰੰਗ ਦਾ ਹੁੰਦਾ ਹੈ। ਸੋ ਦਾਣਾ ਹੋਏ ਅਨਾਰ ਦਾ, ਹੋਏ ਧੂੜ ਵਿੱਚ ਧੱਸੈ। ਓਕੇ, ਹੁਣ ਕੀ ਹੁੰਦਾ ਨਾ, ਅਨਾਰ ਦਾ ਦਾਣਾ ਤੁਸੀਂ ਸੁੱਟ ਦਿਓ, ਸਾਰੇ ਲੋਕਾਂ ਨੇ ਉਹਨੂੰ ਮਿੱਧਣਾ ਹੈ। ਮਿੱਧ ਕੇ ਉਹ ਮਿੱਟੀ 'ਚ ਮਿਲ ਗਿਆ ਨਾ, ਕੋਈ ਨਹੀਂ ਉਹ ਦਾਣੇ ਨੂੰ ਜਾਣਦਾ। Nobody knows the ਦਾਣਾ ਦਾ। Nobody cares about the ਦਾਣਾ as well. No one needs the ਦਾਣਾ as well. ਸਾਰਿਆਂ ਨੇ ਲੱਤਾਂ ਮਾਰ ਕੇ ਉਹਨੂੰ ਮਿੱਧ ਦਿੱਤਾ, ਮਿੱਟੀ 'ਚ ਪਾ ਦਿੱਤਾ। ਕੀ ਹੁੰਦਾ ਹੈ? ਹੋਏ ਬਿਰਖ ਹਰਿਆਵਲਾ। ਉਹ ਦਾਣਾ ਜਿਹੜਾ ਹੈ ਜੇ ਗੁਰੂ ਦੀ ਕਿਰਪਾ ਹੋ ਜਾਏ ਪਰਮਾਤਮਾ, ਉਹ ਟੁੱਟ ਕੇ ਉਹਦੇ ਵਿੱਚੋਂ ਦਰਖਤ ਬਣ ਜਾਂਦਾ। ਰਾਈਟ, ਹੁਣ ਉਹ ਦਰਖਤ ਬਣਿਆ, ਹੌਲੀ ਉਗਦਾ ਉਹ ਵੱਡਾ ਹੁੰਦਾ ਹੈ। ਲਾਲ ਗੁਲਾਲਾ ਫੁੱਲ ਵਿਕਸੈ, ਉਹ ਵੱਡਾ ਹੁੰਦਾ ਹੈ। ਉਹ ਦਰਖਤ ਬਣ ਕੇ ਫਿਰ ਉਹਨੂੰ ਪੱਤੇ ਲੱਗਦੇ ਨੇ, ਉਹਨੂੰ ਲਾਲ ਫੁੱਲ ਲੱਗਦੇ ਨੇ, ਫਲ ਲੱਗਦੇ ਨੇ। ਫਿਰ ਕਹਿੰਦੇ ਇੱਕ ਤਾਂ ਬਿਰਤ ਸਹਿਸ ਫੁੱਲ। ਕਹਿੰਦੇ ਦੇਖੋ ਇੱਕ ਦਰਖਤ ਨੂੰ ਫਿਰ ਲੱਖਾਂ ਫੁੱਲ ਲੱਗਦੇ ਨੇ। ਫੁੱਲ ਲਾ ਕੇ ਇੱਕ ਬੀਜ ਆ, one ਬੀਜ in one anar, you think how many seeds are there? Hundreds if not thousands ਆ ਨਾ। ਕਿੰਨੇ ਉਹਦੇ 'ਚ ਸੀਡ ਹੁੰਦੇ ਨੇ। ਉਹ ਇੱਕ ਸੀਡ ਤੋਂ ਇੱਕ ਦਰਖਤ ਬਣਿਆ, ਉਹਦੇ ਵਿੱਚ ਕਿੰਨੇ ਹੀ ਹੋਰ ਫਲ ਲੱਗੇ। ਹਰ ਇੱਕ ਫਲ ਦੇ ਵਿੱਚ thousands of seeds ਫੇਰ ਆ ਗਏ। ਓਕੇ, ਫੇਰ ਕਹਿੰਦੇ ਫੁੱਲ ਫਲ ਇੱਕ ਸਰਸੇ, ਇੱਕ ਫਲ ਦੂਜੇ ਫਲ ਨਾਲੋਂ ਜ਼ਿਆਦਾ ਮਿੱਠਾ ਹੁੰਦਾ। ਫੇਰ ਕੀ ਹੁੰਦਾ? ਇੱਕ ਦੂ ਦਾਣੇ ਲੱਖ ਹੋਏ, ਫਲ ਕੇ ਮਨ ਅੰਦਰ ਵਸੈ। ਦੇਖੋ ਕਹਿੰਦੇ ਹਰ ਇੱਕ ਫਲ ਦੇ ਵਿੱਚ ਫੇਰ ਉਹ ਬੀਜ ਵਸ ਗਿਆ ਆ ਕੇ in multiples of hundreds and thousands। ਦੇਖੋ ਨਾ, what is ਨਿਵ ਚੱਲਣਾ? ਉਹ ਦਾਣਾ ਨਿਵ ਚੱਲਿਆ, ਉਹ ਜਿਹੜਾ ਧੂੜੀ ਬਣ ਗਿਆ, ਖਾਕ ਬਣ ਗਿਆ। ਲੋਕਾਂ ਨੇ ਲੱਤਾਂ ਮਾਰੀਆਂ, ਲੋਕਾਂ ਨੇ ਮਿੱਧਿਆ, ਕਿਸੇ ਨੇ ਉਹ ਦਾਣੇ ਨੂੰ ਕੋਈ ਐਕਨੋਲੇਜਮੈਂਟ ਨਹੀਂ ਦਿੱਤਾ। ਉਹ ਦਾਣਾ ਅੰਦਰ ਜਾ ਕੇ ਉੱਗਿਆ, ਉੱਗ ਕੇ ਉਹ ਦਰਖਤ ਬਣਿਆ। ਜਿਨ੍ਹਾਂ ਨੇ ਉੱਥੇ ਮਿੱਧਿਆ ਸੀ ਉਹਨਾਂ ਨੂੰ ਹੀ ਫਿਰ ਫਲ ਦਿੱਤਾ। ਉਹਨੇ ਬਦਲੇ ਵਿੱਚ ਉਹਨਾਂ ਨੂੰ ਫਲ ਦਿੱਤਾ। ਫਲ ਨਹੀਂ ਤੇ ਅੱਗੇ ਉਹਨਾਂ ਨੇ ਆਪਣੀ ਜਨਰੇਸ਼ਨ ਵਧਾਉਣ ਤੇ ਉਹ ਕਿੰਨੇ ਬੀਜ ਹੋਰ ਪਾ ਦਿੱਤੇ। ਕਹਿੰਦੇ ਗੁਰਸਿੱਖ ਐਸੇ ਹੀ ਨੇ। ਜੇ ਗੁਰਸਿੱਖ ਦੇ ਵਿੱਚ ਇੱਕ ਵੀ ਗੁਣ ਆ ਗਿਆ ਨਾ, even though the world can tell you whatever they want, but if you keep faith on your guru, ਕਹਿੰਦੇ ਉਹੀ ਜਿਹੜਾ ਇੱਕ ਗੁਣ ਆ ਨਾ, ਹਜ਼ਾਰਾਂ ਕਰੋੜਾਂ ਗੁਣ ਬਣ ਜਾਂਦੇ ਨੇ। ਫਿਰ ਗੁਰਸਿੱਖ ਕੀ ਕਰਦਾ? ਫਿਰ ਵੀ ਭਲਾ ਕਰਦਾ ਉਹਨਾਂ ਦਾ, ਬੁਰਾ ਨਹੀਂ ਕਰਦਾ। ਫਿਰ ਵੀ ਉਹਨਾਂ ਦਾ ਉਹਨੇ ਭਲਾ ਕਰਨਾ, ਫਿਰ ਵੀ ਉਹਨਾਂ ਨੂੰ ਜਿਹੜਾ ਹਨ ਸੁੱਖ ਦੇਣਾ। ਦੇਖੋ ਅੱਗੇ ਇਹੀ ਜਿਹੜਾ ਹਨ, ਇਹਦੀਆਂ 2 ਜਾਂ 3 ਲਾਈਨਾਂ ਹਨ।
ਤਿਸ ਫਲ ਤੋਟ ਨਾ ਆਵੀ, ਕਹਿਣ ਲੱਗੇ ਫਲ ਦੀ ਤੋਟ ਨਹੀਂ ਆਉਂਦੀ, ਸਿੱਖ ਵਿੱਚ ਗੁਣਾ ਦੀ ਤੋਟ ਨਹੀਂ ਆਉਂਦੀ, ਐਸ ਲੌਂਗ ਐਸ ਹੀ ਇਜ਼ ਕਨੈਕਟਡ ਟੂ ਦ ਗੁਰੂ। ਫਿਰ ਕਹਿੰਦੇ ਗੁਰਮੁਖ ਸੁਖ ਫਲ ਅੰਮ੍ਰਿਤ ਰਸ ਹੈ, ਕਹਿੰਦੇ ਅੰਮ੍ਰਿਤ ਦਾ ਰਸ ਗੁਰਮੁਖਾਂ ਨੇ ਚੱਖ ਲਿਆ। ਜਿਸੇ ਗੁਰਮੁਖ ਨੇ ਸਭ ਤੋਂ ਸਵਾਦਲਾ ਮੋਸਟ ਟੇਸਟਫੁਲ ਜਿਹੜਾ ਟੇਸਟ ਹੈ ਉਹ ਲੈ ਲਿਆ। ਨਾਓ ਦ ਗੁਰਸਿੱਖ, ਫॉर ਅ ਗੁਰਸਿੱਖ ਦੈਟਸ ਨਥਿੰਗ ਮੋਰ ਟੇਸਟਫੁਲ ਦੈਨ ਇਨ ਦ ਵਰਲਡ, ਨਥਿੰਗ ਮੋਰ ਇਜ਼ ਟੇਸਟਫੁਲ। ਉਹਨੇ ਅੰਮ੍ਰਿਤ ਪੀ ਲਿਆ, ਉਹਨੇ ਨਾਮ ਦਾ ਚੱਖ ਲੈ ਲਿਆ। For him that's it, whatever he does is for the world, it's not for him। ਫਿਰ ਕਹਿੰਦੇ ਜਿਉਂ-ਜਿਉਂ ਲਈਨ ਤੋੜ ਫਲ, ਕਹਿੰਦੇ ਜਿਉਂ-ਜਿਉਂ ਆਪਾਂ ਫਲ ਨੂੰ ਤੋੜੀਏ ਤਿਉਂ-ਤਿਉਂ ਫਿਰ ਫਲੀਏ ਹੱਸਾ। ਜਿੰਨੇ ਤੁਸੀਂ ਫਲ ਤੋੜੋਗੇ ਉਹਨੇ ਫਲ ਹੋਰ ਵੱਧਦੇ ਨੇ। ਵਾਈ? ਬਿਕੋਜ਼ ਉਹ ਟਰੀ ਨੂੰ ਹੋਰ ਨਿਊਟ੍ਰੀਸ਼ਨ ਮਿਲਦੇ ਆ। you pluck the fruit off, the tree gets more nutrition because you don't have to feed the fruit anymore. You take the fruit away, they'll give you more other fruits. So it keeps on going and going and going। ਕਿੰਨੇ ਉਹ ਫਲ ਬਣ ਜਾਂਦੇ ਨੇ। ਜਿਹੜਾ ਸਿੱਖ ਨੂੰ ਤੁਸੀਂ ਜਿੰਨਾ ਤੁਸੀਂ ਉਹਨੂੰ ਨੀਵਾਂ ਕਰੋਗੇ, ਜਿੰਨੀ ਉਹਦੀ ਨਿੰਦਿਆ ਕਰੋਗੇ, he will go higher and higher and higher। ਤੁਸੀਂ ਜਿੰਨਾ ਇੱਕ ਗੁਰਸਿੱਖ ਨੂੰ ਸੱਟੋਗੇ ਉਨਾ ਉਹ ਜ਼ਿਆਦਾ ਫਲਦਾ ਹੈ। Because you see the matter here is that the nature comes in your support when you go ਨੀਵਾਂ। ਦੇਖੋ ਉਹ ਅਨਾਰ ਜੇ ਹੰਕਾਰ ਕਰਕੇ ਕਿਤੇ ਉੱਤੇ ਬੈਠਾ ਰਹਿੰਦਾ ਉਹ ਨਹੀਂ ਫਲਣਾ ਸੀ, ਉਹ ਇੱਕ ਬੀਜ ਦਾ ਬੀਜ ਰਹਿ ਜਾਣਾ ਸੀ। ਦੈਟਸ ਇਟ। ਵੈਨ ਉਹ ਜਿਹੜਾ ਧੂੜੀ ਬਣ ਗਿਆ, ਸੰਗਤ ਦੀ ਧੂੜੀ ਬਣ ਗਿਆ, ਸੰਗਤ ਦੀ ਸੇਵਾ ਕਰਨ ਲੱਗ ਗਿਆ, ਉਹ ਕਿੱਡਾ ਵੱਡਾ ਬਣ ਗਿਆ। ਦੇਖੋ ਗੁਰੂ ਅਮਰਦਾਸ ਜੀ ਇਕੱਲੇ ਸੀਗੇ। You know, it's a retired age, 72 years old. He was sitting at home doing nothing. He goes 6 months to Ganga, come back. ਉੱਥੇ ਹੀ ਬੈਠੇ ਸੀਗੇ। ਪਰ ਜਿੱਦਨ ਗੁਰੂ ਅੰਗਦ ਦੇਵ ਜੀ ਕੋਲ ਆ ਕੇ ਉਹਨਾਂ ਨੇ ਸੇਵਾ ਕੀਤੀ, ਉਹਨਾਂ ਨੇ ਕਿੰਨੇ ਹਜ਼ਾਰਾਂ ਲੱਖਾਂ ਕਰੋੜਾਂ ਨੂੰ ਤਾਰ ਦਿੱਤਾ, ਅੱਜ ਵੀ ਤਾਰ ਰਹੇ ਨੇ। ਤੇ ਗੁਰੂ ਦੇ ਲੜ ਲਾ ਕੇ ਕਿਵੇਂ ਵੱਡੇ ਹੋ ਗਏ। ਫੇਰ ਕਹਿੰਦੇ ਦੇਖਿਓ ਨਿਵ ਚੱਲਣ ਗੁਰੂ ਮਾਰਗ ਦੱਸੇ। ਇਹ ਨਿਵ ਚੱਲਣਾ ਗੁਰੂ ਮਾਰਗ ਦੱਸਦਾ ਹੈ। See, the newer you go, the better you are, the more fruitful you are, the more you can do for the world। But when you go on hankar, you can't do anything, you will lose your, even what you have also you will lose। That's why ਨੀਵਾਂ ਚੱਲਣਾ। ਫਿਰ ਅੱਗੇ ਚਲੀਏ। ਹੁਣ ਦੇਖ ਦੋ ਤਰ੍ਹਾਂ ਦੇ ਆਪਾਂ ਮੰਨੇ ਸੀ ਨਾ ਵੀ ਇਹ ਜਿਹੜੀ ਆਪਣੀ ਨਿਮਰਤਾ ਹੁੰਦੀ ਆ ਪਰ ਦੋ ਤਰ੍ਹਾਂ ਦੀ ਆ। ਇੱਕ ਤਾਂ ਹੁੰਦੀ ਆ ਸੈਲਫ ਕਨਸਰਨ। ਇਹਦੇ ਬਾਰੇ ਗੁਰੂ ਨਾਨਕ ਸਾਹਿਬ ਜੀ ਨੇ ਪੰਡਤ ਜਿਹੜਾ ਜਨੇਊ ਲੈ ਕੇ ਆਇਆ ਸੀ ਨਾ ਮਹਾਰਾਜ ਨੂੰ ਪਾਉਣ ਵਾਸਤੇ ਜਨੇਊ, ਸੋ ਉਹਨੂੰ ਮਹਾਰਾਜ ਨੇ ਉਪਦੇਸ਼ ਦਿੱਤਾ ਇਹ ਜਨੇਊ ਕਿਉਂ ਪਾਉਣਾ। ਕਹਿੰਦਾ ਤੁਸੀਂ ਖੱਤਰੀ ਹੋ, ਕਿਉਂਕਿ ਜਨੇਊ ਜਿਹੜਾ ਹੈ ਬ੍ਰਾਹਮਣ ਦਾ ਖੱਤਰੀਆਂ ਦਾ ਹੁੰਦਾ। ਤੇ ਕਹਿੰਦੇ ਖੱਤਰੀਆਂ ਨੂੰ ਪਾਉਂਦੇ ਆ ਕਿਉਂਕਿ ਵੀ ਉਹਨੂੰ ਸ਼ੋ ਦੈਟ ਯੂ ਆਰ ਖੱਤਰੀ, ਯੂ ਨੋ ਯੂ ਵੇਅਰ ਦ ਜਨੇਊ, ਐਵਰੀਬਾਡੀ ਵਿਲ ਨੋ ਯੂ ਆਰ ਹਾਇਰ ਕਾਸਟ। ਮਹਾਰਾਜ ਕਹਿੰਦੇ ਹਾਇਰ ਕਾਸਟ ਨੂੰ ਛੱਡੋ, ਹਾਇਰ ਕਾਸਟ 'ਚ ਕੁਛ ਨਹੀਂ ਰੱਖਿਆ। ਮਹਾਰਾਜ ਕਹਿੰਦੇ ਜਿੰਨਾ ਵੀ ਬੰਦਾ ਹੰਕਾਰੀ ਹੁੰਦਾ ਨਾ ਉਹ ਟੇਸਟਲੈਸ ਹੋ ਜਾਂਦਾ, ਉਹਦਾ ਸਵਾਦ ਮਾਰਿਆ ਜਾਂਦਾ ਹੈ ਦੁਨੀਆ ਦਾ, ਕਿਉਂਕਿ ਹਮੇਸ਼ਾ ਆਪਣੇ ਆਪ ਨੂੰ ਵੱਡਾ ਕਰ ਕਰਕੇ ਦਿਖਾਉਂਦਾ ਹੈ। ਐਂਡ ਹੀ ਲਰਨਸ ਨਥਿੰਗ, ਹੀ ਕੰਟਰੀਬਿਊਟਸ ਨਥਿੰਗ ਟੂ ਦ ਕਮਿਊਨਿਟੀ, ਹੀ ਬਿਕਮਸ ਬਿਗ। ਦੈਟਸ ਇਟ, ਆਈ ਐਮ ਗ੍ਰੇਟ, ਆਈ ਐਮ ਗ੍ਰੇਟ, ਆਈ ਐਮ ਗ੍ਰੇਟ। ਉਹਦਾ ਜ਼ੋਰ ਸਾਰਾ ਉਹਨੂੰ ਵੱਡਾ ਬਣਾਉਣ ਵਿੱਚ ਲੱਗ ਜਾਂਦਾ ਹੈ। ਫਿਰ ਦੇਖੋ ਕਹਿੰਦੇ ਫਿਰ ਕਿਸੇ ਨੂੰ ਕੋਈ ਫਾਇਦਾ ਨਹੀਂ ਉਹਦਾ ਹੁੰਦਾ, ਉਹ ਬੰਦੇ ਦਾ ਕੋਈ ਫਾਇਦਾ ਨਹੀਂ ਵੱਡੇਪਣ ਦਾ। ਤੇ ਜੇ ਕਹਿੰਦੇ ਜਿਹੜਾ ਕੋਈ ਛੋਟਾ ਹੁੰਦਾ ਹੈ ਨਾ, ਕਹਿੰਦਾ ਜੇ ਜਿਹੜੇ ਬੰਦੇ ਜਾਣ ਬੁੱਝ ਕੇ ਕਹਿੰਦੇ ਹਾਂਜੀ 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 ਤੁਸੀਂ ਹੋ ਜੀ, ਹਾਂਜੀ ਤੁਸੀਂ ਕਹੋ ਨਾ ਕਿਸੇ ਨੂੰ ਤੂੰ ਬਹੁਤ ਨਹੀਂ ਜੀ ਤੁਸੀਂ ਕਰਾਉਂਦੇ ਹੋ ਜੀ, ਸੰਗਤ ਹੈ ਜੀ, ਹਾਂ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਨਾ, ਜਿਹੜੇ ਪ੍ਰਿਟੈਂਡ ਕਰਦੇ ਆ ਨਾ, ਪਖੰਡ ਕਰਦੇ ਆ ਨਾ, ਕਹਿੰਦੇ ਉਹ ਵੇਸਟਿੰਗ ਦਾ ਟਾਈਮ ਆ ਜੀ, ਕੁਛ ਨਹੀਂ ਹੁੰਦਾ। ਤੁਸੀਂ ਕਹੋਗੇ ਨਾ ਕਿਸੇ ਨੂੰ ਵਾਹ 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 ਤੂੰ ਬਹੁਤ ਸੋਹਣਾ, ਹਾਂਜੀ ਹਾਂਜੀ ਤੁਹਾਡੀ ਕਿਰਪਾ ਜੀ, ਹਾਂ ਦਵਾ ਉਹ ਪ੍ਰਿਟੈਂਡ ਨਾ ਹੋ, ਹਿਪੋਕ੍ਰੇਸੀ ਆ, ਉਹ ਕੁਛ ਨਹੀਂ ਹੈਗਾ ਉਹ, ਹੈ ਨਾ। ਸੋ ਫਿਰ ਕੀ ਹੁੰਦਾ ਹੈ, ਕਹਿੰਦੇ ਇਹਦਾ ਐਗਜ਼ਾਮਪਲ ਜੇ ਕਿੰਨਾ ਸੋਹਣਾ ਦਿੱਤਾ ਆਪਾਂ ਬਾਣੀ 'ਚ ਪੜ੍ਹੀਏ ਇੱਥੇ। ਮਹਾਰਾਜ ਕਹਿੰਦੇ ਹੈ ਨਾ ਸਿਮਲ ਰੁੱਖ ਸਰਾਇਰਾ ਅਤ ਦੀਰਘ ਅਤ ਮੁੱਝ, ਓਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿਤ। ਕਹਿੰਦੇ ਪੈਰਟਸ ਆਉਂਦੇ ਆ ਨਾ ਦੇਖ ਕੇ, ਸਿਮਲ ਦਾ ਰੁੱਖ ਜਿਹੜਾ ਹੁੰਦਾ ਨਾ, ਇਹਦਾ ਜਿਹੜਾ ਇੰਗਲਿਸ਼ ਨੇਮ ਆ ਸਿਲਕ ਕਾਟਨ ਟਰੀ ਹੈ, ਬਹੁਤ ਉੱਚਾ ਹੁੰਦਾ, ਬਹੁਤ ਸੋਹਣਾ ਹੁੰਦਾ, ਉੱਚਾ। ਸੋ ਪੈਰਟਸ ਆਉਂਦੇ ਨੇ ਵੀ ਇੱਥੇ ਕੁਝ ਖਾਣਾ ਮਿਲੂਗਾ, ਪਰ ਕੀ ਮਿਲਣਾ ਸੀ ਉੱਥੇ, ਕੁਝ ਨਹੀਂ ਮਿਲਦਾ। ਉਹ ਵਿਚਾਰੇ ਉਹਦੇ ਕੋਲ ਫਰੂਟ ਨਹੀਂ ਹੈਗਾ, ਉਹਦੇ ਤਾਂ ਚੰਗੇ ਪੱਤੇ ਨਹੀਂ ਹੈਗੇ, ਉਹਦੇ ਕੋਲ ਕੁਛ ਨਹੀਂ ਹੁੰਦਾ ਵਿਚਾਰੇ। ਸੋ ਕੀ ਹੁੰਦਾ, ਕਹਿੰਦੇ ਓਏ ਜੇ ਆਵੇ ਆਸ ਕਰ, ਆਸ ਕਰਕੇ ਆਉਂਦੇ ਉਹਨੂੰ ਵੱਡਾ ਦੇਖ ਕੇ ਵੀ ਵੱਡਾ ਇਹ, ਤੇ ਕਿ ਜਾਏ ਨਿਰਾਸੇ ਕਿਤ, ਉਹ ਨਿਰਾਸੇ ਹੀ ਜਾਂਦੇ ਨੇ। ਹੈਵ ਯੂ ਹਰਡ ਦਿਸ ਨਾ, ਵੈਨ ਐਵਰ ਯੂ ਗੋ ਫॉर ਡੋਨੇਸ਼ਨ ਡਰਾਈਵ ਨਾ, ਜੇ ਤੁਸੀਂ ਕਿਤੇ ਡੋਨੇਸ਼ਨ ਡਰਾਈਵ ਕੀਤਾ ਹੋਗਾ ਨਾ, ਤੁਹਾਨੂੰ ਐਕਸਪੀਰੀਅੰਸ ਜ਼ਰੂਰ ਹੋਇਆ ਹੋਗਾ। ਤੁਸੀਂ ਕੋਈ ਵੱਡੇ ਬੰਗਲੋ ਮੈਂਸ਼ਨ ਵਿੱਚ ਜਾਓ, ਜਾ ਕੇ ਡੋਨੇਸ਼ਨ ਮੰਗੋ, ਉੱਥੇ ਕੀ ਹੁੰਦਾ ਨਾ, ਮੇਰਾ ਪਰਸਨਲ ਵੀ ਐਕਸਪੀਰੀਅੰਸ ਇਹੀ ਹੈ, ਤੁਹਾਨੂੰ ਉੱਥੇ ਬਿਠਾ ਕੇ 3 ਘੰਟੇ ਨਾਲ ਤੁਹਾਡਾ ਇੰਟੈਰੀਗੇਸ਼ਨ ਹੋਣਾ। ਆ ਕੀ ਆ ਜੀ, what you doing this, why you never do this one, so we got here, why you do some ਨਾ ਕੁਛ ਪਾਓ। ਐਟ ਲਾਸਟ ਪਤਾ ਕੀ, 100 ਰਿੰਗਿਟ ਡੋਨੇਸ਼ਨ।
So all the way you go back, so you will be cursing that guy like, spoil out 3 hours, what is this, what is that, कोई चंगा पानी भी नहीं पिलाया, चाह भी नहीं पिलाई, सिर खा गया वाधू दा, वेला बैठा होना, भालदा होना मैं किसी दा सिर खावां, वो बंदे आ गए कहंदा खा जाओ इन्हां दा सिर हुण। सो की होया जी, तो जे गरीब दे घर जांदे आ, गरीब जिहड़े हुंदे ने वो आके बैठो चाह पियो, चाह जो आप लो लिया के दंदे आ, फिर कहंदे की है जी डोनेशन, सिद्धा लिया के 5000 ना पाम, चेक लिख के पाम, वाह, in 5 minutes you're out of the house already, with 5000। हैरान हो जाते भी की है ये, सो यही गल आ, ओए जे आवे आसकर जाए निराशे कित, कहते हाँ जी, फिर फल फिके फल बक बके, कहते कम ना आवे पत, कोई भी वह फल नहीं कम आता, फुल जो पत्ता भी नहीं कम आता, मीठत नीवी नानका गुण चंगियाइयां तन, कहते मीठत ही नीवी है, नीवा होना ही चंगी गल है, क्योंकि ਉਹਦੇ ਵਿੱਚ ਤੱਤ ਨੇ, ਉਹਦੇ ਵਿੱਚ ਚੰਗਿਆਈਆਂ ਨੇ। फिर देखो महाराज कहते सबको नीवा आपको, सारे ना लोग नीवे होंगे अपने मतलब वास्ते। हैव यू सीन पॉलिटिशियन है ना, पंजाब के पॉलिटिशियन इलेक्शन ने फिर देखोगे आए 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 सारा वेरी गुड, इतने भी इलेक्शन होंगे यो थोड़े वास्ते ही असी थोड़े वास्ते ही हाँ, उन्होंने पता एक दिन थोड़े अगे नीवे होना, 5 साल तुसीं उन्होंने मत्थे टेकने आ, वो नीवे क्यों होंगे आ भी थोड़ा जा मैं हो लूँगा हफ्ता महीना का की जानता है, बाकी तो 5 साल इन्हों तो मत्थे टेकाने आ मैं, है ना। सो यही महाराज कहते सबको नीवा आपको, अपने मतलब नूं कोई नीवा हुंदा है, पर को नीवे ना कोई दूजे वास्ते कोई नीवा नहीं हुंदा भाई, ये गल समझ लो तुसीं। फिर की हुंदा कि तर तराजू तोलिए नेवा सो गौरा होए, पर महाराज कहते जिहड़ा नीवा पासा है ना हमेशा भारा हुंदा, व्हेन यू वे समथिंग द लोअर पार्ट इज द हेवियर पार्ट। ते देखो महाराज ने अगे कीता अपराधी दूना नीवा, जो हंता मिरगाहे, कह लगे हंट जिहड़े है ना बहुत नीवे हुंदे आ, वो लम्मी पै जांदे बेचारे, टू शूट अ डियर, ठीक है ना, वो दूना नीवे, देखा ना अपराधी दूना नीवे, जेड़ा कोई बंदा थोड़े कोल आवे ना बहुत नीवा हो ही जावे ना, वो तो बच के रहो, रली आचा जी मेरी एडवाइस लै लो, जिदा बहुत ही नीवा हो जाए, नहीं जी तुसी हो जी, तुसी हो जी, तुसी गुरु नानक दे रूप हो, तुसी आओ जी ओ जो, वो बंदे तो बच जाओ, आई टेल यू रियली बच जाओ, उन्होंने कहे मत्था टेकिया भाई तेनों उधर जा थोड़ा जा, है ना। सो कहते अपराधी दूना निवे, अपराधी जो दूना निवदा, जो हंता मिर्गा है उन्हें गोली मारनी होंगी है, ताई नीवा हो रहा है, ओके। फिर कहते शीश निवाइए क्या थिए जा हृदय कुसुदय जाए, नीवे होके की करना है जो तेरे हृदय दे विच ही असुद्ध है, जेरे अंदर इंटेंशंस भैड़े ने, नीवा होके भी की करना है। दिस इज व्हाट हैपेंस। गुरु नानक महाराज ने सीधी गल दसदे, स्ट्रेट फॉरवर्ड ऑन द फेस, महाराज फिल्टर फुल्टर नहीं करते, जो मारते सीधियां ही मूँह से मारते हैं भी समझ लो। फिर ओके हुण एग्जाम्पल एक आप लै लीए, एक गुरसिख है भाई जिहड़ा हम भाई गड़िया जी, ये भाई गड़िया जी जिहड़े सीगे ना, इन्होंने बहुत सेवा की, तो एक दिन की होया गुरु हरगोबिंद साहब महाराज ना इन्हों जिहड़ा हन महाराज को रह के इन्होंने इन्नी सेवा की ना, महाराज बहुत खुश होए भाई गड़िया के उत्ते। एक दिन भाई गड़िया जी कोले सद के ना महाराज कहते तुसीं कश्मीर नूं चले जाओ, कश्मीर कहते ना जिहड़ा दसवंध आ, जिहड़ा हुण दसवंध तो आपको पता ही ना, द 10% ऑफ योर, आप इत्थे ग्रॉस जां नैट ते फस जाते हैं कई बारी ला, है ना, कोई कहते ग्रॉस आ, कोई कहता नैट, हाँ जी। सो ग्रॉस जां नैट का फर्क है, ओके चलो जिवें थोड़ी श्रद्धा, 10% अपनी अर्निंग तो आप देना गुरु वास्ते दसवंध, एंड दसवंध इज फॉर द गुरु's work, not your work, not to say I keep दसवंध, then I see मैं like ये अभी put a receipt, my name दसवंध कढ़िया ते अपना ना पाई जांदा रिसीट ते, and that's unfair, right? That दसवंध belongs to guru, not you. तुहानू अपना ना नहीं पाना चाहिए। If you want to give something more than the 10%, then you put your name, is okay, but 10% is guru's one, not yours. So की हुंदा है जी, उन्होंने दसवंध लैन वास्ते महाराज ने कश्मीर भेजा। भाई गड़िया जी जिहड़े हन वो हरगोबिंदपुरे तो तुरे जाके जिहड़ा हन वो पहुंचे गुजरात दे विच। हुण गुजरात दे विच एक उत्थे जिहड़ा हन मुसलमान फकीर रहिंदा सी, जो गुरु दा श्रद्धालु सीगा, ते ओहदा नाम सीगा शाह दौला, जां मियाँ शाह दौला भी उन्होंने कहते सीगे, मुसलमान सीगा फकीर, पर गुरु ते बहुत श्रद्धा रखण वाला सीगा। ते उन्हें आके भाई गड़िया जी जो पहुंचे, भाई गड़िया जी नूं कहंदा मैं सुनिया, कहंदा गुरु अर्जन देव जी ने श्री सुखमनी साहिब का पाठ उच्चारण किया, कहंदे तू मैनूं सुना पाठ, मैं सुखमनी साहिब का पाठ सुनना चाहना। सो भाई गड़िया जी ने शुरू किया, गौड़ी सुखमनी ना महला पंजवां श्लोक जहाँ एक ओंकार सतगुर प्रसाद, हाँ जी। सो जो आदि गुरु ने मैं सारा शुरू करके भाई गड़िया जी आए जिथे रहाऊ की पंक्ति नहीं आती। सो एक रहाऊ आता ना, सारे सुखमनी साहिब दे विच पहली अशबदी च ही रहाऊ आता, और किते नहीं रहाऊ आता ना। सो कहते सुखमनी सुख अमृत प्रभ नाम, भगत जना के मन विसरा रहाऊ। सो उत्थे आ पंक्ति आ गई,
ਮੀਆਂ ਦੌਲਾ ਜਿਹੜਾ ਸੀ ਨਾ, ਉਹ ਕਹਿੰਦਾ ਬਸ, ਕਹਿੰਦਾ ਮੈਂ ਸੁਣ ਲਿਆ, ਹੋਰਨਾਂ ਤੋਂ ਕਈ ਕਹਿੰਦਾ ਮੈਂ ਸੁਣ ਲਿਆ। ਤੇ ਭਾਈ ਗੜੀਆ ਜੀ ਕਾਫੀ ਹੈਰਾਨ ਸੀ ਵੀ ਅੱਗੇ ਨਹੀਂ ਸੁਣਦਾ। ਤੇ ਮੀਆਂ ਦੌਲਾ ਪਤਾ ਕੀ ਕਹਿੰਦਾ, ਕਹਿੰਦਾ ਗੁਰਬਾਣੀ ਸਮ ਅਪਰ ਨਾ ਬਾਣੀ, ਕਹਿੰਦਾ ਗੁਰਬਾਣੀ ਵਰਗੀ ਹੋਰ ਕੋਈ ਬਾਣੀ ਨਹੀਂ ਦੁਨੀਆ ਦੇ ਵਿੱਚ, ਇੱਕ ਤੁਕ ਸੁਣਿਆ ਪਰਮਗਤ ਜਾਣੀ। ਕਹਿਣ ਲੱਗੇ ਮੈਨੂੰ ਗਿਆਨ ਹੋ ਗਿਆ, ਮੇਰਾ ਸਾਰਾ ਇੱਕ ਤੁਕ ਸੁਣ ਕੇ, ਇੱਕ ਲਾਈਨ ਸੁਣ ਕੇ ਸਾਰਾ ਹੀ ਮੈਨੂੰ ਗਿਆਨ ਨੌਲੇਜ ਹੋ ਗਿਆ। ਤੇ ਫਿਰ ਤੁਕ ਰਹਾਉ ਕੀ ਦੋਇਨ ਮਾਹੇ, ਕਹਿਣਗੇ ਤੁਕ ਜਿਹੜੀ ਰਹਾਉ ਦੀ ਆ ਨਾ, ਇਹਦੇ ਵਿੱਚ ਦੋ ਚੀਜ਼ਾਂ ਮੈਨੂੰ ਮਿਲ ਗਈਆਂ। ਕੀ ਮਿਲਿਆ, ਕਹਿੰਦੇ ਜੋਗ ਤੇ ਭੋਗ। ਜੋਗ ਹੁੰਦਾ ਹੈ ਟੂ ਬੀ ਵਨ ਵਿਦ ਗੋਡ, ਭੋਗ ਹੁੰਦਾ ਹੈ ਟੂ ਹੈਵ ਦ ਫੁਲਫਿਲਮੈਂਟ ਆਫ ਆਲ ਦ ਵਰਲਡਲੀ ਪੋਸੈਸ਼ਨਸ। ਕਹਿੰਦੇ ਇਹ ਦੋਨੇ ਚੀਜ਼ਾਂ ਮੈਨੂੰ ਇੱਕ ਰਹਾਉ ਦੀ ਤੁਕ ਚੋਂ ਮਿਲ ਗਿਆ। ਜੋਗ ਭੋਗ ਸਭ ਪਾਇਓ ਜਾਹੇ, ਮੈਨੂੰ ਸਭ ਕੁਝ ਮਿਲ ਗਿਆ। ਕਹਿੰਦਾ ਹੋਰ ਨਾ ਪੜੀ, ਹੁਣ ਬਸ ਸਭ ਕੁਝ ਮਿਲ ਗਿਆ। ਸੋ ਫਿਰ ਇਹ ਜਿਹੜਾ ਨਾ, ਇਹ ਜਿਹੜਾ ਫਕੀਰ ਸੀਗਾ ਸ਼ਾਹ ਦੌਲਾ, ਇਹਦੇ ਨਾਲ ਥੋੜੇ ਚਿਰ ਮਹਾਰਾਜ ਜਿਹੜਾ ਗੁਰਸਿੱਖ ਜਿਹੜਾ ਸੀ ਨਾ ਰਹਿ ਕੇ ਨਾ ਹੁਣ ਅੱਗੇ ਚੱਲਿਆ। ਕਹਿੰਦਾ ਮੈਂ ਜਾਣਾ, ਮੈਂ ਕਸ਼ਮੀਰ ਨੂੰ ਜਾਣਾ। ਜੋ ਤੁਰਿਆ ਜਾਂਦਾ ਨਾ, ਇਹ ਜਿਹੜਾ ਸ਼ਾਹ ਦੌਲਾ ਇਹਨੂੰ ਛੱਡਣ ਵਾਸਤੇ ਜਾਂਦਾ, ਸਿੱਖ ਭਾਈ ਗੜਿਆ ਜਿਹਨੂੰ ਬਹੁਤ ਦੂਰ ਤੱਕ ਛੱਡਣ ਤੱਕ ਜਾਂਦਾ। ਤੇ ਪਿੱਛੇ ਇਹ ਤੁਰਿਆ ਜਾਂਦਾ ਹੈ, ਸ਼ਾਹ ਦੌਲਾ ਮੂਹਰੇ ਮੂਹਰੇ ਸਿੱਖ ਜਾਂਦਾ। ਇਹਦੇ ਮਨ ਵਿੱਚ ਆਇਆ ਭਾਈ ਗੜੀਆ ਦੀ ਨਾ ਜੁੱਤੀ ਜਿਹੜੀ ਸੀ ਨਾ ਟੁੱਟੀ ਹੋਈ ਸੀ, ਉਹਦੇ ਜਿਹੜਾ ਸਲੀਪਰ ਸੀਗੇ ਨਾ ਜਾਂ ਸ਼ੂ ਵੈ ਜਿਹੜਾ ਫੁੱਟਵੇਅਰ ਸੀਗਾ ਟੁੱਟਿਆ ਹੋਇਆ ਸੀ। ਉਹ ਟੁੱਟਿਆ ਹੋਏ ਕਰਕੇ ਨਾ ਜਦੋਂ ਉਹ ਭਾਈ ਗੜੀਆ ਜੀ ਤੁਰਦੇ ਸੀਗੇ ਨਾ, ਉਹ ਜਿਹੜੀ ਧੂੜ ਆ ਨਾ, ਜਿਹੜੀ ਡਸਟ ਆ ਥੱਲੇ ਵਾਲੀ ਮਿੱਟੀ, ਉਹਨਾਂ ਦੇ ਗੋਡਿਆਂ ਤੱਕ ਲੱਗਦੀ ਸੀ। ਉਹਨਾਂ ਦੇ ਕੱਪੜੇ ਵੀ ਗੰਦੇ ਹੋ ਰਹੇ ਆ, ਨਥਿੰਗ ਵਿਲ ਕਮ ਬੈਕ। ਉਹ ਮੋੜ ਮੋੜ ਕੇ ਨਾ ਉਹ ਧੂੜੀ ਉੱਤੇ ਨੂੰ ਉੱਡਦੀ ਸੀਗੀ। ਸੇ ਭਾਈ ਦੌਲੇ ਦੇ ਪੈਰ ਵੀ ਸਾਰੇ ਜਾਂ ਡਸਟ ਨਾਲ ਭਰ ਗਏ, ਚੋਲਾ ਵੀ ਭਰ ਗਿਆ। ਦੌਲਾ ਜਿਹੜਾ ਸ਼ਾਹ ਦੌਲਾ ਸੋਚਣ ਲੱਗਿਆ, ਮੈਂ ਨਾ ਇਸ ਸਿੱਖ ਨੂੰ ਨਾ ਆਪਣੇ ਕਰਾਮਾਤ ਮਿਰੇਕਲ ਦੇ ਨਾਲ, ਕਹਿੰਦਾ ਮੈਂ ਇਹਨੂੰ ਥੋੜ੍ਹੀਆਂ ਜਿਹੀਆਂ ਮਿਰੇਕਲਸ ਦੇ ਦਿੰਦਾ, ਆਈ ਸ਼ੁੱਡ ਗਿਵ ਹਿਮ ਸਮ ਆਫ ਦ ਮਿਰੇਕਲਸ, ਤਾਂ ਕਰਕੇ ਇਹ ਆਪਣਾ ਜਿਹੜਾ ਰਸਤਾ ਵੀ ਸੌਖਾ ਕੱਢ ਲੂਗਾ ਤੇ ਨਾਲ ਇਹਨੂੰ ਕੋਈ ਘਾਟਾ ਨਹੀਂ ਰਹੇਗਾ, ਸੌਖਾ ਰਹੇਗਾ, ਇਹਨੂੰ ਮੈਂ ਮਿਰੇਕਲਸ ਦੇ ਦਿੰਦਾ। ਸ਼ਾਹ ਦੌਲਾ ਨੇ ਮਨ ਵਿੱਚ ਇਹ ਗੱਲ ਹਜੇ ਸੋਚੀ ਆ, ਉਹਨੇ ਕਹੀ ਨਹੀਂ, ਹਜੇ ਬੋਲਿਆ ਨਹੀਂ ਗਾ, ਸੋਚੀ ਹੀ ਆ। ਭਾਈ ਗੜੀਆ ਨੇ ਜਾਣ ਲਿਆ ਵੀ ਇਹ ਸੋਚ ਰਿਹਾ ਪਿੱਛੇ। ਉਹਨੇ ਪਤਾ ਕੀ ਕੀਤਾ, ਭਾਈ ਗੜੀਆ ਨੇ ਸਾਰੀ ਧਰਤੀ, ਸਾਰਾ ਡਸ ਗਿਆ ਸੋਨੇ ਦਾ ਬਣਾਤਾ। The whole earth was converted into gold, ਸਾਰਾ ਕੁਝ ਗੋਲ ਬਣ ਗਿਆ ਉੱਥੇ। ਸ਼ਾਹ ਦੌਲਾ ਇਹਨਾਂ ਨਾਲ ਆ ਕੇ ਭਾਈ ਗੜੀਆ ਦੇ ਚਰਨ ਪਕੜ ਲਏ, ਕਹਿੰਦਾ ਮੈਂ ਤਾਂ ਤੈਨੂੰ ਮਿਰੇਕਲਸ ਦੇਣ ਨੂੰ ਫਿਰਦਾ ਸੀਗਾ, ਤੂੰ ਤਾਂ ਸਾਰੀ ਧਰਤੀ ਸੋਨੇ ਦੀ ਬਣਾ ਦਿੱਤੀ। ਭਾਈ ਗੜੀਆ ਫਿਰ ਉਹਨੂੰ ਕਹਿੰਦਾ, ਭਾਈ ਸ਼ਾਹ ਦੌਲਾ ਅਸੀਂ ਨੀਵੇਂ ਹੋ ਕੇ ਚੱਲਦੇ ਹਾਂ, ਸਾਡੀ ਗੁਰੂ ਦੀ ਸਿੱਖਿਆ ਹੈ। ਕਹਿੰਦੇ ਗੁਰੂ ਘਰ ਦੇ ਵਿੱਚ ਲੱਭਾ ਲੱਭ ਕਹਿੰਦੇ ਸ਼ਕਤੀਆਂ ਭਰੀਆਂ ਪਈਆਂ, ਮਿਰੇਕਲਸ ਨਾਲ ਭਰੀਆਂ ਪਈਆਂ। ਕਹਿੰਦੇ ਕੋਈ ਘਾਟਾ ਨਹੀਂ ਸਾਨੂੰ ਮਿਰੇਕਲ ਦਾ, ਪਰ ਅਸੀਂ ਗਰੀਬੀ ਵਿੱਚ ਰਹਿ ਕੇ ਨਿਵ ਚੱਲਣ ਵਿੱਚ ਅਸੀਂ ਆਪਣਾ ਸੁੱਖ ਮੰਨਦੇ ਹਾਂ। ਸਾਨੂੰ ਇਹ ਦੁੱਖ ਨਹੀਂ ਗਾ, ਤੈਨੂੰ ਦੁੱਖ ਹੋਊਗਾ, ਤੂੰ ਦੇਖ ਕੇ ਕਹਿ ਰਿਹਾ ਮੈਨੂੰ ਮਿੱਟੀ ਪੈ ਰਹੀ ਹੈ, ਮੇਰੇ ਵਾਸਤੇ ਮਿੱਟੀ ਨੇ, ਧੂੜ ਪੈ ਰਹੀ ਹੈ ਮੇਰੇ ਉੱਤੇ, ਮੈਂ ਗੁਰੂ ਦੇ ਮਾਰਗ ਤੇ ਚੱਲਦਾ ਹੈ। ਕਹਿੰਦੇ ਮੈਨੂੰ ਤਾਂ ਖੁਸ਼ੀ ਹੈ, ਤੇ ਇਹ ਜਿਹੜਾ ਹਨ ਅਸੀਂ ਨਿਵ ਚੱਲਣਾ ਹੈ, ਸਾਨੂੰ ਗੁਰੂ ਨੇ ਸਿਖਾਇਆ। ਨਾ ਵਾ ਇੱਥੇ ਇੱਕ ਜਿਹੜਾ ਹਨ 1 ਮਿੰਟ ਹੈ, ਨਿਵ ਚੱਲਣ ਵਿੱਚ ਵੀ ਨਾ ਕਈ ਵਾਰ ਆਪਣੇ ਕੋਲ ਨਹੀਂ ਹੁੰਦਾ ਨਾ। See, sometimes you are driving a small car, so one of your friend is driving a big car, so once he comes to you, hey how are you, ਫਿਰ ਤੁਹਾਨੂੰ ਫੀਲ ਹੁੰਦਾ, ਥੋੜਾ ਇਨਫੀਰੀਅਰ ਤੁਹਾਨੂੰ ਫੀਲ ਹੁੰਦਾ ਹੈ ਵੀ ਇਹ ਤੇ ਕੋਈ ਅੱਡੀ ਵੱਡੀ ਗੱਡੀ ਹੈ, ਮੇਰੇ ਕੋਲ ਤਾਂ ਛੋਟੀ ਜਿਹੀ ਗੱਡੀ ਹੈ। So what you are telling, hey this one actually is my market car la, you know, I just drive it la, for fun la, you know, ਇਹ market car ਮੇਰੇ ਘਰ 'ਚ ਹੈਗੀ ਵੱਡੀ ਗੱਡੀ, ਪਰ ਇਹ ਛੋਟੀ ਜਿਹੀ ਗੱਡੀ ਨਾ ਮੈਂ market ਵਾਸਤੇ ਰੱਖੀ ਹੋਈ ਹੈ ਨੇੜੇ ਤੇੜੇ। So you feel inferior ਨਾ, correct, because you are status conscious। ਦੇਖੋ ਨਿਵ ਚੱਲਣਾ ਹੁੰਦਾ ਨਾ, ਇਹ ਵੀ ਗੱਲ ਨਹੀਂ ਹੈਗੀ, ਇਹ ਮੇਰੀ ਗੱਡੀ ਹੈ, I'm happy to have it, that's it, why you no height। ਨਿਵ ਚੱਲਣਾ ਉਹ ਨਹੀਂ ਹੁੰਦਾ ਜਿਹੜਾ ਕਿ ਪਖੰਡ ਕਰਕੇ ਨਿਵ ਚੱਲਣਾ, ਨੋ, ਹੁੰਦਿਆਂ ਹੋਇਆਂ, ਸ਼ਕਤੀ ਹੁੰਦਿਆਂ ਹੋਇਆਂ ਨਿਵ ਚੱਲਣਾ, that is what a Gursikh is। otherwise you got no choice, ਨਿਵ ਚੱਲਣਾ, you are ਨਿਵ because you got no money, you are ਨਿਵ ਚੱਲਣਾ already ਆ, no। ਨਿਵ ਚੱਲਣਾ ਉੱਥੇ ਆਪਣਾ ਸਟੈਂਡਰਡ ਵੀ ਉੱਥੇ ਰੱਖਣਾ, ਆਪਣੇ ਆਪ ਨੂੰ ਕਿਸੇ ਨਾਲ ਕੰਪੇਅਰ ਵੀ ਨਹੀਂ ਕਰਨਾ। ਜਿਹਦੇ ਕੋਲ ਹੋਵੇ ਕਿ ਮਹਾਰਾਜ ਨੂੰ ਹੋਰ ਦਿਓ, ਚੰਗਾ ਹੈ, ਵੈਰੀ ਗੁੱਡ, ਆਈ ਐਮ ਹੈਪੀ ਫॉर ਹਿਮ, ਪ੍ਰੇ ਫॉर ਹਿਮ, ਫॉर ਹਿਮ ਟੂ ਗੈਟ ਮੋਰ। ਸੜਨਾ ਨਹੀਂ, ਐਨਵੀ ਨਹੀਂ ਕਰਨਾ। ਜੇ ਆਪਾਂ ਨਿਵ ਚੱਲਦੇ ਹੋਵਾਂਗੇ ਨਾ, ਆਪਾਂ ਐਨਵੀ ਨਹੀਂ ਕਿਸੇ ਨਾਲ ਕਰਾਂਗੇ, ਆਪਾਂ ਨੂੰ ਖੁਸ਼ੀ ਹੁੰਦੀ ਹੈ, ਮੇਰਾ ਯਾਰ ਆ ਦੇਖੋ ਕਿੰਨੀ ਵੱਡੀ ਗੱਡੀ ਚਲਾਉਂਦਾ, ਗੁੱਡ ਗੁੱਡ ਗੁੱਡ, ਮਹਾਰਾਜ ਤੈਨੂੰ ਹੋਰ ਬਖਸ਼ੇ। ਦਿਸ ਇਜ਼ ਹਾਊ ਯੂ ਸ਼ੁੱਡ ਬੀ। ਸੋ ਉੱਥੇ ਜਿਹੜਾ ਹਨ ਭਾਈ ਗੜਿਆ ਜੀ ਨੇ ਕਸ਼ਮੀਰ ਪਹੁੰਚ ਗਏ। ਕਸ਼ਮੀਰ ਪਹੁੰਚ ਕਰਕੇ ਉਹਨਾਂ ਨੇ ਨਾ ਸਾਰਾ ਦਸਵੰਧ ਇਕੱਠਾ ਕਰ ਲਿਆ, ਸਾਰਾ ਦਸਵੰਧ ਮਿਲ ਗਿਆ। ਫਿਰ ਭਾਈ ਗੜਿਆ ਜੀ ਨੇ ਕੀ ਕੀਤਾ, ਦੇਖਿਆ ਸਿੱਖ ਉੱਥੇ ਨਾ ਕਾਫੀ ਗਰੀਬ ਸੀਗੇ, ਵਿਚਾਰਿਆਂ ਕੋਲ ਖਾਣਾ ਵੀ ਨਹੀਂ ਘਰ ਵਿੱਚ ਹੈਗਾ। ਭਾਈ ਗੜਿਆ ਜੀ ਨੇ ਕੀ ਕੀਤਾ, ਅਰਦਾਸ ਕਰਕੇ ਜਿੰਨਾ ਵੀ ਦਸਵੰਧ ਹੋਇਆ
ਉਹਨਾਂ ਨੇ ਅਰਦਾਸ ਕਰਕੇ ਗੁਰੂ ਮਹਾਰਾਜ ਨੂੰ ਅਰਪ ਦਿੱਤਾ ਵੀ ਮਹਾਰਾਜ ਇਹ ਦਸਵੰਧ ਆ, ਇਹ ਤੁਹਾਡਾ ਹੈ, ਤੁਹਾਨੂੰ ਦਿੱਤਾ। ਫਿਰ ਅਰਦਾਸ ਕਰਕੇ ਉਹਨਾਂ ਨੇ ਉਹ ਫੰਡ ਲੈ ਕੇ ਲੰਗਰ ਚਲਾਤੇ। ਲੰਗਰ ਚਲਾ ਕੇ ਗਰੀਬਾਂ ਨੂੰ ਛਕਾਉਣਾ ਸ਼ੁਰੂ ਕਰਤਾ। ਉੱਥੇ ਸਿੱਖ ਵੀ ਗਰੀਬ ਸੀਗੇ, ਹੋਰ ਵੀ ਗਰੀਬ ਸੀਗੇ, ਸਾਰਿਆਂ ਨੂੰ ਲੰਗਰ ਖੋਲ ਕੇ ਲੰਗਰ ਛਕਾਉਣੇ ਸ਼ੁਰੂ ਕਰ ਦਿੱਤੇ ਸਾਰਿਆਂ ਨੂੰ। ਸੋ ਲੰਗਰ ਚੱਲਦੇ ਗਏ, ਉਹ ਪੈਸੇ ਮੁੱਕ ਗਏ। ਫਿਰ ਭਾਈ ਗੜਿਆ ਜੀ ਵਾਪਸ ਗੁਰੂ ਹਰਗੋਬਿੰਦ ਸਾਹਿਬ ਕੋਲ ਆਏ। ਗੁਰੂ ਹਰਗੋਬਿੰਦ ਸਾਹਿਬ ਜੀ ਦੇਖ ਕੇ ਨਾ ਭਾਈ ਗੜਿਆ ਜੀ ਨੂੰ ਕਹਿੰਦੇ ਭਾਈ ਗੜਿਆ ਪੈਸੇ ਕਿੱਥੇ ਆ, ਦਸਵੰਧ ਕਿੱਥੇ ਆ? ਓਕੇ, ਮਹਾਰਾਜ ਨੇ ਪੁੱਛ ਲਿਆ, ਕਹਿੰਦੇ ਹੁਣ ਦਸਵੰਧ ਵੀ ਲਿਆ, ਤੂੰ ਕਸ਼ਮੀਰ ਤੋਂ ਆਇਆ, ਦਸਵੰਧ ਕਿੱਥੇ ਆ? ਭਾਈ ਗੜਿਆ ਨੇ ਨਾ ਉਸ ਵੇਲੇ ਇਹ ਗੱਲ ਕਹੀ ਜਿਹੜੀ ਸੂਰਜ ਪ੍ਰਕਾਸ਼ ਚ ਲਿਖੀ ਹੈ ਨਾ, ਕਹਿੰਦੇ ਸੁਣ ਸ੍ਰੀ ਗੁਰੂ ਸੁਆਮੀ ਸਭ ਜਾਣਤ ਤੁਬ ਅੰਤਰ ਜਾਮੀ। ਕਹਿੰਦੇ ਤੁਸੀਂ ਸਭ ਕੁਝ ਜਾਣਦੇ ਹੀ ਹੋ, ਮੈਨੂੰ ਕਿਉਂ ਪੁੱਛਦੇ ਹੋ? ਯੂ ਨੋ ਐਵਰੀਥਿੰਗ। ਗੁਰੂ ਪੂਜਾ ਕੋ ਸਿੱਖਣ ਦੀਨੀ, ਕਹਿੰਦੇ ਕਿ ਗੁਰੂ ਦੀ ਪੂਜਾ ਵਾਸਤੇ ਜਿਹੜਾ ਦਸਵੰਧ ਇਕੱਠਾ ਹੋਇਆ ਸੀ ਨਾ, ਕਹਿੰਦੇ ਦੀਨੀ ਮੈਂ ਦੇ ਦਿੱਤੀ ਤੁਹਾਨੂੰ, ਜੋ ਮੈਂ ਤੁਮਕੋ ਅਰਪਣ ਕੀਨੀ ਮੈਂ ਤੁਹਾਨੂੰ ਦੇ ਦਿੱਤੀ, ਆਈ ਹੈਵ ਗਿਵਨ ਟੂ ਯੂ, ਮੈਂ ਅਰਦਾਸ ਕਰਤੀ ਸੀਗੀ। ਫਿਰ ਕਰ ਗੁਰਪੁਰਬ ਸਿੱਖ ਤ੍ਰਿਪਤਾਏ, ਫਿਰ ਮੈਂ ਗੁਰਪੁਰਬ ਕਰਕੇ ਸਾਰਿਆਂ ਨੂੰ ਗੁਰੂ ਦੇ ਨਾਂ ਤੇ ਲੰਗਰ ਤੋੜ ਦਿੱਤੇ, ਗੁਰੂ ਨਾਨਕ ਦੇ ਨਾਂ ਤੇ ਸਾਰਿਆਂ ਨੂੰ ਛਕਾ ਦਿੱਤਾ। ਤੁਮ ਸਭ ਘਟ ਭੋਗੀ ਸੁਖ ਪਾਏ, ਕਿਉਂਕਿ ਮੈਂ ਜਾਣਦਾ ਹਾਂ ਤੁਸੀਂ ਸਾਰਿਆਂ ਦੇ ਵਿੱਚ ਤੁਸੀਂ ਬੈਠੇ ਹੋ। ਆਈ ਡਿਡਨਟ ਫੀਡ ਐਨੀਬੋਡੀ ਐਲਸ, ਆਈ ਫੀਡ ਯੂ, ਕਿਉਂਕਿ ਤੁਸੀਂ ਸਾਰਿਆਂ ਦੇ ਵਿੱਚ ਹੋ। ਕਿਉਂਕਿ ਗੁਰੂ ਰੱਬ ਆ ਨਾ, ਪਰਮਾਤਮਾ ਹੈ ਨਾ, ਕਿ ਤੁਸੀਂ ਸਾਰਿਆਂ ਦੇ ਵਿੱਚ ਹੋ, ਮੈਂ ਤਾਂ ਤੁਹਾਨੂੰ ਹੀ ਛਕਾਇਆ। ਇਹ ਸੁਣ ਕੇ ਨਾ ਗੁਰੂ ਹਰਗੋਬਿੰਦ ਸਾਹਿਬ ਜੀ ਬਹੁਤ ਖੁਸ਼ ਹੋਏ। ਭਾਈ ਗੜਿਆ ਨੂੰ ਜੱਫੀ ਪਾ ਲਈ ਉੱਠ ਕੇ ਮਹਾਰਾਜ ਨੇ, ਕੁੱਟ ਕੇ ਜੱਫੀ ਪਾ ਕੇ ਕਹਿੰਦੇ ਮਹਾਰਾਜ ਜੋ ਕਸ਼ਮੀਰ ਕਰ ਧਨ ਭਾਰੀ, ਕਹਿੰਦੇ ਜਿਹੜਾ ਬਹੁਤ ਸਾਰਾ ਦਸਵੰਧ ਸੀ ਇਕੱਠਾ ਕੀਤਾ ਹੋਇਆ ਕਸ਼ਮੀਰ ਦੇ ਵਿੱਚ, ਹਮ ਗਣੀਏ ਤੇ ਲੀਨ ਸੰਭਾਰੀ, ਮੈਨੂੰ ਮਿਲ ਗਿਆ। ਐਫ ਟੇਕਨ ਇਟ। ਦੇਖੋ ਭਾਈ ਗੜਿਆ ਕਿੰਨਾ ਪਰਉਪਕਾਰੀ ਹੈ। ਫਿਰ ਮਹਾਰਾਜ ਨੇ ਇਹਨੂੰ ਕਿਹਾ ਕਿ ਗੜਿਆ ਹੁਣ ਤੂੰ ਘਰ ਵਿੱਚ ਜਾ ਕੇ ਉੱਥੇ ਪ੍ਰਚਾਰ ਕਰ। ਇਹ ਘਰ ਨੂੰ ਚਲਿਆ ਗਿਆ ਨਾ, ਘਰ ਲੋਕ ਇਹਦੇ ਆਉਣ ਲੱਗ ਪਏ, ਕਹਿੰਦੇ ਭਾਈ ਸਾਹਿਬ ਮੇਰੇ ਕੋਲ ਆ ਨਹੀਂ ਹੈਗਾ, ਮੇਰੇ ਕੋਲ ਉਹ ਨਹੀਂ ਹੈਗਾ, ਮਹਾਰਾਜ ਮੇਰੀ ਮਦਦ ਕਰ ਦਿਓ। ਇਹ ਸਭ ਕੁਝ ਘਰ ਦੀਆਂ ਚੀਜ਼ਾਂ ਚੱਕ ਕੇ ਦੇਣ ਲੱਗ ਪਏ। ਐਂਡ ਅੰਟਿਲ ਦਾ ਹਾਊਸ ਵੈਨ ਐਮਟੀ, ਸਭ ਕੁਝ ਮੁੱਕ ਗਿਆ ਇਹਦੇ ਘਰ ਵਿੱਚ, ਕੁਝ ਵੀ ਨਹੀਂ ਰਿਹਾ। ਸਿੱਖ ਫਿਰ ਵੀ ਆਉਂਦੇ ਸੀ ਵਿਚਾਰੇ, ਕਹਿੰਦੇ ਸਾਡੀ ਮਦਦ ਕਰਦੇ। ਇਹਨੇ ਪਤਾ ਕੀ ਕੀਤਾ ਭਾਈ ਗੜਿਆ ਨੇ, ਇਹਦੇ ਕੋਲ ਸ਼ਕਤੀਆਂ ਤਾਂ ਸੀਗੀਆਂ। ਇਹ ਕਹਿੰਦਾ ਨਾ ਧਨੀ ਲੋਕਾਂ ਨੂੰ, ਜਿਹੜੇ ਧਨੀ ਸੀ ਨਾ ਉੱਥੇ ਦੇ ਲੋਕ, ਜਿਹੜੇ ਨਹੀਂ ਦਸਵੰਧ ਦਿੰਦੇ ਸੀ, ਕਹਿੰਦੇ ਤੁਹਾਨੂੰ ਕੋਈ ਪੁੱਤਰ ਚਾਹੀਦਾ? ਕਹਿੰਦੇ ਪੁੱਤਰ ਤਾਂ ਚਾਹੀਦੇ ਹੁੰਦੇ ਆ ਸਾਰਿਆਂ ਨੂੰ। ਕਹਿੰਦੇ ਪੁੱਤਰ ਲੈਣਾ ਨਾ, ਮੈਨੂੰ 5 ਰੁਪਏ ਦਿਓ, ਮੈਂ ਤੁਹਾਨੂੰ ਪੁੱਤਰ ਦੇਵਾਂਗਾ। ਸੋ ਉਹ ਜਿਹੜੇ ਧਨਿਆਟ ਲੋਕ ਸੀ ਨਾ, ਧਨੀ ਲੋਕ, ਉਹਨਾਂ ਨੇ ਭਾਈ ਗੜੀਏ ਨੂੰ ਆ ਕੇ 5 ਰੁਪਏ ਦੇਣੇ, ਇਹਨੇ ਪੁੱਤਰ ਦੇ ਦੇਣਾ। ਕਿੰਨਿਆਂ ਨੂੰ ਪੁੱਤਰ ਹੋ ਗਏ, ਉਹ 5 ਰੁਪਏ ਦੇ ਕੇ ਗਰੀਬਾਂ ਨੂੰ ਦੇਣੇ ਸ਼ੁਰੂ ਕਰਤੇ ਭਾਈ ਗੜੀਏ ਨੇ। ਦਿਸ ਇਜ਼ ਵਾਟ ਗੁਰਸਿੱਖ ਕਰਦੇ, ਉਹਨਾਂ ਦੇ ਹੱਥ ਵਿੱਚ ਸਭ ਕੁਝ ਹੈ। ਤੁਸੀਂ ਹੈਰਾਨ ਹੋ ਜਾਓਗੇ, ਤੁਹਾਨੂੰ ਕੋਈ ਗੁਰਸਿੱਖ ਦਿਸਿਆ ਨਾ, ਤੁਹਾਨੂੰ ਲੱਗੇ ਕਿ ਮਾੜਾ ਮੋਟਾ ਤੁਰਿਆ ਫਿਰਦਾ, ਬਟ ਯੂ ਨੈਵਰ ਨੋ ਹਿਮ, ਉਹਦੇ ਵਿੱਚ ਕੀ ਕੁਝ ਹੈਗਾ। ਕਿਉਂਕਿ ਜਿਹਨੇ ਪਾਇਆ ਤਿਨੇ ਛਪਾਇਆ। ਜਿਹਨੇ ਪਾਲਿਆ ਨਾ ਉਹ ਛਪਾਉਂਦਾ ਹੀ ਆ, ਉਹ ਦਿਖਾਉਂਦੇ ਨਹੀਂ ਹੁੰਦੇ। ਜਿਹੜੇ ਦਿਖਾਉਣ ਵਾਲੇ ਆ ਨਾ, ਉਹਨਾਂ ਦੇ ਕੋਲ ਹੁੰਦਾ ਕੱਖ ਨਹੀਂ ਹੁੰਦਾ। ਜਿਹੜੇ ਨਹੀਂ ਦਿਖਾਉਂਦੇ ਉਹਨਾਂ ਕੋਲ ਸਭ ਕੁਝ ਹੁੰਦਾ ਹੈ ਨਾ। ਸੋ ਡੋਂਟ ਅੰਡਰ ਐਸਟੀਮੇਟ। ਤਾਂ ਹੀ ਕਹਿੰਦੇ ਹਰ ਇੱਕ ਗੁਰਸਿੱਖ ਵਿੱਚ ਗੁਰੂ ਨੂੰ ਦੇਖੋ। ਦੈਟਸ ਵਾਟ ਯੂ ਹੈਵ ਟੂ ਹੈਵ, ਬਿਕਾਜ਼ ਯੋਰ ਇੰਟੈਂਸ਼ਨਸ ਮਸਟ ਬੀ ਰਾਈਟ। ਤੁਹਾਡੀ ਭਾਵਨਾ ਉਹ ਹੋਣੀ ਚਾਹੀਦੀ ਹੈ। ਸੋ ਦੇਖੋ, ਫਿਰ ਦੇਖੋ ਆਹ ਜਿਹੜੀ ਗੱਲ ਹੈ ਨਾ, ਨਾਓ ਦਿਸ ਇਜ਼ ਦ ਕਨਕਲੂਜਨ ਸਲਾਈਡ ਜਿਹੜੀ ਹੈ ਨਾ ਆਪਣੀ ਇਹ ਸਾਰੀ ਪੌੜੀ ਦੀ। ਜੇ ਬਲ ਬਹੁਤਾ ਹੋਏ ਤੋ ਵੀ ਨਿਵ ਚਲੀਏ, ਕਹਿਣ ਲੱਗੇ ਜੇ ਪਰਮਾਤਮਾ ਨੇ ਤੁਹਾਨੂੰ ਬਹੁਤ ਸਟਰੈਂਥ ਦਿੱਤਾ ਹੈ, ਜੇ ਤੁਹਾਨੂੰ ਬਹੁਤ ਸਾਰੀ ਵੈਲਥ ਦਿੱਤੀ ਹੈ, ਬਹੁਤ ਸਾਰਾ ਪਾਵਰ ਤੁਹਾਨੂੰ ਦਿੱਤਾ ਹੈ, ਤੇ ਕਹਿੰਦੇ ਤੋ ਵੀ ਨਿਵ ਚਲੀਏ, ਤੁਹਾਨੂੰ ਫਿਰ ਵੀ ਨੀਵੇਂ ਹੋ ਕੇ ਚੱਲਣਾ ਚਾਹੀਦਾ। even though you can be the strongest, but still you have to have humility in your life. So ਫਿਰ ਵੀ ਨੀਵੇਂ ਹੋ ਕੇ ਚੱਲੋ। ਇਹ ਜਿਹੜਾ ਆਪਣਾ ਪੜ੍ਹ ਰਹੇ ਆ ਨਾ, ਇਹ ਫੁਨਹੇ ਜਿਹੜੇ ਹਨ, ਫੁਨਹੇ ਹਨ। ਇਹ ਪਤਾ ਕਿਹਨੇ? ਭਾਈ ਸਾਧੂ ਜੀ ਨੇ ਲਿਖਿਆ, ਜੋ ਗੁਰੂ ਹਰਗੋਬਿੰਦ ਸਾਹਿਬ ਦਾ ਸਨ ਇਨ ਲਾਅ ਹੈ। ਉਹਨੇ ਲਿਖੇ ਬੀਬੀ ਵੀਰੋ ਜੀ ਦੇ ਪਤੀ ਨੇ। ਉਹ ਕਹਿੰਦਾ ਹੈ ਜੇ ਬਲ ਬਹੁਤਾ ਹੋਏ ਤੋ ਵੀ ਨਿਵ ਚਲੀਏ। ਫਿਰ ਦੇਖੋ ਦੱਸਦਾ, ਗਰਭ ਕਰੇ ਜੇ ਕੋਈ ਹੰਕਾਰ ਕਰੇ, ਮੈਂ ਇਹ ਹਾਂ ਮੈਂ ਉਹ ਹਾਂ, ਤਾਂ ਪੱਕਰ ਪੱਥਲੀਆ। ਕਹਿਣਗੇ ਫਿਰ ਉਹਨੂੰ ਫੜ ਕੇ ਪੁੱਠਾ ਵੀ ਕਰਨਾ ਜਾਣਦਾ ਹੈ ਗੁਰੂ। ਦੇਖੋ ਨਾ, ਪੈਂਦੇ ਖਾਂ ਸੀਗਾ ਨਾ, ਮਹਾਰਾਜ ਨੇ ਉਹਨੂੰ ਪਾਲਿਆ ਨਾ, ਛੋਟੇ ਹੁੰਦੇ ਨੂੰ ਪਾਲਿਆ। ਉਹ ਭਾਵੇਂ ਮੁਸਲਮਾਨ ਸੀਗਾ, ਸੋ ਉਹਨੂੰ ਪਾਲਿਆ, ਉਹਨੂੰ ਵੱਡਾ ਕੀਤਾ, ਸਭ ਕੁਝ ਦਿੱਤਾ, ਟ੍ਰੇਨਿੰਗ ਦਿੱਤੀ, ਘਿਓ ਛਕਾਇਆ। ਉਹਦਾ ਸਰੀਰ ਐਡਾ ਵੱਡਾ ਹੋ ਗਿਆ ਸੀ। ਕਹਿੰਦੇ ਸਿਰਫ 2 ਵੱਡੇ ਸਰੀਰ ਵਾਲੇ ਸੀ ਉਹ ਟਾਈਮ ਤੇ, ਇੱਕ ਗੁਰੂ ਹਰਗੋਬਿੰਦ ਸਾਹਿਬ ਸੀਗਾ, ਦੂਜਾ ਪੈਂਦੇ ਖਾਂ। ਯੂ ਨੋ ਹਾਊ ਮਚ ਸਟਰੈਂਥ ਹੀ ਹੈਡ। ਜੇ 2 ਬੁੱਲ ਆਏ ਆਉਂਦੇ ਹੋ ਨਾ ਹੈਡ ਔਨ, ਉਹ ਚੱਕ ਕੇ ਐਂ ਪਾਸੇ ਕਰ ਸਕਦਾ ਸੀਗਾ। ਕਹਿੰਦੇ ਇੰਨਾ ਸਟਰੈਂਥ ਸੀ ਉਹਦੇ ਵਿੱਚ। ਤੇ ਗੁਰੂ ਹਰਗੋਬਿੰਦ ਸਾਹਿਬ ਤੋਂ ਹਾਰਦਾ ਹੁੰਦਾ ਸੀ ਹਮੇਸ਼ਾ। ਗੁਰੂ ਹਰਗੋਬਿੰਦ ਸਾਹਿਬ ਨੂੰ ਨਹੀਂ ਜਿੱਤ ਸਕਦਾ ਸੀ ਉਹ। ਭਾਵੇਂ ਰੈਸਲਿੰਗ ਕਰਦਾ ਸੀ ਨਾ, ਗੁਰੂ ਹਰਗੋਬਿੰਦ ਸਾਹਿਬ ਨੇ ਮਹਾਰਾਜ ਢਾਲ ਲੈਂਦੇ ਸੀ ਉਹਨੂੰ। ਤੇ ਤਕੜਾ ਬਹੁਤ ਸੀਗਾ। ਮਹਾਰਾਜ ਨੇ ਪਾਲਿਆ, ਸਭ ਕੁਝ ਕੀਤਾ। ਚਲੋ ਸਾਖੀ ਲੰਮੀ ਹੈ। The last jang in Kartarpur, he brought 100,000 army with him to attack Guru Hargobind Sahib. He went against Guru Hargobind Sahib ji. तो की होया जंग विच
ਪੈਂਦੇ ਖਾਂ ਆ ਗਿਆ ਤੇ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦਾ ਜੀ ਜੰਗ ਕਰਨਾ ਮੇਰੇ ਨਾਲ ਕਰੋ। ਉਹਨੇ ਚੈਲੰਜ ਕੀਤੀ ਗੁਰੂ ਹਰਗੋਬਿੰਦ ਸਾਹਿਬ ਨੂੰ। ਗੁਰੂ ਮਹਾਰਾਜ ਨੇ ਕਹਿੰਦੇ ਮਹਾਰਾਜ ਆਗੇ ਬਚਾ ਲੈ, ਕਹਿੰਦੇ ਪੈਂਦੇ ਖਾਂ ਆ ਜਾ। ਪੈਂਦੇ ਖਾਂ ਸਾਹਮਣੇ ਆ ਗਿਆ ਮਹਾਰਾਜ ਦੇ। ਹੁਣ ਮਹਾਰਾਜ ਨੇ ਪੈਂਦੇ ਨੂੰ ਕਿਹਾ ਪੈਂਦੇ ਖਾਂ ਤੂੰ ਪਹਿਲਾਂ ਵਾਰ ਕਰ। ਉਹਨੇ ਵਾਰ ਕੀਤਾ, ਮਹਾਰਾਜ ਨੇ ਢਾਲ ਤੇ ਰੋਕ ਲਿਆ। ਉਹਨੇ ਦੂਜਾ ਮਾਰ ਕੇ ਦੂਜੀ ਵਾਰੀ ਫਿਰ ਟਰਾਈ ਕਰ ਲਾ, ਕੋਈ ਨਹੀਂ। ਉਹਨੇ ਦੂਜੀ ਵਾਰੀ ਫਿਰ ਬਹੁਤ ਜ਼ੋਰ ਦੀ ਮਾਰਿਆ, ਮਹਾਰਾਜ ਨੇ ਆਪਣੇ ਢਾਲ ਤੇ ਫਿਰ ਰੋਕ ਲਿਆ। ਤੀਜੀ ਵਾਰੀ ਮਾਰਿਆ, ਮਹਾਰਾਜ ਨੇ ਫਿਰ ਰੋਕ ਲਿਆ। 3 ਵਾਰ ਉਹਦੇ ਖਾਲੀ ਚਲੇ ਗਏ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਪੈਂਦੇ ਖਾਂ ਹੁਣ ਮੈਂ ਵਾਰ ਕਰਦਾ, ਤੂੰ ਸੰਭਾਲੀ। ਮਹਾਰਾਜ ਨੇ ਇੱਕੋ ਹੀ ਵਾਰ ਕੀਤਾ, ਇੱਥੇ ਵੱਜਿਆ, ਉਹਦਾ ਸਰੀਰ ਕੱਟਿਆ ਗਿਆ। ਹੀ ਵਾਸ ਕੱਟ ਟੂ ਹਾਫ। ਉਹ ਡਿੱਗਦਾ ਹੋਇਆ ਨਾ, ਮਹਾਰਾਜ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਪੈਂਦੇ ਖਾਂ ਕਲਮਾ ਪੜ੍ਹ ਲਾ, ਕਲਮਾ ਪੜ੍ਹ ਲਾ, ਤੇਰੀ ਮੌਤ ਆ ਗਈ ਆ, ਕਲਮਾ ਪੜ੍ਹ। ਉਹ ਡਿੱਗਦਾ ਡਿੱਗਦਾ ਗੁਰੂ ਹਰਗੋਬਿੰਦ ਸਾਹਿਬ ਨੂੰ ਕਹਿੰਦੇ ਤੁਹਾਡੇ ਦਰਸ਼ਨ ਹੀ ਮੇਰੀ ਕਲਮਾ ਹੈ, ਕਹਿੰਦੇ ਤੁਹਾਡੇ ਦਰਸ਼ਨ ਹੀ ਮੇਰੀ ਕਲਮ ਹੈ। ਤੇ ਉਹ ਡਿੱਗਿਆ ਤੇ ਮਹਾਰਾਜ ਨੇ ਉਹਦਾ ਸਿਰ ਲੈ ਕੇ ਆਪਣੀ ਪੱਟ ਤੇ ਰੱਖਿਆ। ਧੁੱਪ ਆਉਂਦੀ ਸੀ, ਮਹਾਰਾਜ ਨੇ ਛਾਂ ਵੀ ਕੀਤੀ ਆਪਣੀ ਢਾਲ ਦੇ ਨਾਲ ਤੇ ਉਹਦਾ ਮੂੰਹ ਪੂੰਝਿਆ। ਦੇਖੋ ਕਹਿੰਦੇ ਗਰੀਬ ਨਿਵਾਜ ਹੈ ਗੁਰੂ, ਫਿਰ ਵੀ ਗਰੀਬ ਨਿਵਾਜ ਹੈ, ਫਿਰ ਵੀ ਬਖਸ਼ਦਾ ਹੈ। ਕਹਿੰਦੇ ਦੇਖੋ ਨਾ, ਕਹਿੰਦੇ ਜੇ ਕਿਤੇ ਕੋਈ ਹੰਕਾਰ ਕਰੇ ਤਾਂ ਗੁਰੂ ਕੋਲ ਇੰਨਾ ਵੀ ਪਾਵਰ ਹੈ ਕਿ ਪੁੱਠਾ ਵੀ ਕਰ ਦਿੰਦਾ ਹੈ। ਤੇ ਗੁਰੂ ਗਰੀਬ ਨਿਵਾਜ ਵੀ ਹੈ। ਦੇਖੋ ਗਰੀਬਾਂ ਨੂੰ ਕਿੰਨਾ ਮਹਾਰਾਜ ਸੰਭਾਲਦੇ ਨੇ। ਫਿਰ ਦੇਖੋ ਕਹਿੰਦੇ ਗਰਭ ਪ੍ਰਹਾਰਾ ਰਾਮ ਗਰੀਬ ਨਿਵਾਜ ਹੈ। ਦੇਖੋ ਫਿਰ ਗਰਭ ਨੂੰ ਨਿਵਾਰਦਾ ਹੈ। ਸਭ ਤੋਂ ਵੱਡਾ ਜਿਹੜਾ ਡਿਜ਼ੀਜ਼ ਆਪਣੇ ਵਿੱਚ ਹੰਕਾਰ, ਉਹਨੂੰ ਰਾਜੀ ਕਰਦਾ ਹੈ ਗੁਰੂ ਮਹਾਰਾਜ ਆਪਣੇ ਕੋਲ ਰੱਖ ਕੇ। ਕਿਉਂਕਿ ਦੇਖੋ ਫਿਰ ਵੀ ਬਖਸ਼ਦਾ ਹੈ। ਤੇ ਕਹਿੰਦਾ ਹੈ ਸਾਧੂ ਜਨ ਸਾਚਾ ਸਾਹਿਬ ਬੇਮੋਹਤਾਜ। ਉਹ ਕਿਸੇ ਦਾ ਕੰਟਰੋਲ ਵਿੱਚ ਨਹੀਂ ਆਉਂਦਾ। ਮੋਹਤਾਜਗੀ ਹੁੰਦੀ ਨਾ, ਕਿਸੇ ਦੇ ਕੰਟਰੋਲ ਵਿੱਚ ਹੋਣਾ। ਕਹਿੰਦੇ ਬੇਮੋਹਤਾਜ, ਉਹ ਕਿਸੇ ਦੇ ਕੰਟਰੋਲ ਵਿੱਚ ਨਹੀਂ ਹੈਗਾ। ਪਰਮਾਤਮਾ ਉਹ ਆਪਣੇ ਆਪ ਵਿੱਚ ਹੈ, ਉਹਨੂੰ ਕਿਸੇ ਦੀ ਪਰਵਾਹ ਨਹੀਂ ਹੈਗੀ। ਇਸ ਕਰਕੇ ਸਾਧੂ ਜਨ ਸੱਚਾ ਸਾਹਿਬ ਬੇਮੋਹਤਾਜ, ਉਹ ਸੱਚਾ ਸਾਹਿਬ ਹੈ। ਉਹ ਹਮੇਸ਼ਾ ਹੀ ਆਪਾਂ ਨੂੰ ਬਖਸ਼ਦਾ ਹੈ। ਦੇਖੋ ਕਿੱਡੇ ਕਿੱਡੇ ਆਪਣੇ ਔਗਣ ਬਖਸ਼ ਦਿੰਦਾ ਹੈ ਨਾ। ਜਿੱਦਾਂ ਸਮੁੰਦਰ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ। ਦੇਖੋ ਕਿੰਨੇ ਆਪਣੇ ਔਗਣ, ਉਹ ਫਿਰ ਵੀ ਬਖਸ਼ਦਾ ਹੈ ਸਤਿਗੁਰੂ ਜੀ। ਤੇ ਇੱਥੇ ਹੁਣ ਆਪਾਂ ਸਮਰੀ ਕਰ ਲਈਏ। ਨਿਵ ਚੱਲਣਾ ਇੱਕ ਬਿਹੇਵੀਅਰ ਹੈ ਜਿਹੜਾ ਕਿ ਆਪਾਂ ਨੂੰ ਹੌਲੀ ਹੌਲੀ ਆਪਣੇ ਅੰਦਰ ਸਿੱਖੀ ਭਾਵਨਾ ਦੇ ਨਾਲ ਗੁਰੂ ਨੂੰ ਅਰਪਣ ਕਰਕੇ ਆਪਣੇ ਆਪ ਨੂੰ ਹੌਲੀ ਹੌਲੀ ਇਹ ਬਿਹੇਵੀਅਰ ਅਪਣਾਉਣਾ ਚਾਹੀਦਾ ਹੈ। ਯੂ ਹੈਵ ਟੂ ਬ੍ਰਿੰਗ ਦਿਸ ਬਿਹੇਵੀਅਰ ਇਨਟੂ ਯੋਰ ਲਾਈਫ। ਕਿਉਂ? ਕਹਿੰਦੇ ਇਹ ਜਿਹੜਾ ਨਿਵ ਚੱਲਣਾ ਹੈ ਇਹ ਸਿਰਫ ਗੁਰੂ ਤੋਂ ਹੀ ਸਿੱਖਿਆ ਜਾ ਸਕਦਾ ਹੈ। ਕਿਉਂਕਿ ਗੁਰੂ ਆਪ ਵੀ ਨੀਵਾਂ ਹੁੰਦਾ ਹੈ ਨਾ। ਗੁਰੂ ਆਪ ਵੀ ਦੇਖੋ ਕਿੰਨਾ ਨੀਵਾਂ ਹੁੰਦਾ ਹੈ। ਗੁਰੂ ਆਪ ਵੀ ਆਪਣੇ ਸਿੱਖਾਂ ਨੂੰ ਬਖਸ਼ਣ ਵਾਸਤੇ ਕਿੰਨਾ ਨੀਵਾਂ ਹੁੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਵੀ ਆਪ ਹੁੰਦੇ ਨੇ। ਤੇ ਦੇਖੋ ਮਹਾਰਾਜ ਸੱਚਮੁੱਚ ਹੀ ਨੀਵੇਂ ਹੁੰਦੇ ਨਾ। ਜਿਵੇਂ ਬਾਬਾ ਸ੍ਰੀ ਚੰਦ ਨੇ ਕਿਹਾ ਸੀ ਗੁਰੂ ਰਾਮਦਾਸ ਨੂੰ, ਹਾਂਜੀ ਦਾੜਾ, ਤੇ ਉਹਨਾਂ ਨੇ ਉਹਨਾਂ ਦੇ ਚਰਨ ਫੜ ਕੇ ਚਰਨ ਝਾੜੇ ਸੀ ਆਪਣੇ ਦਾੜੇ ਦੇ ਨਾਲ। ਸੋ ਦੇਖੋ ਗੁਰੂ ਵੀ ਕਿੰਨਾ ਨੀਵਾਂ ਹੁੰਦਾ ਹੈ ਨਾ। ਤੇ ਦੇਖੋ ਫਿਰ ਭਾਈ ਦਾਤੂ ਜੀ ਨਾ ਗੁਰੂ ਅੰਗਦ ਦੇਵ ਜੀ ਦੇ ਸਾਹਿਬਜ਼ਾਦੇ ਸੀਗੇ। ਗੁਰੂ ਅਮਰਦਾਸ ਜੀ ਬੈਠੇ ਗੋਬਿੰਦਵਾਲ ਸਾਹਿਬ ਦੇ ਤਖਤ ਤੇ ਉਹਨੂੰ ਕਿਸੇ ਉਹਦੇ ਫਰੈਂਡਾਂ ਨੇ ਚੱਕ ਦਿੱਤਾ। ਉਹ ਖਡੂਰ ਸਾਹਿਬ ਤੋਂ ਬਹੁਤ ਗੁੱਸੇ ਨਾਲ ਆਇਆ। ਗੁਰੂ ਅਮਰਦਾਸ ਮਹਾਰਾਜ ਜੀ ਬੈਠੇ, ਉਹਨਾਂ ਕੀ ਲੱਤ ਮਾਰੀ ਗੁਰੂ ਅਮਰਦਾਸ ਜੀ ਦੇ। ਗੁਰਗੱਦੀ ਤੇ ਬੈਠਿਆਂ ਦੇ ਲੱਤ ਮਾਰੀ ਤੇ ਗੁਰੂ ਅਮਰਦਾਸ ਜੀ ਥੱਲੇ ਡਿੱਗ ਪਏ। ਤੇ ਜਦੋਂ ਡਿੱਗੇ ਮਹਾਰਾਜ ਨੇ ਉੱਠ ਕੇ ਭਾਈ ਦਾਤੂ ਦੇ ਚਰਨ ਪਕੜ ਲਏ ਤੇ ਉਹਨਾਂ ਨੂੰ ਮਾਲਿਸ਼ ਕਰਨ ਲੱਗ ਪਏ। ਕਹਿੰਦੇ ਮੇਰੇ ਹੱਡ ਹਨ, ਮੇਰੇ ਸਰੀਰ 'ਚ ਮਾਸ ਹੈ ਨਹੀਂ। ਕਹਿੰਦੇ ਹੱਡੇ ਹੱਡਾ, ਤੈਨੂੰ ਜ਼ਰੂਰ ਦੁੱਖ ਲੱਗਿਆ ਹੋਗਾ ਤੇਰੇ ਪੈਰ। ਉਹਦੇ ਹੱਥ ਮਲਣੇ ਸ਼ੁਰੂ ਕਰਤੇ, ਉਹਦੇ ਪੈਰ ਮਲੇ ਮਹਾਰਾਜ ਨੇ ਹੱਥਾਂ ਦੇ। ਦੇਖੋ ਕਿੰਨਾ ਨਿਵ ਚੱਲਣਾ ਹੈ, ਇੰਨੀਆਂ ਸ਼ਕਤੀਆਂ ਦੇ ਮਾਲਕ ਹੈ। ਜੇ ਗੁਰੂ ਅਮਰਦਾਸ ਚਾਹਵੇ ਤਾਂ ਇਨ ਆਈ ਫਲਿੱਕਰ ਦੁਨੀਆ ਨੂੰ ਖਤਮ ਕਰ ਸਕਦੇ ਨੇ। ਇਨ ਆਈ ਫਲਿੱਕਰ ਹੀ ਕੈਨ ਬਿਲਡ ਦ ਹੋਲ ਯੂਨੀਵਰਸ ਅਗੇਨ। ਇੰਨੀ ਸ਼ਕਤੀ ਨੂੰ ਧਾਰਨ ਕਰਨ ਵਾਲੇ, ਪਰ ਨਿਮਰਤਾ ਦੇਖੋ ਕਿੱਡੀ ਹੈ। See, sometimes we put a lot of hankar into our life. We think we are, I don't know what we think about ourselves, but we think we are something great. ਹਾਂਜੀ, ਆਪਾਂ ਕਹਿੰਦੇ ਆ ਮੈਂ ਬਹੁਤ ਵੱਡਾ, ਮੈਂ ਇਹ ਹਾਂ, ਪਰ ਆਪਣੇ ਕੋਲ ਹੁੰਦਾ ਕੱਖ ਵੀ ਨਹੀਂ। We have nothing, you know. We don't know today. ਆਪਣੇ ਸਵਾਸ ਮੁੱਕ ਜਾਣ ਤਾਂ ਅੱਜ ਆਪਾਂ ਮਰ ਗਏ, ਆਪਾਂ ਮਿੱਟੀ ਹੋ ਗਏ, ਨਾ ਹੈ ਕੱਖ ਨਹੀਂ। ਪਰ ਹੰਕਾਰ ਆਪਣੇ ਵਿੱਚ ਦੇਖ ਕਿੰਨਾ, ਗੁਰੂਆਂ ਵਿੱਚ ਦੇਖੋ ਕਿੰਨਾ ਹੰਕਾਰ ਹੈ ਹੀ ਨਹੀਂ। ਇੰਨੀਆਂ ਸ਼ਕਤੀਆਂ ਨੂੰ ਰੱਖਦੇ ਹੋ ਵੀ ਕਿੰਨੇ ਨੀਵੇਂ ਹੁੰਦੇ। ਸੋ ਫੇਰ ਦੇਖੋ ਕਹਿੰਦੇ ਗੁਰੂ ਮਹਾਰਾਜ ਦੀ ਜਿਹੜੀ ਹੈ ਨਿਗਾਹ ਦੇ ਵਿੱਚ, ਗੁਰੂ ਮਹਾਰਾਜ ਦੇ ਘਰ ਵਿੱਚ ਉਹੀ ਚੰਗਾ ਜਿਹੜਾ ਨੀਵਾਂ ਹੈ, ਉਹਨੂੰ ਹੀ ਵਡਿਆਈ ਮਿਲਦੀ ਹੈ। ਤੇ ਜਿਹੜਾ ਆਉਂਦਾ ਹੈ ਗੁਰੂ ਨੂੰ ਜਿੱਤਣ ਵਾਸਤੇ, ਉਹ ਹਾਰ ਜਾਂਦਾ ਹੈ। ਜਿਹੜਾ ਹਾਰ ਕੇ ਆਉਂਦਾ ਹੈ ਗੁਰੂ ਮਹਾਰਾਜ ਉਹਨੂੰ ਜਿਤਾ ਦਿੰਦੇ ਨੇ। ਉਹ ਜਦ ਸਦੀਆਂ ਤੱਕ ਉਹ ਜਿੱਤ ਜਾਂਦਾ ਹੈ। ਤੇ ਗੁਰੂ ਮਹਾਰਾਜ ਜੀ ਨੀਵਿਆਂ ਦੇ ਪ੍ਰੋਟੈਕਟਰ ਨੇ, ਉਹ ਨੀਵਿਆਂ ਨੂੰ ਬਚਾਉਂਦੇ ਨੇ, ਉਹ ਨੀਵਿਆਂ ਦੀ ਰੱਖਿਆ ਕਰਦੇ ਨੇ। ਤੇ ਕਹਿੰਦੇ ਇਸ ਕਰਕੇ ਆਪਾਂ ਨੂੰ ਨਿਵ ਚੱਲਣਾ ਹੀ ਚਾਹੀਦਾ, ਨੀਵੇਂ ਹੋ ਕੇ ਚੱਲੋ। ਇਹਦੇ 'ਚ ਕੋਈ ਘਾਟਾ ਨਹੀਂ। ਵੱਡੇ ਬਣ ਕੇ ਤੁਸੀਂ ਕੀ ਲੈਣਾ? ਵੱਡੇ ਬਣ ਕੇ ਕੁਝ ਵੀ ਨਹੀਂ ਮਿਲਦਾ। ਵੱਡੇ ਦੇਖ ਲਓ ਦੁਨੀਆ 'ਚ ਕੌਣ ਕੌਣ ਬਣੇ। ਸੱਦਮ ਹੁਸੈਨ ਵਰਗੇ ਬਣੇ। ਤੁਹਾਡੇ ਟਾਈਮ ਦੀਆਂ ਗੱਲਾਂ ਨੇ, ਆਹ ਟਾਈਮ ਦੀਆਂ ਗੱਲਾਂ ਨੇ।
ਜਿਨ੍ਹਾਂ ਨੂੰ ਵੱਡਾ ਵੱਡਾ ਹੰਕਾਰ ਸੀ, ਮੇਰਾ ਇਹ ਹੈ, ਮੈਨੂੰ ਕੋਈ ਮੇਰਾ ਵਿਗਾੜ ਨਹੀਂ ਸਕਦਾ, ਦੇਖ ਲਓ ਚੱਕ ਕੇ ਉਹ ਮਾਰਿਆ। ਹਿਟਲਰ ਸੀਗਾ, ਉਹ ਕਹਿੰਦਾ ਮੇਰੇ ਵਰਗਾ ਕੋਈ ਨਹੀਂ, ਚੱਕ ਕੇ ਹਿਟਲਰ ਨੂੰ ਵੀ ਕਿੱਥੇ ਮਾਰਿਆ। ਦੇਖੋ ਇਹ ਆ ਨਾ, ਜਿਹੜੇ ਹੰਕਾਰ ਕਰਨ ਉਹ ਦੁਨੀਆ 'ਚ ਫਿਰ ਰਹਿੰਦੇ ਨੇ। ਹਰਨਾਕਸ਼ ਵਰਗੇ ਵੀ ਮਾਰੇ ਗਏ, ਰਾਵਣ ਵਰਗੇ ਵੀ ਮਾਰੇ ਗਏ। ਆਪਾਂ ਕਿਹੜੀ ਚੀਜ਼, ਆਪਾਂ ਕਿਹੜੀ ਬਾਗ ਦੀ ਬੋਲੀ ਜਿਨ੍ਹਾਂ ਨੇ ਹੰਕਾਰ ਕਰਨਾ? No, so never have ego in your life, because ego is a poison that you poison yourself for a slow death. ਆਪਾਂ ਦਿਨੋਂ ਦਿਨ ਮਰਦੇ ਜਾਂਦੇ ਹਾਂ and we fail to see the reality in life. ਸੋ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਸੋ ਮਹਾਰਾਜ ਨੇ ਕਿਰਪਾ ਕੀਤੀ, ਆਪਣੇ ਤੇ ਵੀ ਮਹਾਰਾਜ ਕਿਰਪਾ ਕਰਨ ਕਿ ਆਪਾਂ ਨੂੰ ਨਿਭ ਚੱਲਣਾ ਆ ਜਾਵੇ। ਤੇ ਅਗਲਾ ਜਿਹੜਾ ਆਪਣਾ ਟੌਪਿਕ ਹੈ ਸਿੱਧਕ, ਇਹ ਨੈਕਸਟ ਐਪੀਸੋਡ 5 ਦੇ ਵਿੱਚ ਆਏਗਾ। ਸੋ ਬੇਨਤੀਆਂ ਪ੍ਰਵਾਨ ਕਰਨੇ, ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ